ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਜ਼ਿਆਦਾ ਭਰਮਾ ਹੁੰਗਾਰਾ ਦਿੱਤਾ ਆਪਣੀ ਜਿਹੜੀ ਪਹਿਲੀ ਕਲਾਸ ਲੱਗੀ ਆ ਪੋਲਿਟੀ ਦੀ MCQ ਦੀ, ਤੇ ਅੱਜ ਆਪਣੀ ਦੂਜੀ ਕਲਾਸ ਹੈ। ਤੇ ਕੋਸ਼ਿਸ਼ ਹੈ ਵੀ ਡੇਲੀ ਆਪਾਂ ਇਹ ਕਲਾਸ ਲਾਇਆ ਕਰੀਏ, ਕਿਉਂਕਿ ਜਿਹੜਾ ਆਪਣਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੋਣਾ ਹੈ ਅੱਗੇ ਜਾ ਕੇ ਗਰੁੱਪ B ਦਾ, ਉਹਦੇ ਵਿੱਚ ਸਿਲੇਬਸ ਸਲਾਈਟਲੀ ਚੇਂਜ ਹੋ ਸਕਦਾ ਹੈ। ਉਹਦੇ ਵਿੱਚ ਜੀਕੇ ਦੀ ਵੇਟੇਜ ਵੱਧ ਸਕਦੀ ਹੈ। ਠੀਕ ਹੈ ਜੀ। ਬਾਕੀ ਐਗਜ਼ੈਕਟ ਕੀ ਹੋਊਗਾ ਉਹ ਤੁਹਾਨੂੰ ਮੈਂ ਪਤਾ ਕਰਕੇ ਦੱਸ ਦੂੰਗਾ। ਥੋੜੀ ਕੋਸ਼ਿਸ਼ ਕਰ ਰਹੇ ਹਾਂ ਪਤਾ ਕਰਨ ਦੀ, ਪਰ ਇੰਨਾ ਕੁ ਖਬਰ ਆਈ ਆ ਵੀ ਜੀਕੇ ਵਾਲਾ ਪੋਰਸ਼ਨ ਦੀ ਵੇਟੇਜ ਵੱਧ ਸਕਦੀ ਹੈ। ਦੂਜਾ ਇਹ ਹੈ ਵੀ ਜਿਹੜਾ ਇਹ ਟਾਈਮ ਹੈਗਾ ਨਾ ਰਾਜੇ, ਇਹ ਆਪਣੇ ਐਸੈਟ ਬਣਾਉਣ ਦਾ ਹੈ। ਐਸੈਟ ਦਾ ਮਤਲਬ ਹੁੰਦਾ ਦੌਲਤ। ਆਪਣੀ ਦੌਲਤ ਇਕੱਠੀ ਕਰੋ। ਕਿਹੜੀ ਦੌਲਤ? ਆਪਣਾ ਗਿਆਨ, ਐਜੂਕੇਸ਼ਨ, ਨੌਲੇਜ ਇਕੱਠੀ ਕਰੋ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਗੁਰਬਾਣੀ 'ਚ ਕਿਹਾ ਕਿ ਵਿਦਿਆ ਵਿਚਾਰੀ ਤਾਂ ਪਰਪਕਾਰੀ। ਠੀਕ ਹੈ। ਇੱਕ ਅਜਿਹੀ ਚੀਜ਼, ਗਿਆਨ ਇੱਕ ਅਜਿਹੀ ਚੀਜ਼ ਹੈ ਜਿਹੜਾ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾਗਾ। ਹੁਣ ਜਿਵੇਂ ਮੰਨ ਲਓ ਕੋਈ ਮੇਰੇ ਨੋਟਸ ਲੀਕ ਕਰ ਸਕਦਾ ਹੈ, ਸਭ ਕੁਝ ਕਰ ਸਕਦਾ ਹੈ, ਪਰ ਮੇਰਾ ਦਿਮਾਗ ਤਾਂ ਨਹੀਂ ਚੋਰੀ ਕਰ ਸਕਦਾ। ਮੇਰੇ ਉੱਪਰ ਜੋ ਬੱਚਿਆਂ ਦਾ ਵਿਸ਼ਵਾਸ ਹੈ ਉਹ ਚੋਰੀ ਨਹੀਂ ਹੋ ਸਕਦਾ। ਠੀਕ ਹੈ ਨਾ। ਤਾਂ ਇਸ ਕਰਕੇ ਆਪਣਾ ਗਿਆਨ ਵਧਾਓ। ਆ ਟਾਈਮ ਹੈਗਾ ਤੁਹਾਡਾ, ਜਿਹੜਾ ਵੀਕ ਸਬਜੈਕਟ ਹੈਗਾ ਉਹਦੇ ਉੱਪਰ ਵਰਕ ਕਰੋ, ਨਾ ਕਿ ਟਾਈਮ ਪਾਸ ਕਰੋ, ਦੋਸਤਾਂ ਮਿੱਤਰਾਂ ਨਾਲ ਘੁੰਮੋ। ਠੀਕ ਹੈ ਨਾ। ਕਈ ਬੱਚੇ ਕਹਿ ਦਿੰਦੇ ਵੀ ਅਸੀਂ 5-5 ਸਾਲ ਹੋ ਗਏ ਤਿਆਰੀ ਕਰਦਿਆਂ ਨੂੰ, ਸਾਨੂੰ ਨੌਕਰੀ ਨਹੀਂ ਮਿਲੀ। ਉਹ ਫਲਾਨਾ 6 ਮਹੀਨੇ 'ਚ ਨੌਕਰੀ ਲੈ ਗਿਆ। ਉਹ ਭਾਈ ਫਲਾਨੇ ਨੇ 6 ਮਹੀਨੇ 'ਚ ਕੀਤਾ ਕੀ ਆ ਇਹ ਦੇਖੋ, ਤੇ ਤੁਸੀਂ 5 ਸਾਲ 'ਚ ਕੀਤਾ ਕੀ ਆ ਇਹ ਦੇਖੋ। ਠੀਕ ਹੈ ਜੀ। ਤਾਂ ਕਿਸੇ ਨਾਲ ਵੀ ਆਪਣੇ ਆਪ ਨੂੰ ਕੰਪੈਰੀਜ਼ਨ ਨਹੀਂ ਕਰਨਾ, ਆਪਣੇ ਉੱਪਰ ਹੀ ਵਰਕ ਕਰਨਾ ਹੈ। ਮੈਂ ਅਕਸਰ ਕਹਿਣਾ ਹੁੰਦਾ, ਆਪਣੇ ਬੰਦਾ ਆਪਣੇ ਆਪ ਦਾ ਹੀ ਸੱਚਾ ਦੋਸਤ ਹੈ ਤੇ ਆਪਣੇ ਆਪ ਦਾ ਹੀ ਸੱਚਾ ਦੁਸ਼ਮਣ ਵੀ ਹੈ। ਠੀਕ ਹੈ ਨਾ। ਤਾਂ ਆਪਣੀਆਂ ਆਦਤਾਂ ਸੁਧਾਰੋ। ਬਾਕੀ ਮੋਟੀਵੇਸ਼ਨ ਦੇ ਉੱਪਰ ਆਪਾਂ ਅਲੱਗ ਗੱਲ ਕਰਾਂਗੇ, ਪਰ ਅੱਜ ਦੀ ਵੀਡੀਓ 'ਚ ਸਿਰਫ ਆਪਾਂ ਪੜ੍ਹਾਈ ਦੀ ਗੱਲ ਕਰਨੀ ਹੈ। ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ, ਤੁਹਾਨੂੰ ਜਰੂਰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਪਿਛਲੀ ਇੱਕ ਵੀਡੀਓ ਦੇ ਵਿੱਚ ਮੇਰੇ ਤੋਂ ਇੱਕ ਕੁਐਸਚਨ ਦਾ ਆਨਸਰ, ਮਤਲਬ ਆਪਸ਼ਨ ਅੱਗੇ ਪਿੱਛੇ ਬੋਲੀ ਗਈ ਹੈ, ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ। ਇਹ ਪੁੱਛਿਆ ਕੀ ਸੀਗਾ ਵੀ ਜਿਹੜੀ ਆਖਰੀ ਮੀਟਿੰਗ ਹੋਈ ਹੈ ਆਪਣੀ, ਜਿਹੜੀ ਕੌਂਸਟੀਚਿਊਂਟ ਅਸੈਂਬਲੀ ਸੀਗੀ, ਤਾਂ ਉਹਦਾ ਆਨਸਰ, ਜਿਹੜਾ ਸਹੀ ਆਨਸਰ ਬਣਦਾ ਬੇਟਾ, ਉਹ 24 ਜਨਵਰੀ, ਠੀਕ ਹੈ ਜੀ, 1950 ਬਣਦਾ ਹੈ। ਤੇ ਮੈਨੂੰ ਲੱਗਦਾ ਵੀ ਮੈਂ ਸ਼ਾਇਦ 26 ਨਵੰਬਰ 1949 ਬੋਲ ਗਿਆ ਸੀਗਾ। ਜੇ ਉਹ ਤੁਸੀਂ ਗਲਤ ਪੜ੍ਹਿਆ ਤਾਂ ਕਿਰਪਾ ਕਰਕੇ ਦਰੁਸਤ ਕਰ ਲਿਓ। 24 ਜਨਵਰੀ 1950 ਉਹਦਾ ਸਹੀ ਆਨਸਰ ਆਊਗਾ। 9 ਦਸੰਬਰ 1946 ਨੂੰ ਪਹਿਲੀ ਮੀਟਿੰਗ ਹੋਈ ਸੀਗੀ। ਠੀਕ ਹੈ ਜੀ। ਤਾਂ ਪਿਛਲੀ ਵਾਰੀ ਮੈਂ ਦੱਸਿਆ ਸੀ ਵੀ ਕਿੰਨੇ ਸੈਸ਼ਨ ਹੋਏ ਸੀ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ ਵੀ ਪਿਛਲੀ ਵਾਰੀ ਮੈਂ ਦੱਸਿਆ ਸੀ ਵੀ ਜਿਹੜੀ ਸੰਵਿਧਾਨਿਕ ਅਸੈਂਬਲੀ ਬਣੀ ਸੀ 1946 ਦੇ ਵਿੱਚ, ਠੀਕ ਹੈ ਜੀ, ਉਹਦੇ ਵਿੱਚ ਕਿੰਨੇ ਸੈਸ਼ਨ ਹੋਏ ਸੀਗੇ। ਚਲੋ ਜੀ, ਅੱਜ ਦੀ ਗੱਲ ਕਰਦੇ ਆ। ਅੱਜ ਵਾਲੇ ਪ੍ਰਸ਼ਨ ਵੀ ਬਹੁਤ ਮਹੱਤਵਪੂਰਨ ਰਹਿਣਗੇ। ਠੀਕ ਹੈ। ਤਾਂ ਕਾਫੀ ਕੁਝ ਤੁਹਾਨੂੰ ਮੈਂ ਨਵਾਂ ਚੀਜ਼ ਦੱਸ ਕੇ ਜਾਊਂਗਾ। ਹੋ ਸਕਦਾ ਤੁਸੀਂ ਅੱਜ ਤੋਂ ਪਹਿਲਾਂ ਕਾਫੀ ਵਾਰੀ ਪੋਲਿਟੀ ਪੜ੍ਹੀ ਹੋਊਗੀ, ਪਰ ਪੜ੍ਹਨ ਦਾ ਢੰਗ ਥੋੜਾ ਜਿਹਾ ਚੇਂਜ ਕਰਨਾ ਪਊਗਾ ਆਪਾਂ ਨੂੰ। ਉਹ ਕਿਵੇਂ ਕਰਨਾ ਉਹ ਦੱਸਦਾ ਮੈਂ। ਆਹ ਕੁਐਸਚਨ ਤੁਹਾਨੂੰ ਮੈਂ ਪੁੱਛਿਆ ਸੀ ਵੀ ਇਹਨਾਂ ਵਿੱਚੋਂ ਕਿਹੜਾ ਕਰੈਕਟਲੀ ਮੈਚ ਨਹੀਂ ਕਰਦਾ। ਮੈਂ ਆਪਣੀਆਂ ਜਿਹੜੀਆਂ, ਠੀਕ ਹੈ ਜੀ, 4 ਜਾਂ 5 ਰਿਟ ਹੈਗੀਆਂ ਨੇ, ਰਿਟਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਆਪਾਂ ਨੂੰ। ਠੀਕ ਹੈ। ਤਾਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਵੇ ਜਿਹੜਾ ਸ਼ਬਦ ਰਿਟ ਹੈਗਾ, ਰਿਟ ਸ਼ਬਦ ਲਿਆ ਕਿੱਥੋਂ ਗਿਆ। ਰਿਟ ਸ਼ਬਦ ਜਿਹੜਾ ਆਇਆ ਰਾਜੇ, ਇਹ ਲਤੀਨੀ ਭਾਸ਼ਾ ਤੋਂ ਆਇਆ, ਜਿਹਨੂੰ ਆਪਾਂ ਲੈਟਿਨ, ਠੀਕ ਹੈ ਜੀ, ਲੈਂਗੁਏਜ ਕਹਿ ਦਿੰਦੇ ਆ। ਇੱਕ ਲੈਟਿਨ ਵਰਡ ਹੈ। ਰਿਟ ਦਾ ਮਤਲਬ ਹੁੰਦਾ ਵੀ ਆਪਾਂ ਕਿਸੇ ਨੂੰ ਕੋਈ ਆਰਡਰ ਜਾਰੀ ਕਰਦੇ ਆ, ਕੋਈ ਕਮਾਂਡ ਦੇ ਰਹੇ ਹੁੰਨੇ ਆ। ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਿਦਾ ਵੀ ਤੁਹਾਡਾ ਕੱਲ ਟੈਸਟ ਹੈ, ਤਾਂ ਮੈਂ ਤੁਹਾਨੂੰ ਰਿਟ ਜਾਰੀ ਕਰਤੀ। ਠੀਕ ਹੈ ਜੀ। ਮੈਂ ਤੁਹਾਨੂੰ ਕਹਿਤਾ ਭਾਈ ਤੁਹਾਡਾ ਕੱਲ ਟੈਸਟ ਹੋਊਗਾ। ਤਾਂ ਇਹਦੇ ਵਿੱਚ ਰਿਟ ਦਾ ਮਤਲਬ ਪੰਜਾਬੀ 'ਚ ਸਮਝੋ ਵੀ ਕਿਸੇ ਨੂੰ ਆਰਡਰ ਕਰਨਾ, ਕਿਸੇ ਤੇ ਰੋਹਬ ਮਾਰਨਾ। ਠੀਕ ਹੈ ਜੀ। ਰੋਹਬ ਝਾੜਨਾ, ਬਸ ਐਂ ਕਹਿ ਲਓ। ਠੀਕ ਹੈ ਜੀ। ਤਾਂ ਚਲੋ ਆਪਾਂ ਹੁਣ ਇਹਨਾਂ 4-5 ਬਾਰੇ ਆਪਾਂ ਗੱਲ ਕਰਾਂਗੇ। ਇਹਦਾ ਜਿਹੜਾ ਰਾਈਟ ਆਨਸਰ ਬਣਦਾ ਰਾਜੇ C ਬਣਦਾ। ਉਹਨਾਂ ਨੇ ਨਾਟ ਕਰੈਕਟ ਪੁੱਛਿਆ ਸੀ ਵੀ ਕਿਹੜਾ ਕਰੈਕਟਲੀ ਮੈਚ ਨਹੀਂ ਹੋ ਰਿਹਾ। ਤਾਂ ਇਹਦੇ ਵਿੱਚ ਕੀ ਹੈ ਜੀ, ਆਪਣਾ C ਆਪਸ਼ਨ ਜਿਹੜੀ ਹੈਗੀ ਹੈ ਨਾ, ਪ੍ਰੋਬੇਸ਼ਨ ਟੂ ਬੀ ਸਰਟੀਫਾਈਡ, ਇਹ ਗਲਤ ਹੈ। ਇਹ ਸਹੀ ਮੈਚ ਨਹੀਂ ਹੋ ਰਿਹਾ। ਇਹਦਾ ਮੈਂ ਦੱਸਦਾ ਕੀ ਚੱਕਰ ਹੈ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਹੈਬਸ ਕਰੋਪਸ। ਹੈਬਸ ਕਰੋਪਸ ਜਿਹੜੀ ਹੈਗੀ ਹੈ, ਇਹ ਆਪਣੇ ਇੰਡੀਆ 'ਚ ਬਹੁਤ ਚੱਲਦੀ ਹੈ ਰਿਟ। ਤੁਹਾਨੂੰ ਪਤਾ ਵੀ ਇੱਥੇ ਅਕਸਰ ਆਪਾਂ ਸੁਣਦੇ ਹਾਂ ਵੀ ਪੁਲਿਸ ਨੇ ਬਹੁਤ ਧੱਕਾ ਕੀਤਾ। ਹੁਣ ਉਹ ਵੱਖਰੀ ਗੱਲ ਹੈ ਵੀ ਪੰਜਾਬ ਪੁਲਿਸ ਆਪਣੀ ਵਿਚਾਰੀ ਉਹੀ ਬਦਨਾਮ ਹੈ। ਸਾਰੇ ਇਲਾਕਿਆਂ ਦੀ ਪੁਲਿਸ ਦੇਖੋਗੇ ਤਾਂ ਲਗਭਗ ਸਿਸਟਮ ਆਪਣੇ ਥੋੜਾ ਜਿਹਾ ਗੜਬੜੀ ਹੈ ਆਪਣੇ ਦੇਸ਼ ਦੇ ਵਿੱਚ ਪੁਲਿਸ ਦਾ। ਤਾਂ ਹੈਬਸ ਕਰੋਪਸ ਦਾ ਮਤਲਬ ਹੁੰਦਾ ਵੀ ਮੰਨ ਲਓ ਬਿਨਾਂ ਕਿਸੇ ਵਾਰੰਟ ਦੇ, ਜਾਂ ਚਾਹੇ ਵਾਰੰਟ ਵੀ ਹੋਵੇ, ਤੁਹਾਨੂੰ ਕੋਈ ਪੁਲਿਸ ਚੱਕ ਕੇ ਲੈ ਜਾਂਦੀ ਹੈ। ਰੱਬ ਨਾ ਕਰੇ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ। 24 ਆਵਰ ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਜੇ ਨਹੀਂ ਪੇਸ਼ ਕਰ ਰਹੀ ਤਾਂ ਤੁਹਾਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਹੋ ਸਕਦਾ ਪੁਲਿਸ ਨੇ ਕੋਈ ਝੂਠਾ ਮੁਕਾਬਲਾ ਤਾਂ ਨਹੀਂ ਬਣਾਤਾ, ਸਾਡਾ ਬੰਦਾ ਤਾਂ ਨਹੀਂ ਇੱਥੇ ਦੁਨੀਆ ਤੋਂ ਰਫਾ ਦਫਾ ਕਰਤਾ। ਤਾਂ ਜਿਵੇਂ ਤੁਹਾਨੂੰ ਮੈਂ ਪਿਛਲੀ ਵਾਰ ਦੱਸਿਆ ਸੀ, ਭਾਈ ਅਮਰਿਤਪਾਲ ਸਿੰਘ ਦਾ ਕੇਸ ਸੀਗਾ। ਜਦੋਂ ਭਾਈ ਅਮਰਿਤਪਾਲ ਸਿੰਘ ਨੂੰ ਫੜਨ ਵਾਸਤੇ ਪੁਲਿਸ ਨੇ ਕਹਿਤਾ ਸੀ ਵੀ ਅਸੀਂ ਫੜਨ ਵਾਸਤੇ ਗਏ ਸੀ, ਉਹ ਸਾਨੂੰ ਮਿਲੇ ਨਹੀਂ, ਗੱਡੀ ਭਜਾ ਕੇ ਲੰਘ ਗਏ ਆ। ਪਰਿਵਾਰ ਕਹਿ ਰਿਹਾ ਸੀ ਵੀ ਸਾਡਾ ਜਿਹੜਾ ਬੰਦਾ ਹੈਗਾ ਉਹ ਪੁਲਿਸ ਕੋਲੇ ਹੈ।
ਤਾਂ ਉਦੋਂ ਉਹਨਾਂ ਦੇ ਵਕੀਲ ਜਿਹੜੇ ਸੀਗੇ ਉਹਨਾਂ ਨੇ ਹੈਬਸ ਕਾਰਪਸ ਪਾਈ ਸੀ। ਹੈਬਸ ਕਾਰਪਸ ਆਪਾਂ ਸੁਪਰੀਮ ਕੋਰਟ 'ਚ ਵੀ ਪਾ ਸਕਦੇ ਹਾਂ, ਹਾਈ ਕੋਰਟ 'ਚ ਵੀ ਪਾ ਸਕਦੇ ਹਾਂ, ਠੀਕ ਹੈ ਜੀ। ਤਾਂ ਇਹਨਾਂ ਨੇ ਹੈਬਸ ਕਾਰਪਸ ਦਾ ਮਤਲਬ ਹੁੰਦਾ ਟੂ ਹੈਵ ਦਾ ਬੋਡੀ, ਭਾਈ ਜਿਹੜਾ ਬੰਦਾ ਫੜਿਆ ਉਹਨੂੰ ਪੇਸ਼ ਕਰੋ, ਭਾਈ ਕਿੱਥੇ ਆ ਉਹ, ਠੀਕ ਹੈ ਜੀ। ਤਾਂ ਇਹਨੂੰ ਕਹਿ ਦਿੰਦੇ ਆ ਹੈਬਸ ਕਾਰਪਸ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ, ਮੀਨਿੰਗ ਪਤਾ ਹੋਣਾ ਚਾਹੀਦਾ, ਬਾਕੀ ਅੰਗਰੇਜ਼ੀ ਪੰਜਾਬੀ 'ਚ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ। ਅੱਗੇ ਚੱਲਦੇ ਹਾਂ ਜੀ। ਅਗਲੀ ਆ ਗਈ ਜੀ ਆਪਣੀ ਮੈਂਡਾਮਸ, ਠੀਕ ਹੈ ਜੀ। ਮੈਂਡਾਮਸ ਦਾ ਮਤਲਬ ਕੀ ਹੈਗਾ, ਟੂ ਕਮਾਂਡ, ਮਤਲਬ ਹੁਕਮ ਦੇ ਰਹੇ ਆ ਆਪਾਂ ਕਿਸੇ ਨੂੰ। ਮੈਂਡਾਮਸ ਦਾ ਮਤਲਬ ਕੀ ਹੈਗਾ ਵੀ ਆਪਾਂ ਹੁਕਮ ਦੇ ਰਹੇ ਆ, ਠੀਕ ਹੈ। ਇਹ ਬੇਸਿਕਲੀ ਜਿਹੜੀ ਕਮਾਂਡ ਹੁੰਦੀ ਆ ਨਾ, ਇਹ ਜਿਹੜਾ ਬੰਦਾ ਮਤਲਬ ਕੋਈ ਡਿਊਟੀ ਕਰ ਰਿਹਾ ਹੁੰਦਾ, ਪਬਲਿਕ ਡਿਊਟੀ, ਉਹਦੇ ਵਿੱਚ ਪ੍ਰੈਜ਼ੀਡੈਂਟ ਨੂੰ ਛੱਡ ਕੇ, ਗਵਰਨਰ ਨੂੰ ਛੱਡ ਕੇ। ਪਬਲਿਕ ਡਿਊਟੀ ਦਾ ਮਤਲਬ ਮੰਨ ਲਓ ਮੈਂ ਕਿਸੇ ਸਕੂਲ ਦਾ ਹੈਡਮਾਸਟਰ ਆ, ਜਾਂ ਮੰਨ ਲਓ ਮੈਂ ਕਿਸੇ ਪਿੰਡ ਦਾ ਸਰਪੰਚ ਆ, ਤਾਂ ਮੰਨ ਲਓ ਮੈਂ ਪਿੰਡ ਦੀ ਭਲਾਈ ਵਾਸਤੇ ਕੰਮ ਨਹੀਂ ਕਰ ਰਿਹਾ, ਮੇਰੇ ਕੋਲ ਗ੍ਰਾਂਟ ਆ ਗਈ, ਉਹ ਮੈਂ ਗ੍ਰਾਂਟ ਲਾ ਨਹੀਂ ਰਿਹਾ, ਠੀਕ ਹੈ। ਤੁਸੀਂ ਮੇਰੇ ਵਿਰੁੱਧ ਮੈਂਡਾਮਸ ਜਾਰੀ ਕਰਵਾ ਸਕਦੇ ਹੋ, ਭਾਈ ਜਿਹੜਾ ਇਹ ਬੰਦਾ ਹੈਗਾ ਇਹ ਆਪਣਾ ਕੰਮ ਨਹੀਂ ਕਰ ਰਿਹਾ, ਜੋ ਇਹਦੀ ਡਿਊਟੀ ਹੈਗੀ ਹੈ ਨਹੀਂ ਨਿਭਾ ਰਿਹਾ। ਜਾਂ ਮੰਨ ਲਓ ਕੋਈ ਤੁਹਾਨੂੰ ਮੰਨ ਲਓ ਲੱਗਦਾ ਵੀ ਸਕੂਲ ਦਾ ਪ੍ਰਿੰਸੀਪਲ ਹੈ, ਉਹ ਟਾਈਮ ਤੇ ਆਉਂਦਾ ਹੀ ਨਹੀਂ, 2-2 ਮਹੀਨੇ ਸਕੂਲ ਵੜਦਾ ਹੀ ਨਹੀਂਗਾ, ਤੁਸੀਂ ਮੈਂਡਾਮਸ ਜਾਰੀ ਕਰਵਾ ਸਕਦੇ ਹੋ। ਹੁਣ ਪ੍ਰੈਜ਼ੀਡੈਂਟ ਤੇ ਗਵਰਨਰ ਤੇ ਇਹ ਨਹੀਂ ਲੱਗਦੀ, ਉਹਦਾ ਕਾਰਨ ਕੀ ਹੈ, ਜਿਹੜਾ ਪ੍ਰੈਜ਼ੀਡੈਂਟ ਹੈ ਜਾਂ ਗਵਰਨਰ ਹੈਗੇ ਨੇ ਇਹ ਇੱਕ ਉੱਚ ਪੋਸਟਾਂ ਨੇ, ਠੀਕ ਹੈ। ਆਪਾਂ ਇਹਨਾਂ ਨੂੰ ਸਵਾਲ ਨਹੀਂ ਕਰ ਸਕਦੇ, ਠੀਕ ਹੈ। ਤੁਹਾਨੂੰ ਇਹ ਵੀ ਪਤਾ ਹੋਊਗਾ ਜੇ ਤੁਸੀਂ ਬਹੁਤ ਧਿਆਨ ਨਾਲ ਪੋਲਿਟੀ ਪੜ੍ਹੀ ਹੈ, ਵੀ ਜਦੋਂ ਇਹ ਆਪਣੀ ਪੋਸਟ ਤੇ ਹੁੰਦੇ ਆ ਤਾਂ ਆਪਾਂ ਇਹਨਾਂ ਦੇ ਵਿਰੁੱਧ ਕੋਈ ਮੁਕੱਦਮਾ ਨਹੀਂ ਜਾਰੀ ਕਰਵਾ ਸਕਦੇ, ਕੋਈ ਮੁਕੱਦਮਾ ਨਹੀਂ ਚੱਲ ਸਕਦਾ, ਅਦਾਲਤ 'ਚ ਇਹਨਾਂ ਨੂੰ ਪੇਸ਼ ਹੋਣ ਵਾਸਤੇ ਅਦਾਲਤ ਨਹੀਂ ਕੋਈ ਹੁਕਮ ਜਾਰੀ ਕਰ ਸਕਦੀ। ਤਾਂ ਇਸੇ ਕਰਕੇ ਜਿਹੜੀ ਮੈਂਡਾਮਸ ਹੈਗੀ ਆ ਇਹ 2 ਪੋਸਟਾਂ ਦੇ ਉੱਪਰ ਨਹੀਂ ਜਾਂਦੀ, ਇੱਕ ਰਾਸ਼ਟਰਪਤੀ ਤੇ ਇੱਕ ਗਵਰਨਰ ਦੇ ਉੱਪਰ, ਠੀਕ ਹੈ ਜੀ। ਤਾਂ ਮੈਂਡਾਮਸ ਦਾ ਪਤਾ ਚੱਲ ਗਿਆ ਵੀ ਜਿਹੜਾ ਬੰਦਾ ਮੰਨ ਲਓ ਉਹਨੂੰ ਕੋਈ ਪੋਸਟ ਮਿਲੀ ਹੋਈ ਹੈ ਤਾਂ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ, ਤਾਂ ਆਪਾਂ ਇਹ ਜਿਹੜੀ ਰਿਟ ਹੈਗੀ ਆ ਇਹ ਜਾਰੀ ਕਰਵਾ ਸਕਦੇ ਹਾਂ, ਇਹਨੂੰ ਕਹਿ ਦਿੰਦੇ ਆ ਮੈਂਡਾਮਸ। ਅਗਲੀ ਰਿਟ ਆ ਗਈ ਜੀ ਕਿਊ ਵਾਰੰਟੋ। ਕਿਊ ਵਾਰੰਟੋ ਦੇਖੋ ਪੰਜਾਬੀ 'ਚ ਆਪਾਂ ਕਹਿ ਦਿੰਦੇ ਆ ਫਲਾਣੇ ਦੇ ਵਾਰੰਟ ਕੱਢਤੇ, ਠੀਕ ਹੈ। ਕਹਿ ਦਿੰਦੇ ਨਾ ਆਪਾਂ, ਵਾਰੰਟ ਕੱਢਣ ਦਾ ਮਤਲਬ ਕੀ ਹੁੰਦਾ, ਉਹਦੇ ਫੱਟੇ ਚੱਕਤੇ, ਠੀਕ ਹੈ ਜੀ। ਤਾਂ ਇਹਦਾ ਮਤਲਬ ਹੁੰਦਾ ਕਹਿੰਦਾ ਬਾਏ ਵਟ ਅਥਾਰਟੀ। ਹੁਣ ਮੰਨ ਲਓ ਆਪਾਂ ਕਹਿਤਾ ਆਪਣੇ ਘਰ ਦੇ ਵਿੱਚ ਮੰਨ ਲਓ ਕੋਈ ਓਪਰਾ ਬੰਦਾ ਵੜ ਗਿਆ, ਠੀਕ ਹੈ, ਜਿਹੜਾ ਆਪਣੀ ਜਾਣ ਪਛਾਣ ਦਾ ਨਹੀਂ ਸੀਗਾ, ਆਪਾਂ ਕਹਿੰਦੇ ਭਾਈ ਕਿਹਨੂੰ ਪੁੱਛ ਕੇ ਵੜਿਆ, ਲੱਤਾਂ ਭੰਨ ਦਾਂਗੇ ਤੇਰੀਆਂ, ਠੀਕ ਹੈ। ਤਾਂ ਕਿਊ ਵਾਰੰਟੋ ਦਾ ਮਤਲਬ ਹੈਗਾ ਭਾਈ ਬਾਏ ਵਟ ਅਥਾਰਟੀ, ਤਾਂ ਇੱਕ ਆਰਡਰ ਜਾਰੀ ਕਰਦਾ ਹੈ, ਠੀਕ ਹੈ ਜੀ। ਆਰਡਰ ਜਾਰੀ ਕੀ ਕਰਦੇ ਆ ਇਹਦਾ, ਹੁਣ ਜਿਵੇਂ ਮੰਨ ਲਓ ਤੁਹਾਨੂੰ ਮੈਂ ਇਹਦੀ ਬੈਸਟ ਐਗਜ਼ਾਮਪਲ ਦਿੰਦਾ ਹੈ। ਮੰਨ ਲਓ ਕੋਈ ਸਰਕਾਰੀ ਪੋਸਟ ਵਾਸਤੇ ਪੇਪਰ ਹੋਇਆ, ਕੋਈ ਬੰਦਾ ਤੁਹਾਨੂੰ ਪਤਾ ਲੱਗਦਾ ਵੀ ਪੇਪਰ ਦਿੱਤੇ ਬਿਨਾਂ ਨਾ ਉਹਨੇ ਜਾਲੀ ਇਹ ਸੀਟ ਲੈ ਲਈ, ਠੀਕ ਹੈ ਜੀ। ਜਾਲੀ ਸੀਟ ਲੈ ਲਈ, ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਉਹਦੇ ਵਿਰੁੱਧ ਕਿਊ ਵਾਰੰਟੋ ਜਾਰੀ ਕਰਵਾਤੀ ਵੀ ਭਾਈ ਜਿਹੜਾ ਇਹ ਬੰਦਾ ਹੈਗਾ ਇਹ ਰਿਸ਼ਵਤਖੋਰੀ ਦੇ ਥਰੂ ਕੀ ਇਹ ਭਰਤੀ ਹੋਇਆ, ਠੀਕ ਹੈ। ਤਾਂ ਕੋਰਟ ਫਿਰ ਕਹਿੰਦੇ, ਕੋਰਟ ਦੇ ਵਿੱਚ ਕਿਊ ਵਾਰੰਟੋ ਜਾਰੀ ਕੀਤੀ ਜਾਂਦੀ ਹੈ, ਭਾਈ ਵੀ ਤੇਰੇ ਵਾਰੰਟ ਕੱਢਤੇ, ਭਾਈ ਤੂੰ ਕਿਹਨੂੰ ਪੁੱਛ ਕੇ ਲੱਗਿਆ, ਤੂੰ ਕਿਹੜੇ ਪੇਪਰ ਦਿੱਤਾ ਹੈ, ਤੂੰ ਕਦੋਂ ਇੰਟਰਵਿਊ ਦਿੱਤੀ ਹੈ, ਤੂੰ ਕਦੋਂ ਫਿਜ਼ੀਕਲ ਦਿੱਤਾ ਹੈ, ਠੀਕ ਹੈ ਨਾ। ਤਾਂ ਇਹਨੂੰ ਕਹਿ ਦਿੰਦੇ ਆ ਜੀ ਬਾਈ ਵਟ ਅਥਾਰਟੀ, ਠੀਕ ਹੈ ਜੀ। ਮੰਨ ਲਓ ਕਿਸੇ ਬੰਦਾ, ਜਿਵੇਂ ਹੁਣ ਪਿੱਛੇ ਨਾਇਬ ਤਹਿਸੀਲਦਾਰ ਦੇ ਵਿੱਚ ਘਪਲਾ ਹੋਇਆ ਸੀ, ਪੇਪਰ ਕੈਂਸਲ ਹੋ ਗਿਆ, ਚਲੋ ਇੱਕ ਵੈਸੇ ਮੈਂ ਉਹਨੂੰ ਕੋਰਿਲੇਟ ਕਰਕੇ ਦੱਸ ਰਿਹਾ ਐਗਜ਼ੈਕਟਲੀ ਕੀ ਹੁੰਦਾ ਹੈ ਕਿ ਮੰਨ ਲਓ ਕੋਈ ਬੰਦਾ ਕਿਸੇ ਪੋਸਟ ਨੂੰ ਹੋਲਡ ਕਰਕੇ ਬੈਠਾ ਹੋਇਆ ਪਰ ਉਹ ਉਸਦੇ ਲਾਇਕ ਨਹੀਂ ਹੈਗਾ, ਠੀਕ ਹੈ। ਜਾਂ ਇਹ ਕਹਿ ਲਓ ਵੀ ਉਹਨੇ ਉਹਦੇ ਉੱਥੇ ਪੋਸਟ ਤੱਕ ਆਉਣ ਵਾਸਤੇ ਸਹੀ ਰਸਤਾ ਨਹੀਂ ਅਪਣਾਇਆ, ਤਾਂ ਉਹਦੇ ਵਿਰੁੱਧ ਕਿਊ ਵਾਰੰਟੋ ਜਾਰੀ ਹੋ ਜਾਊਗੀ ਤੇ ਫਿਰ ਉਹਨੂੰ ਡਿਸਮਿਸ ਕਰ ਦਿੱਤਾ ਜਾਊਗਾ, ਉਤੋਂ ਪੋਸਟ ਖੋਹ ਲਈ ਜਾਊਗੀ, ਠੀਕ ਹੈ। ਮਤਲਬ ਕਿ ਉਹ ਉਸ ਅਹੁਦੇ ਦਾ ਹੱਕਦਾਰ ਨਹੀਂ ਹੋਊਗਾ, ਇਹਨੂੰ ਕਹਿ ਦਿੰਦੇ ਆ ਕਿਊ ਵਾਰੰਟੋ। ਅਗਲੀ ਜਿਹੜੀ ਆਪਾਂ ਤੁਹਾਨੂੰ ਮੈਂ ਆਪਾਂ ਮੈਚ ਕੀਤੀ ਸੀਗੀ, ਉੱਤੇ ਇਨਕਰੈਕਟਲੀ ਮੈਚ ਹੋਈ ਸੀ, ਇਹ ਹੈਗੀ ਆ ਜੀ ਪ੍ਰੋਬੇਸ਼ਨ। ਪ੍ਰੋਬੇਸ਼ਨ ਦਾ ਮਤਲਬ ਹੁੰਦਾ ਮਨਾਹੀ, ਕਿਸੇ ਚੀਜ਼ ਤੋਂ ਰੋਕਣਾ, ਟੂ ਫੋਰਬਿਡ। ਇਹਦਾ ਮਤਲਬ ਕੀ ਹੁੰਦਾ ਹੈ, ਹੁਣ ਜਿਹੜੀਆਂ ਲਾਸਟ 2 ਜਿਹੜੀਆਂ ਮੈਂ ਪੜਾਉਂਗਾ ਤੁਹਾਨੂੰ, ਠੀਕ ਹੈ ਜੀ, ਪ੍ਰੋਬੇਸ਼ਨ ਤੇ ਸਟਿਓਰੀ, ਇਹ ਕੀ ਹੈ, ਦੋਨੇ ਜਿਹੜੀਆਂ ਹੈਗੀਆਂ ਨੇ ਇਹ ਕੋਰਟ ਦੇ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਇਹ ਰਿਟਾਂ ਹੈਗੀਆਂ। ਪ੍ਰੋਬੇਸ਼ਨ ਦੇ ਵਿੱਚ ਮਤਲਬ ਹੁੰਦਾ ਮਨਾਹੀ, ਇਹਦੇ ਵਿੱਚ ਕੀ ਹੁੰਦਾ ਵੀ ਜਿਹੜੀ ਲੋਅਰ ਕੋਰਟ ਹੁੰਦੀ ਹੈ ਨਾ, ਸੌਰੀ ਜਿਹੜੀ ਹਾਇਰ ਕੋਰਟ ਹੁੰਦੀ ਹੈ, ਉਹ ਲੋਅਰ ਕੋਰਟ ਨੂੰ ਇੱਕ ਕੀ ਜਾਰੀ ਕਰਦੀ ਹੈ, ਰਿਟ ਜਾਰੀ ਕਰਦੀ ਹੈ। ਕਾਹਦੇ ਵਾਸਤੇ, ਕਿ ਮੰਨ ਲਓ ਵੀ ਜਿਵੇਂ ਹੁਣ ਮੰਨ ਲਓ ਮੈਨੂੰ ਪਾਵਰ ਹੈ, ਹੁਣ ਮੈਨੂੰ ਮੇਰੇ ਘਰਦਿਆਂ ਨੇ ਪਾਵਰ ਦੇਤੀ, ਭਾਈ ਤੂੰ ਵੱਧ ਤੋਂ ਵੱਧ 10,000 ਰੁਪਏ ਖਰਚ ਸਕਦਾ, ਬਾਕੀ ਤੈਨੂੰ ਖਰਚਾ ਹੋਰ ਨਹੀਂ ਮਿਲੂਗਾ, ਵੀ 10,000 ਰੁਪਏ ਤੇਰਾ ਖਰਚਾ, ਤੇਰੇ ਕੋਲ ਲਿਮਿਟ ਕੀ ਹੈ 10,000 ਰੁਪਈਆ। ਤੇ ਮੰਨ ਲਓ ਮੈਂ 15,000 ਡਾਉਣ ਲੱਗ ਗਿਆ, ਮੈਂ 30,000 ਡਾਉਣ ਲੱਗ ਗਿਆ, ਤਾਂ ਮੇਰਾ ਬਾਪੂ ਕੀ ਕਹੂਗਾ, ਲਾਣੇਦਾਰ ਪ੍ਰੋਬੇਸ਼ਨ ਜਾਰੀ ਕਰ ਦੂਗਾ ਮੇਰੇ ਵਿਰੁੱਧ, ਭਾਈ ਤੂੰ ਤਾਂ ਆਪਣੀ ਔਕਾਤ ਤੋਂ ਬਾਹਰ ਜਾ ਰਿਹਾ, ਤਾਂ ਚਾਦਰ ਦੇਖ ਕੇ ਪੈਰ ਪਸਾਰੋ। ਤਾਂ ਮੰਨ ਲਓ ਵੀ ਹਾਈ ਕੋਰਟ ਹੈ, ਹਾਈ ਕੋਰਟ ਨੂੰ ਮਤਲਬ ਇੰਨਾ ਕੁ ਅਧਿਕਾਰ ਹੈ ਵੀ ਉਹ ਇੰਨੇ ਖੇਤਰ ਦੇ ਵਿੱਚ ਆਪਣਾ ਫੈਸਲਾ ਸੁਣਾ ਸਕਦੀ ਹੈ, ਪਰ ਜੇ ਉਹ ਹਾਈ ਕੋਰਟ ਸੁਪਰੀਮ ਕੋਰਟ ਦੇ ਫੈਸਲੇ ਕਰਨੇ ਸ਼ੁਰੂ ਕਰ ਦੇਵੇ ਤਾਂ ਫਿਰ ਸੁਪਰੀਮ ਕੋਰਟ ਦੀ ਵੈਲਿਊ ਕੀ ਰਹਿ ਜਾਊਗੀ। ਤਾਂ ਸੁਪਰੀਮ ਕੋਰਟ ਫਿਰ ਉੱਥੇ ਰਿਟ ਜਾਰੀ ਕਰ ਸਕਦਾ ਹਾਈ ਕੋਰਟ ਨੂੰ, ਭਾਈ ਆਪਣੀ ਔਕਾਤ 'ਚ ਰਹੋ, ਆਪਣੀ ਲਿਮਿਟ 'ਚ ਕੰਮ ਕਰੋ, ਠੀਕ ਹੈ ਜੀ। ਜਦੋਂ ਕੋਈ ਬੰਦਾ ਆਪਣੀ ਔਕਾਤ ਭੁੱਲ ਕੇ, ਆਪਣੀ ਲਿਮਿਟ ਭੁੱਲ ਕੇ ਕੰਮ ਕਰਨ ਲੱਗ ਜਾਂਦਾ ਹੈ, ਉਹਨੂੰ ਕਹਿ ਦਿੰਦੇ ਆ ਪ੍ਰੋਬੇਸ਼ਨ, ਠੀਕ ਹੈ ਜੀ। ਉਹ ਇਹ ਅਦਾਲਤ ਹੀ ਕਰਦੀ ਹੈ, ਹੋ ਸਕਦਾ ਕੋਈ ਹਾਈ ਕੋਰਟ ਡਿਸਟ੍ਰਿਕਟ ਕੋਰਟ ਨੂੰ ਕਰ ਦੇਵੇ, ਡਿਸਟ੍ਰਿਕਟ ਕੋਰਟ ਹੇਠਲੀ ਅਦਾਲਤ ਨੂੰ ਕਰ ਸਕਦਾ, ਯਾਨੀ ਕਿ ਹਾਇਰ ਕੋਰਟ ਟੂ ਲੋਅਰ ਕੋਰਟ ਦੇ ਵਿੱਚ ਇਹ ਆਪਣੀ ਰਿਟ ਜਾਰੀ ਹੁੰਦੀ ਹੈ।
ओके है जी, आई होप तुहानू समझ लग गया होगा। लास्ट हैगी आ जी सर्ट्योरी। सर्ट्योरी का मतलब हुंदा टू सर्टिफाई। ਇਹਦਾ ਕੀ ਮਤਲਬ ਹੈਗਾ, ਇਹ ਵੀ ਕੀ ਕਰਦੀ ਜਿਹੜੀ ਹਾਇਰ ਕੋਰਟ ਹੈਗੀ ਆ ਲੋਅਰ ਕੋਰਟ ਨੂੰ ਕਰਦੀ ਹੈ। ਮੰਨ ਲਓ ਕੋਈ ਫੈਸਲਾ ਜਿਹੜਾ ਹੈਗਾ ਸਿਰਫ ਸੁਪਰੀਮ ਕੋਰਟ ਸੁਣਾਇਆ ਜਾ ਸਕਦਾ ਹੈ, ਪਰ ਉਹ ਕੇਸ ਕਿੱਥੇ ਲੱਗ ਗਿਆ, ਹਾਈ ਕੋਰਟ 'ਚ ਲੱਗ ਗਿਆ। ਮੰਨ ਲਓ ਚਾਹੇ ਹਾਈ ਕੋਰਟ 'ਚ ਕੇਸ ਲੱਗ ਗਿਆ, ਚਾਹੇ ਹਾਈ ਕੋਰਟ ਨੇ ਫੈਸਲਾ ਵੀ ਦੇਤਾ, ਤਾਂ ਵੀ ਜਿਹੜੀ ਸੁਪਰੀਮ ਕੋਰਟ ਹੈਗੀ ਹੈ ਉਹਨੂੰ ਕੀ ਕਰ ਸਕਦੀ ਹੈ, ਰੱਦ ਕਰ ਸਕਦੀ ਹੈ। ਉਹ ਕੇਸ ਨੂੰ ਕੀ ਕਰ ਸਕਦੀ ਹੈ, ਟ੍ਰਾਂਸਫਰ ਕਰਵਾ ਸਕਦੀ ਹੈ ਆਪਣੇ ਕੋਲੇ। ਠੀਕ ਹੈ ਜੀ, ਕਹਿਣ ਦਾ ਮਤਲਬ ਕੀ ਹੈਗਾ ਵੀ ਮੰਨ ਲਓ ਕਿਸੇ ਕੇਸ ਦੇ ਵਿੱਚ ਕੋਈ ਫੈਸਲਾ ਸੁਣਾਤਾ ਵੀ ਕਿਸੇ ਦੀ ਸਜ਼ਾ ਮਾਫ ਕਰਤੀ ਮੰਨ ਲਓ ਹਾਈ ਕੋਰਟ ਨੇ, ਤਾਂ ਸੁਪਰੀਮ ਕੋਰਟ ਕਹੂਗੀ ਭਾਈ ਇਹ ਤੇਰਾ ਹੱਕ ਹੀ ਨਹੀਂ ਹੈਗਾ, ਤੂੰ ਤਾਂ ਕਿਸੇ ਦੀ ਸਜ਼ਾ ਮਾਫ ਨਹੀਂ ਕਰ ਸਕਦੇ, ਤੁਸੀਂ ਕਿਵੇਂ ਕਰਤੀ। ਤਾਂ ਕਹਿਣ ਦਾ ਮਤਲਬ ਜਿਹੜਾ ਉਹ ਕੇਸ ਹੈਗਾ ਬਣਦਾ ਸੁਪਰੀਮ ਕੋਰਟ ਦਾ ਸੀ ਜਾਂ ਹਾਇਰ ਕੋਰਟ ਦਾ ਬਣਦਾ ਸੀ, ਤਾਂ ਲੋਅਰ ਕੋਰਟ ਉਹਦੇ ਉੱਪਰ ਕੰਮ ਨਹੀਂ ਕਰ ਸਕਦੀ। ਉਹ ਕੇਸ ਟ੍ਰਾਂਸਫਰ ਹੋ ਜਾਊਗਾ, ਚਾਹੇ ਉੱਤੇ ਕੋਈ ਆਰਡਰ ਵੀ ਹੋਇਆ ਹੋਵੇ, ਆਰਡਰ ਵੀ ਕੀ ਹੋ ਜਾਊਗਾ, ਕੈਂਸਲ ਹੋ ਜਾਊਗਾ, ਚਾਹੇ ਕਿਸੇ ਜੱਜ ਨੇ ਕੋਈ ਫੈਸਲਾ ਵੀ ਸੁਣਾ ਦਿੱਤਾ ਹੋਵੇ। ਤਾਂ ਇਹ 4-5 ਤਰ੍ਹਾਂ ਦੀਆਂ ਰਿਟਸ ਹੈਗੀਆਂ ਨੇ, ਰਿਟ ਜ਼ਰੂਰ ਪੜ੍ਹਨੀਆਂ ਨੇ। ਠੀਕ ਹੈ, ਇਹ ਵੈਸੇ ਵੀ ਤੁਹਾਨੂੰ ਲਾਈਫ 'ਚ ਕੰਮ ਆਉਣ ਵਾਲੀਆਂ ਚੀਜ਼ਾਂ ਹੈਗੀਆਂ। ਤੇ ਰਿਟ ਜਿਹੜਾ ਸ਼ਬਦ ਹੈਗਾ ਤੁਹਾਨੂੰ ਮੈਂ ਦੱਸਿਆ ਇਹ ਕੀ ਹੈ ਜੀ, ਰਿਟ ਸ਼ਬਦ ਹੈਗਾ ਲਤੀਨੀ ਭਾਸ਼ਾ ਦਾ ਸ਼ਬਦ ਹੈ, ਜਿਹਦਾ ਮਤਲਬ ਕੀ ਹੈ ਕਿ ਕੋਈ ਆਰਡਰ ਪਾਸ ਕਰਨਾ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। ਅੱਜ ਦੀ ਵੀਡੀਓ 'ਚ ਆਪਾਂ ਫਿਰ 15 ਕੁਐਸਚਨ ਡਿਸਕਸ ਕਰਾਂਗੇ, ਨੈਕਸਟ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ which among following was not a member of the state reorganization commission appointed by the ਪੰਡਿਤ ਜਵਾਹਰ ਲਾਲ ਨਹਿਰੂ। ਤਾਂ ਇਹ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਟੇਟ ਰੀਆਰਗੇਨਾਈਜੇਸ਼ਨ ਕਮੇਟੀ ਕਹਿ ਲਓ ਜਾਂ ਕਮਿਸ਼ਨ ਆਇਆ ਸੀਗਾ, ਇਹ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਪ੍ਰਾਈਮ ਮੈਂਬਰਸ਼ਿਪ ਦੇ ਅੰਡਰ ਆਇਆ ਸੀਗਾ ਜਦੋਂ ਉਹ ਪ੍ਰਧਾਨ ਮੰਤਰੀ ਹੁੰਦੇ ਸੀਗੇ। ਹੁਣ ਇਹਨਾਂ ਵਿੱਚੋਂ ਕਿਹੜਾ ਬੰਦਾ ਹੈਗਾ ਹੈ ਵੀ ਜਿਹੜਾ ਇਹਦਾ ਕੀ ਹੈ ਜੀ ਮੈਂਬਰ ਨਹੀਂ ਹੈਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਇੱਥੇ 2-3 ਚੀਜ਼ਾਂ ਡਿਸਕਸ ਕਰਨ ਵਾਲੀਆਂ ਨੇ ਤੁਹਾਡੇ ਵਾਸਤੇ। ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਸਟੇਟ ਰੀਆਰਗੇਨਾਈਜੇਸ਼ਨ ਠੀਕ ਹੈ ਜੀ ਕਮਿਸ਼ਨ ਆਇਆ ਸੀ, ਇਹਨੂੰ ਮੈਂ ਸ਼ਾਰਟ 'ਚ SRC ਲਿਖ ਰਿਹਾ। ਠੀਕ ਹੈ ਜੀ, ਇਹ ਆਇਆ ਕਦੋਂ, ਬਣਿਆ ਕਦੋਂ ਸੀ, ਆਇਆ ਕਦੋਂ ਸੀ, 22 ਦਸੰਬਰ 1953 ਨੂੰ ਆਇਆ ਸੀਗਾ। ਠੀਕ ਹੈ ਜੀ, ਪਹਿਲਾਂ ਤਾਂ ਇਹ ਚੀਜ਼ ਧਿਆਨ 'ਚ ਰੱਖਣੀ ਹੈ। ਫਿਰ ਕੀ ਸੀਗਾ ਜੀ, ਇਹਦੇ ਵਿੱਚ 3 ਬੰਦੇ ਆਏ ਸੀਗੇ। 3 ਬੰਦੇ ਕਿਹੜੇ ਕਿਹੜੇ ਆਏ ਸੀਗੇ, ਜਸਟਿਸ ਫੈਜ਼ਲ ਅਲੀ ਜਿਹੜਾ ਕਿ ਇਹਦਾ ਚੇਅਰਪਰਸਨ ਸੀਗਾ, KM ਪੈਨਿਕਰ ਠੀਕ ਹੈ ਜੀ, ਤੇ ਹਰਦਿਆ ਨਾਥ ਕੁੰਜਰੂ। ਠੀਕ ਹੈ ਜੀ, ਇਹ 3 ਬੰਦੇ ਆਏ ਸੀਗੇ। ਪਹਿਲੀ ਗੱਲ ਤਾਂ ਇਹ ਧਿਆਨ 'ਚ ਰੱਖਣੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਬਣ ਗਿਆ ਉਹ ਬਣ ਗਿਆ ਜੀ ਪੋਟੀ ਸ਼੍ਰੀ ਰਮੁੱਲੂ। ਠੀਕ ਹੈ ਜੀ, ਇਹਦੇ ਬਾਰੇ ਦੱਸੂਗਾ ਮੈਂ ਇਹ ਬੰਦਾ ਕੌਣ ਸੀਗਾ, ਇਹ ਬਾਅਦ 'ਚ ਦੱਸਦਾ। ਪ੍ਰੋਨਾਊਂਸੀਏਸ਼ਨ ਵਿੱਚ ਫਰਕ ਹੋ ਸਕਦਾ ਕਿਉਂਕਿ ਨਾਮ ਟੇਢੇ ਮੇਢੇ ਆ, ਸਾਊਥ ਵਾਲੀ ਸਾਈਡ ਦੇ ਆ। ਠੀਕ ਹੈ ਜੀ, ਪਰ ਨਾਮ ਦੀ ਜਗ੍ਹਾ ਤੇ ਨੌਲੇਜ ਵੱਲ ਜ਼ਿਆਦਾ ਧਿਆਨ ਦਿਓ। ਠੀਕ ਹੈ, ਐਸ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਆਇਆ ਕਦੋਂ ਸੀਗਾ ਜੀ, 22 ਦਸੰਬਰ 1953 ਨੂੰ ਆਇਆ ਸੀਗਾ। ਠੀਕ ਹੈ ਜੀ, ਇਹਨੇ ਫਿਰ ਕੀ ਕੀਤਾ ਜੀ 1955 ਦੇ ਵਿੱਚ ਆਪਣੀ ਜਿਹੜੀ ਰਿਪੋਰਟ ਹੈਗੀ ਹੈ, ਇਹ ਰਿਪੋਰਟ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੌਂਪਤੀ ਵੀ ਸਾਡੇ ਅਕੋਰਡਿੰਗ ਜਿਹੜਾ ਦੇਸ਼ ਹੈਗਾ, ਤੁਹਾਨੂੰ ਪਤਾ ਵੀ ਆਪਣੇ ਦੇਸ਼ ਦੇ ਵਿੱਚ ਕੀ ਸੀਗੀਆਂ, ਪ੍ਰਿੰਸਲੀ ਸਟੇਟ ਸੀਗੀਆਂ। ਆਪਣਾ ਦੇਸ਼ 4 ਪਾਰਟਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਜਿਹੜੇ ਆਪਣੇ ਆਇਰਨ ਮੈਨ ਹੈਗੇ ਆ ਠੀਕ ਹੈ ਜੀ, ਵੱਲਭ ਭਾਈ ਪਟੇਲ ਠੀਕ ਹੈ ਜੀ, ਉਹ ਆਪਾਂ ਚਲੋ ਕਹਾਣੀ ਪੜ੍ਹੀ ਹੋਈ ਹੈ। 1955 ਵਿੱਚ ਇਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ। ਰਿਪੋਰਟ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜਾ ਆਪਣਾ ਦੇਸ਼ ਹੈਗਾ ਨਾ, ਇਹਨੂੰ 16 ਸਟੇਟਾਂ ਦੇ ਵਿੱਚ ਵੰਡ ਦਿਓ। ਠੀਕ ਹੈ, ਧਿਆਨ ਨਾਲ ਸੁਣਿਓ ਤੁਸੀਂ, ਅੱਜ ਤੋਂ ਪਹਿਲਾਂ ਸ਼ਾਇਦ 14 ਸੁਣਿਆ ਹੋਊਗਾ, ਤੁਹਾਨੂੰ ਦੱਸਦਾ 14 ਦਾ ਮਤਲਬ ਕੀ ਹੈ। 16 ਸਟੇਟਾਂ ਦੇ ਵਿੱਚ ਵੰਡ ਦਿਓ, ਕਹਿੰਦੇ ਜੀ 3 ਇਹਨੂੰ ਯੂਟੀ ਦੇ ਵਿੱਚ ਵੰਡ ਦਿਓ। ਠੀਕ ਹੈ ਜੀ, ਜਿਹੜਾ ਆਪਣਾ ਦੇਸ਼ ਹੈਗਾ ਇਹਨੂੰ 16 ਸਟੇਟਾਂ ਤੇ 3 ਯੂਟੀ ਦੇ ਵਿੱਚ ਵੰਡ ਦਿਓ, ਇਸ ਕਮਿਸ਼ਨ ਨੇ ਕਿਹਾ ਸੀ। ਚਲੋ ਸਰਕਾਰ ਨੇ ਇਹਦੇ ਉੱਪਰ ਕੀ ਕੀਤਾ, ਵਿਚਾਰ ਵਿਮਰਸ਼ ਕੀਤਾ ਵੀ ਹਾਂ ਵੀ ਆਪਾਂ ਨੂੰ ਐਂ ਕਰਨਾ ਚਾਹੀਦਾ। ਹਾਲਾਂਕਿ ਸਰਕਾਰ ਨੇ ਫਿਰ ਆਪਣੇ ਪੂਰੇ ਦੇਸ਼ ਨੂੰ ਕੀ ਕੀਤਾ ਸੀਗਾ, 14 ਸਟੇਟਾਂ ਦੇ ਵਿੱਚ ਵੰਡਿਆ ਸੀਗਾ ਤੇ 4 ਯੂਟੀਆਂ ਦੇ ਵਿੱਚ ਵੰਡਿਆ ਸੀ। ਚਾਰੇ ਯੂਟੀਆਂ ਦੇ ਨਾਮ ਪਿਛਲੀ ਵਾਰੀ ਕਮੈਂਟ ਬਾਕਸ ਦੇ ਵਿੱਚ ਇੱਕ ਬੱਚੇ ਨੇ ਦਿੱਤੇ ਸੀਗੇ, ਮੈਂ ਨਾਮ ਭੁੱਲ ਗਿਆ, ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ। ਠੀਕ ਹੈ ਜੀ, ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ। ਤਾਂ ਆ ਤੁਸੀਂ ਸਾਰੇ ਜਾਨੀ ਕਿ 3 ਬੰਦੇ ਜਿਹੜੇ ਹੈਗੇ ਇਹਨਾਂ ਦੇ ਨਾਮ ਯਾਦ ਰੱਖਣੇ ਆ। ਚੇਅਰਪਰਸਨ ਕੌਣ ਸੀਗਾ, ਜਸਟਿਸ ਫੈਜ਼ਲ ਅਲੀ ਸੀਗਾ। ਠੀਕ ਹੈ ਜੀ, ਕਮਿਸ਼ਨ ਆਇਆ ਕਦੋਂ ਸੀ, ਬਣਿਆ ਕਦੋਂ ਸੀ, 22 ਦਸੰਬਰ 1953 ਨੂੰ ਬਣਿਆ ਸੀਗਾ। ਕਿਹਦੀ ਪ੍ਰਾਈਮ ਮੈਂਬਰਸ਼ਿਪ ਦੇ ਅੰਡਰ ਬਣਿਆ ਸੀ, ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਅੰਡਰ ਬਣਿਆ ਸੀਗਾ। ਹੁਣ ਅੱਛਾ ਜੀ, ਆਪਾਂ ਆ ਦੇਖੋ, ਇਹ ਜਵਾਹਰ ਲਾਲ ਨਹਿਰੂ ਜੀ ਬੈਠੇ ਆ ਤੇ ਆ 3 ਬੰਦੇ ਬੈਠੇ ਆ ਜਿਹੜੇ ਇਹਨਾਂ ਦੇ ਜਾਨੀ ਕਿ ਹੈਗੇ ਨੇ ਮੈਂਬਰ। ਤੇ ਇਹਨਾਂ ਦੀ ਗੱਲ ਕਰਦੇ ਆ, ਇਹਨਾਂ ਬਾਰੇ ਤੁਸੀਂ ਸੁਣਿਆ ਹੀ ਹੋਊਗਾ ਰਾਜੇ। ਇਹ ਜਦੋਂ ਆਪਣੀ ਆਂਧਰਾ ਪ੍ਰਦੇਸ਼ ਬਣੀ ਆ ਨਾ, ਇਹਨਾਂ ਨੇ ਲੈਂਗੁਏਜ ਬੇਸ ਦੇ ਉੱਪਰ ਆਂਧਰਾ ਪ੍ਰਦੇਸ਼ ਸਟੇਟ ਦੀ ਮੰਗ ਕੀਤੀ ਸੀ। ਤੇ ਇਹ ਪੋਟੀ ਸ਼੍ਰੀ ਮੁੱਲੂ ਜੀ ਜਿਹੜੇ ਹੈਗੇ ਨੇ ਉਸ ਟਾਈਮ ਤੇ ਹੰਗਰ ਸਟ੍ਰਾਈਕ ਤੇ ਬੈਠੇ ਸੀਗੇ। 56 ਦਿਨ ਦੀ ਹੰਗਰ ਸਟ੍ਰਾਈਕ ਤੇ ਲਗਾਤਾਰ ਬੈਠੇ ਤੇ ਇਹਨਾਂ ਦੇ ਦੌਰਾਨ ਹੀ ਇਹਨਾਂ ਦੇ ਕੀ ਹੋ ਗਿਆ ਰਾਜੇ, ਇਹਨਾਂ ਦੀ ਡੈਥ ਹੋ ਜਾਂਦੀ ਹੈ। ਜਿਹਦੇ ਕਰਕੇ ਕੀ ਹੁੰਦਾ, ਸਰਕਾਰ ਤੇ ਬਹੁਤ ਪ੍ਰੈਸ਼ਰ ਬਣ ਜਾਂਦਾ ਤੇ ਸਰਕਾਰ ਫਿਰ ਕੀ ਕਰਦੀ ਆ, ਮਦਰਾਸ ਦੇ ਵਿੱਚੋਂ ਇੱਕ ਸਟੇਟ ਕੱਟਦੀ ਹੈ, ਉਹਨੂੰ ਕਹਿ ਦਿੰਦੇ ਆ ਆਂਧਰਾ ਪ੍ਰਦੇਸ਼। ਠੀਕ ਹੈ ਜੀ, ਤਾਂ ਲੈਂਗੁਏਜ ਬੇਸ ਤੇ ਪਹਿਲੀ ਜਿਹੜੀ ਸਟੇਟ ਬਣਦੀ ਹੈ 53 ਦੇ ਵਿੱਚ, ਉਹ ਬਣਦੀ ਹੈ ਜੀ ਆਂਧਰਾ ਪ੍ਰਦੇਸ਼। ਉਹਦਾ ਜਿਹੜਾ ਸਿਹਰਾ ਜਾਂਦਾ ਉਹ ਇਸ ਬੰਦੇ ਨੂੰ ਜਾਂਦਾ। ਠੀਕ ਹੈ ਜੀ, ਉੱਥੇ ਇਹਨਾਂ ਨੂੰ ਬਹੁਤ ਪੂਜਦੇ ਆ। ਠੀਕ ਹੈ ਜੀ, ਸਾਊਥ ਵਾਲੀ ਸਾਈਡ। ਓਕੇ ਆ ਜੀ,
ਇਹ ਕੁਐਸਚਨ आई होप ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਐਲੀਮੈਂਟ ਆਫ ਦਾ ਸੈਕੂਲਰ ਸਟੇਟ ਇਨ ਦਾ ਇੰਡੀਆ। ਠੀਕ ਹੈ ਜੀ। ਹੁਣ ਕਈਆਂ ਬੱਚਿਆਂ ਨੂੰ ਇਹ ਨਹੀਂ ਪਤਾ ਹੋਊਗਾ ਵੀ ਜਿਹੜਾ ਆਪਣਾ ਸੰਵਿਧਾਨ ਹੈਗਾ ਉਹਦੇ ਵਿੱਚ ਸ਼ਬਦ ਸੈਕੂਲਰ ਨਹੀਂ ਯੂਜ਼ ਕੀਤਾ ਗਿਆ। ਸੈਕੂਲਰ ਯੂਜ਼ ਕੀਤਾ ਗਿਆ ਸਿਰਫ ਇੱਕ ਕਲੌਜ਼ ਦੇ ਵਿੱਚ ਕੀਤਾ ਗਿਆ, ਉਹ ਦੱਸ ਦਿੰਦਾ ਮੈਂ ਕਿਹੜਾ ਕਲੌਜ਼ ਹੈ। ਤੁਸੀਂ ਪ੍ਰੈਂਬਲ ਪੜੋਗੇ, ਪ੍ਰੈਂਬਲ ਦੇ ਵਿੱਚ ਤੁਹਾਨੂੰ ਸ਼ਬਦ ਮਿਲ ਜੂਗਾ ਸੈਕੂਲਰ। ਠੀਕ ਹੈ ਜੀ। ਪ੍ਰੈਂਬਲ ਦੇ ਵਿੱਚ, ਪ੍ਰੈਂਬਲ ਤੁਹਾਨੂੰ ਮੈਂ ਪੜਾਇਆ ਹੋਇਆ, ਬਾਕੀ ਜਿਨ੍ਹਾਂ ਨੇ ਆਪਣੇ ਕੋਰਸ ਚ ਪੜ੍ਹੇ ਹੋਏ ਆ ਬਹੁਤ ਧਿਆਨ ਨਾਲ ਪੜਾਇਆ ਹੋਇਆ ਮੈਂ ਪ੍ਰੈਂਬਲ ਦੇ ਬਾਰੇ, ਕਿਉਂਕਿ ਪ੍ਰੈਂਬਲ ਤੋਂ 3-4 ਕੁਐਸਚਨ ਬਣ ਜਾਂਦੇ ਆ। ਹੁਣ ਸੈਕੂਲਰ ਸਟੇਟ ਦਾ ਮਤਲਬ ਕੀ ਹੁੰਦਾ? ਧਰਮ ਨਿਰਪੱਖ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਧਰਮ ਨਿਰਪੱਖ। ਠੀਕ ਹੈ। ਜਿਹਦੇ ਸਟੇਟ ਦੇ ਵਿੱਚ ਕੋਈ ਇੱਕ ਧਰਮ ਨਹੀਂ ਹੈਗਾ। ਹੁਣ ਜਿਵੇਂ ਪਾਕਿਸਤਾਨ ਧਰਮ ਸੈਕੂਲਰ ਸਟੇਟ ਨਹੀਂ ਹੈਗਾ, ਉੱਥੇ ਇੱਕ ਹੀ ਧਰਮ ਹੈ ਮੁਸਲਿਮ, ਪਰ ਆਪਣੇ ਇੰਡੀਆ 'ਚ ਇਹ ਚੀਜ਼ ਪੋਸੀਬਲ ਨਹੀਂ ਹੈਗੀ। ਆਪਣੇ ਤਾਂ 10 ਮਤਲਬ ਜੇ 10 ਕਿਲੋਮੀਟਰ ਤੇ ਜਾਵਾਂਗੇ ਫਰਕ ਨਾਲ ਕੀ ਹੈ, ਧਰਮ ਬਦਲ ਜਾਂਦਾ ਹੈ, ਕਿਉਂਕਿ ਆਪਣੇ ਵਿੱਚ ਭਾਈਚਾਰੇ ਵਿੱਚ ਹਿੰਦੂ ਭਾਈਚਾਰਾ ਵੀ ਹੈਗਾ, ਸਿੱਖ ਭਾਈਚਾਰਾ ਵੀ ਹੈਗਾ, ਮੁਸਲਿਮ ਭਾਈਚਾਰਾ ਵੀ ਹੈਗਾ, ਕ੍ਰਿਸਚਨ ਭਾਈਚਾਰਾ ਵੀ ਹੈਗਾ। ਤਾਂ ਹਰੇਕ ਧਰਮ ਦੇ, ਹਰੇਕ ਜਾਤ ਪਾਤ ਦੇ ਲੋਕ ਆਪਣੇ ਇੱਥੇ ਪੰਜਾਬ 'ਚ ਰਹਿੰਦੇ ਆ ਜਾਂ ਆਪਣੇ ਇੰਡੀਆ 'ਚ ਰਹਿੰਦੇ ਆ। ਤਾਂ ਆਪਣਾ ਜਿਹੜਾ ਦੇਸ਼ ਹੈਗਾ ਜੀ ਸੈਕੂਲਰ ਸਟੇਟ ਹੈ, ਯਾਨੀ ਕਿ ਆਪਣੀ ਸਟੇਟ ਦਾ ਕੋਈ ਧਰਮ ਨਹੀਂ ਹੈਗਾ ਗਾ। ਠੀਕ ਹੈ। ਤਾਂ ਆਪਣਾ ਜਿਹੜਾ ਇੰਡੀਆ ਕੀ ਹੈ, ਇੱਕ ਸੈਕੂਲਰ ਸਟੇਟ ਹੈ। ਅੱਛਾ, ਹੁਣ ਇਹਦੇ ਐਲੀਮੈਂਟ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਲੀਮੈਂਟ ਆਫ ਦਾ ਸੈਕੂਲਰ ਸਟੇਟ। ਠੀਕ ਹੈ। ਸੈਕੂਲਰ ਸਟੇਟ ਦਾ, ਸੈਕੂਲਰ ਦਾ ਮਤਲਬ ਕੀ ਹੈ ਕਿ ਆਪਣਾ ਧਰਮ ਨਿਰਪੱਖ ਦੇਸ਼ ਹੈ। ਤਾਂ ਇਹਦੇ ਵਿੱਚ ਕੀ ਆ ਜੂਗੀ? ਆਪਣੀ ਸਿਵਲ ਇਕੁਐਲਿਟੀ ਵੀ ਆ ਜੂਗੀ। ਠੀਕ ਹੈ ਜੀ। ਸਿਵਲ ਇਕੁਐਲਿਟੀ ਮਤਲਬ ਕਿ ਹਰੇਕ ਬੰਦਾ, ਠੀਕ ਹੈ ਜੀ, ਆਪਣੇ ਦੇਸ਼ ਦੇ ਕਿਸੇ ਵੀ ਕਾਨੂੰਨ ਅੱਗੇ, ਅਦਾਲਤ ਅੱਗੇ ਬਰਾਬਰ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਕ੍ਰਿਸਚਨ ਹੈ। ਸਿਵਲ ਇਕੁਐਲਿਟੀ ਤਾਂ ਹੋਊਗੀ। ਫਰੀडम ਆਫ ਰਿਲੀਜਨ ਵੀ ਹੋਊਗੀ, ਹਰੇਕ ਨੂੰ ਆਪਣਾ ਧਰਮ ਚੇਂਜ ਕਰਨ ਦੀ ਵੀ ਤੇ ਧਰਮ ਅਪਣਾਉਣ ਦੀ ਆਜ਼ਾਦੀ ਹੈ। ਠੀਕ ਹੈ ਜੀ। ਤਾਂ ਅੱਗੇ ਕਹਿੰਦਾ ਜੀ ਨੋ ਰਿਲੀਜੀਅਸ ਐਜੂਕੇਸ਼ਨ ਬਾਈ ਦਾ ਸਟੇਟ। ਆਪਣਾ ਜਿਹੜਾ ਦੇਸ਼ ਹੈਗਾ ਕਿਸੇ ਸਰਕਾਰੀ ਕਾਲਜ, ਸਰਕਾਰੀ ਸਕੂਲ ਦੇ ਵਿੱਚ ਕੋਈ ਇੱਕ ਧਰਮ ਲਾਗੂ ਨਹੀਂ ਕਰ ਸਕਦਾ। ਤਾਂ ਇੱਥੇ ਰਾਈਟ ਆਂਸਰ ਕੀ ਬਣੂਗਾ? ਬੀ। ਉਹਨਾਂ ਨੇ ਪੁੱਛਿਆ ਵੀ ਕਿਹੜਾ ਐਲੀਮੈਂਟ ਨਹੀਂ ਹੈਗਾ, ਤਾਂ ਟੈਕਸੇਸ਼ਨ ਔਨ ਦਾ ਰਿਲੀਜੀਅਸ ਪ੍ਰੋਪਰਟੀ। ਠੀਕ ਹੈ ਜੀ। ਹੁਣ ਦੇਖੋ ਤੁਹਾਨੂੰ ਮੈਂ ਸਾਰਾ ਚੀਜ਼ਾਂ ਸਮਝਾਉਣਾ, ਕੱਲੀ ਚੀਜ਼ ਨੂੰ ਮੈਂ ਨਾ ਕੋਡ ਕਰਕੇ ਸਮਝਾਉਂਗਾ, ਤੁਹਾਨੂੰ ਤਾਂ ਸਮਝ ਲੱਗੂਗਾ। ਅੱਗੇ ਦੇਖਦਾ ਮੈਂ, ਜੇ ਜਗ੍ਹਾ ਛੱਡੀ ਹੋਈ ਤਾਂ ਛੱਡਿਆ ਹੋਇਆ। ਹੁਣ ਦੇਖੋ, ਇੱਕ ਤਾਂ ਵਰਡ ਹੈਗਾ ਜੀ ਸੈਕੂਲਰ ਤੇ ਇੱਕ ਹੈਗਾ ਜੀ ਸੈਕੂਲਰਿਜ਼ਮ। ਠੀਕ ਹੈ ਜੀ। ਦੋਨਾਂ ਦੇ ਵਿੱਚ ਫਰਕ ਦੇਖਦੇ ਆ। ਸੈਕੂਲਰਿਜ਼ਮ ਦਾ ਮਤਲਬ ਹੁੰਦਾ ਜੀ ਧਰਮ ਨਿਰਪੱਖਤਾ। ਠੀਕ ਹੈ ਜੀ। ਠੀਕ ਹੈ ਜੀ, ਪੱਖਤਾ। ਇਹ ਵਰਡ ਜ਼ਿਆਦਾ ਯੂਜ਼ ਕੀਤਾ ਗਿਆ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ। ਜਿਹੜਾ ਵਰਡ ਸੈਕੂਲਰ ਹੈਗਾ ਇਹ ਆਪਣੇ ਸਿਰਫ ਇੱਕ ਆਰਟੀਕਲ 'ਚ ਮੈਂਸ਼ਨ ਹੈ, ਉਹ ਆਰਟੀਕਲ ਹੈਗਾ ਜੀ ਆਰਟੀਕਲ 25 ਦਾ ਕਲੌਜ਼ ਨੰਬਰ 2। ਹੁਣ ਜਿਹੜਾ ਸੈਕੂਲਰ ਹੈਗਾ ਰਾਜੇ, ਜਿਹੜਾ ਸ਼ਬਦ ਸੈਕੂਲਰ ਹੈਗਾ ਇਹ ਇਕੱਲਾ ਨਹੀਂ ਯੂਜ਼ ਹੁੰਦਾ, ਇਹ ਸੈਕੂਲਰ ਸਟੇਟ ਯੂਜ਼ ਹੁੰਦਾ ਨਾਲ ਵਰਡ ਦੇ। ਸੈਕੂਲਰ ਸਟੇਟ ਯਾਨੀ ਕਿ ਸੈਕੂਲਰ ਸਟੇਟ ਦਾ ਮਤਲਬ ਕੀ ਹੈਗਾ ਵੀ ਉਹ ਦੇਸ਼ ਜਿਹਦੇ ਵਿੱਚ ਕੋਈ ਇੱਕ ਧਰਮ ਨਾ, ਯਾਨੀ ਕਿ ਧਰਮ ਨਿਰਪੱਖਤਾ ਹੈ, ਉਹਦੇ ਵਿੱਚ ਵੀ ਇੱਕ ਧਰਮ ਲਾਗੂ ਨਹੀਂ ਹੁੰਦਾਗਾ ਧੱਕੇ ਨਾਲ, ਉਹਨੂੰ ਕਹਿ ਦਿੰਦੇ ਆ ਸੈਕੂਲਰ ਸਟੇਟ ਕਹਿ ਦਿੰਦੇ ਆ। ਜਾਂ ਕਹਿ ਦਾਂਗੇ ਵਨ ਦੈਟ ਡਜ਼ ਨਾਟ ਕੰਸੀਡਰ ਐਨੀ ਵਨ ਰਿਲੀਜਨ। ਠੀਕ ਹੈ ਜੀ। ਐਜ਼ ਏ ਆਫੀਸ਼ੀਅਲ ਰਿਲੀਜਨ, ਮਤਲਬ ਕੋਈ ਆਫੀਸ਼ੀਅਲ ਰਿਲੀਜਨ ਨਹੀਂ ਹੈਗਾ ਆਪਣੇ ਦੇਸ਼ ਦਾ। ਠੀਕ ਹੈ। ਤਾਂ ਆਪਣਾ ਦੇਸ਼ ਜਿਹੜਾ ਹੈਗਾ ਸੈਕੂਲਰ ਸਟੇਟ ਹੈ। ਤਾਂ ਪਤਾ ਲੱਗ ਗਿਆ ਤੁਹਾਨੂੰ ਸੈਕੂਲਰਿਜ਼ਮ। ਜਿਹੜਾ ਵਰਡ ਸੈਕੂਲਰਿਜ਼ਮ ਹੈਗਾ, ਇੱਕ ਤਾਂ ਇਹ ਵੀ ਯਾਦ ਰੱਖ ਲਿਓ, ਇਹ ਜਿਹੜੀ ਆਪਣੀ ਮਿੰਨੀ ਕੌਨਸਟੀਟਿਊਸ਼ਨ ਬੋਲਦੇ ਆ ਆਪਾਂ। ਠੀਕ ਹੈ ਜੀ। 42ਵੀਂ ਅਮੈਂਡਮੈਂਟ ਹੋਈ ਸੀਗੀ 1976 ਦੇ ਵਿੱਚ। ਠੀਕ ਹੈ, ਯਾਦ ਰੱਖ ਲੈਣਾ 42ਵੀਂ ਅਮੈਂਡਮੈਂਟ ਹੋਈ ਸੀ 1976 ਦੇ ਵਿੱਚ, ਉਦੋਂ ਇਹ ਵਰਡ ਯੂਜ਼ ਕੀਤਾ ਗਿਆ ਸੈਕੂਲਰ। ਠੀਕ ਹੈ ਜੀ। ਚਲੋ ਹੁਣ ਆਪਾਂ ਦੇਖਦੇ ਹਾਂ ਜੀ ਇਹਦੇ ਵਿੱਚ। ਤਾਂ ਆਪਾਂ ਹੁਣ ਦੇਖਿਆ ਕੀ ਹੈ ਜੀ, ਇੱਕ ਚੀਜ਼ ਨੋਟ ਕਰਨ ਵਾਲੀ ਹੈ ਆਪਣੇ ਕੋਲੇ। ਠੀਕ ਹੈ ਜੀ। ਇੱਕ ਮਿੰਟ ਪਿੱਛੇ ਮੈਨੂੰ ਆਪਸ਼ਨਾਂ ਦੇਖਣ ਦਿਓ। ਆ ਦੇਖੋ, ਹੁਣ ਜਿਹੜਾ ਇਹ ਟੈਕਸੇਸ਼ਨ ਔਨ ਦਾ ਰਿਲੀਜੀਅਸ ਪ੍ਰੋਪਰਟੀ ਹੈ, ਹੁਣ ਇਹਦਾ ਮਤਲਬ ਕੀ ਆ ਉਹ ਦੱਸਦੇ ਆਪਾਂ। ਠੀਕ ਹੈ, ਉਹ ਦੱਸਦੇ ਆਪਾਂ। ਅੱਜ ਮੈਂ ਨਾ ਆਹ ਐਨੀਮੇਸ਼ਨ ਹਟਾਉਣੀ ਭੁੱਲ ਗਿਆ ਥੋੜਾ ਜਿਹਾ, ਇਹਦੇ ਨਾਲ ਸਲੋ ਹੋ ਜਾਂਦਾ, ਪਲੀਜ਼ ਥੋੜਾ ਜਿਹਾ ਐਡਜਸਟ ਕਰ ਲਿਓ। ਜਿਹੜਾ ਹੁਣ ਆਰਟੀਕਲ ਆਪਾਂ ਅਗਰ ਗੱਲ ਕਰੀਏ ਨਾ, ਆਰਟੀਕਲ 25 ਤੋਂ ਲੈ ਕੇ ਆਰਟੀਕਲ ਜਿਹੜਾ 28 ਤੱਕ, ਇਹ ਆਪਾਂ ਸਾਰੀ ਕਿਹਦੀ ਗੱਲ ਕਰਦੇ ਆ? ਇਹ ਕਰਦੇ ਆ ਜੀ ਰਾਈਟ ਟੂ ਫਰੀडम ਆਫ ਰਿਲੀਜਨ ਇਨ ਇੰਡੀਆ। ਠੀਕ ਹੈ। ਆਰਟੀਕਲ 25 ਤੋਂ 28 ਤੱਕ ਜਿਹੜੇ ਹੈਗੇ ਨੇ ਉਹ ਆਪਣੇ ਧਰਮ ਨਿਰਪੱਖਤਾ ਦੀ ਹੀ ਗੱਲ ਕਰਦੇ ਆ, ਪਰ ਥੋੜਾ ਸਮਝਣਾ ਪਊਗਾ। ਹੁਣ ਦੇਖੋ, ਜੇ ਮੈਂ ਆਰਟੀਕਲ 25 ਦੀ ਗੱਲ ਕਰਾਂ ਤਾਂ ਆਰਟੀਕਲ 25 ਆਪਾਂ ਨੂੰ ਕੀ ਕਹਿੰਦਾ? ਧਰਮ ਨਿਰਪੱਖਤਾ ਦੀ ਗੱਲ ਕਰਦਾ, ਫਰੀडम ਆਫ ਰਿਲੀਜਨ ਦੀ ਗੱਲ ਕਰਦਾ। ਠੀਕ ਹੈ ਵੀ ਆਪਾਂ ਕੋਈ ਵੀ ਧਰਮ ਅਪਣਾ ਸਕਦੇ ਆ, ਜਾਂ ਆਪਾਂ ਕਿਸੇ ਵੀ ਧਰਮ 'ਚ ਰਹਿ ਰਹੇ ਆ ਤਾਂ ਆਪਣੇ ਉੱਪਰ ਕੋਈ ਧਰਮ ਧੱਕੇ ਨਾਲ ਨਹੀਂ ਥੋਪਿਆ ਜਾਊਗਾ। ਹੁਣ ਜਿਵੇਂ ਪਿੱਛੇ ਜੇ ਮੋਦੀ ਸਰਕਾਰ ਨੇ ਕਹਿਤਾ ਸੀ ਵਨ ਨੇਸ਼ਨ ਵਨ ਰਿਲੀਜਨ ਕਹਿਤਾ ਸੀਗਾ, ਜਾਂ ਵਨ ਲੈਂਗੁਏਜ ਕਹਿ ਦਿੰਦੇ ਆ, ਤਾਂ ਉਹਦਾ ਸਾਰੇ ਦੇਸ਼ 'ਚ ਵਿਰੋਧ ਹੋਇਆ ਸੀ, ਕਿਉਂਕਿ ਆਪਣੇ ਦੇਸ਼ 'ਚ ਇਹ ਚੀਜ਼ ਪੋਸੀਬਲ ਨਹੀਂ ਹੈਗੀ। ਕਿਉਂਕਿ ਜੇ ਇਹ ਕਰਦੇ ਆ ਤਾਂ ਆਰਟੀਕਲ 25 ਕੀ ਹੋ ਜਾਊਗਾ? ਆਰਟੀਕਲ 25 ਦੇ ਵਿਰੁੱਧ ਉਹਦੇ ਵਿੱਚ ਕੋਰਟ ਜਾ ਸਕਦੇ ਆ ਆਪਾਂ, ਕਿਉਂਕਿ ਆਪਣੇ ਕੋਲ ਕੀ ਹੈ? ਧਰਮ ਨਿਰਪੱਖਤਾ ਹੈਗੀ, ਆਪਾਂ ਕੀ ਹੈ? ਸੈਕੂਲਰਿਜ਼ਮ ਹੈ। ਠੀਕ ਹੈ ਜੀ। ਆਰਟੀਕਲ 25 ਇਹ ਕਹਿੰਦਾ ਹੈ।
ਹੁਣ ਆਰਟੀਕਲ 26 ਕੀ ਕਹਿੰਦਾ ਹੈ, ਠੀਕ ਹੈ, ਮੈਂ ਲਿਖ ਨਹੀਂ ਰਿਹਾ, ਤੁਹਾਨੂੰ ਸਮਝਾ ਰਿਹਾ। ਆਰਟੀਕਲ 26 ਕਹਿੰਦਾ ਹੈ ਵੀ ਹਰ ਇੱਕ ਧਰਮ ਦੇ ਲੋਕ ਜਾਂ ਹਰ ਇੱਕ ਧਰਮ ਦੇ ਵਿੱਚ ਆਪਾਂ ਉਸ ਧਰਮ ਨੂੰ ਚਲਾਉਣ ਵਾਸਤੇ, ਹੁਣ ਤੁਹਾਨੂੰ ਪਤਾ ਵੀ ਆਪਣੇ ਦੇਸ਼ ਦੇ ਵਿੱਚ ਸ਼ਰਧਾ ਬੜੀ ਹੈ। ਹੁਣ ਜੇ ਆਪਾਂ ਹਿੰਦੂ ਧਰਮ ਨੂੰ ਦੇਖੀਏ ਤਾਂ ਆਪਣੇ ਕੋਲ ਬਹੁਤ ਵੱਡੇ ਵੱਡੇ ਮੰਦਿਰ ਨੇ, ਬਨਾਰਸ ਵਾਲੀ ਸਾਈਡ ਜਾਈਏ ਤਾਂ, ਜੇ ਆਪਾਂ ਸਿੱਖਾਂ ਵੱਲ ਆਈਏ ਤਾਂ ਹਰਮੰਦਰ ਸਾਹਿਬ ਸਭ ਤੋਂ ਵੱਡਾ ਆਪਣਾ ਗੁਰਦੁਆਰਾ ਸਾਹਿਬ ਹੈਗੇ ਆ, ਹੋਰ ਵੱਡੇ ਗੁਰਦੁਆਰੇ 5 ਤਖਤ ਆ ਆਪਣੇ। ਤਾਂ ਉਹਨਾਂ ਨੂੰ ਚਲਾਉਣ ਵਾਸਤੇ ਆਪਾਂ ਨੂੰ ਕੀ ਚਾਹੀਦੀ ਹੈ, ਮੈਨੇਜਮੈਂਟ ਚਾਹੀਦੀ ਹੈ। ਤਾਂ ਉਹ ਮੈਨੇਜਮੈਂਟ ਆਪਾਂ ਆਪਣੇ ਅਕੋਰਡਿੰਗ ਬਣਾ ਸਕਦੇ ਹਾਂ, ਲੋਕਾਂ ਦੁਆਰਾ ਚੁਣੀ ਜਾ ਸਕਦੀ ਹੈ। ਜਿਵੇਂ ਹੁਣ ਆਪਣੇ ਕੋਲੇ ਕੀ ਹੈ, ਸਿੱਖ ਧਰਮ ਵਾਸਤੇ ਆਪਣੇ ਕੋਲੇ ਕੀ ਹੈ ਜੀ, SGPC ਹੈ, ਠੀਕ ਹੈ, ਦਿੱਲੀ ਵਾਸਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹਰਿਆਣੇ ਵਾਸਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਤਾਂ ਆਰਟੀਕਲ 26 ਦੇ ਤਹਿਤ ਆਪਾਂ ਕੀ ਕਰ ਸਕਦੇ ਹਾਂ, ਇੱਕ ਮੈਨੇਜਮੈਂਟ ਦਾ ਗਠਨ ਕਰ ਸਕਦੇ ਹਾਂ ਆਪਣੇ ਧਰਮ ਨੂੰ ਚਲਾਉਣ ਵਾਸਤੇ। ਇਹ ਆਰਟੀਕਲ 26 ਕਹਿੰਦਾ, ਯਾਨੀ ਕਿ 25 ਤੋਂ 28 ਤੱਕ ਸਾਰੇ ਆਰਟੀਕਲ ਕੀ ਕਰਦੇ ਆ, ਇਹ ਆਪਾਂ ਨੂੰ ਧਰਮ ਨਿਰਪੱਖਤਾ ਦਾ ਪਾਠ ਪੜ੍ਹਾ ਰਹੇ ਆ। ਜੇ ਹੁਣ ਮੈਂ ਆਰਟੀਕਲ 27 ਦੀ ਗੱਲ ਕਰਾਂ, ਆਰਟੀਕਲ 27 ਬਹੁਤ ਇੰਪੋਰਟੈਂਟ ਹੈ। ਇਹ ਕਹਿੰਦਾ ਜੀ ਜੇ ਆਪਾਂ ਧਰਮ ਦੇ ਵਾਸਤੇ ਕੋਈ ਕੰਮ ਕਰ ਰਹੇ ਆ, ਮੰਨ ਲਓ ਕੋਈ ਲੰਗਰ ਲਗਾ ਰਹੇ ਆ, ਤਾਂ ਸਰਕਾਰ ਉਹਦੇ ਉੱਪਰ ਟੈਕਸ ਨਹੀਂ ਲਾ ਸਕਦੀ। ਤੁਹਾਨੂੰ ਯਾਦ ਹੋਊਗਾ ਪਿੱਛੇ ਜੇ SGPC ਦੇ ਲੰਗਰਾਂ ਦੇ ਉੱਪਰ ਟੈਕਸ ਲਗਾਤਾ ਸੀ, ਤਾਂ ਫਿਰ SGPC ਨੇ ਡਾਇਰੈਕਟ ਸੁਪਰੀਮ ਕੋਰਟ ਮੂਵ ਜਾਂ ਹਾਈ ਕੋਰਟ ਮੂਵ ਹੋਏ ਸੀਗੇ, ਤਾਂ ਟੈਕਸ ਹਟਾਉਣਾ ਪਿਆ, ਕਿਉਂਕਿ ਆਪਣਾ ਸੰਵਿਧਾਨ ਦੇ ਵਿੱਚ ਆਰਟੀਕਲ 27 ਕਹਿੰਦਾ ਵੀ ਆਪਾਂ ਟੈਕਸ ਫ੍ਰੀ, ਯਾਨੀ ਕਿ ਆਪਣੀ ਰਿਲੀਜੀਅਸ ਪ੍ਰਾਪਰਟੀ ਦੇ ਉੱਪਰ ਕੋਈ ਟੈਕਸ ਨਹੀਂ ਹੋ ਸਕਦਾਗਾ, ਠੀਕ ਹੈ ਜੀ। ਤਾਂ ਲੰਗਰ ਦੇ ਉੱਪਰ ਕੋਈ ਟੈਕਸ ਨਹੀਂ ਲਗਾ ਸਕਦੀ ਸਰਕਾਰ, ਇਹ ਆਰਟੀਕਲ 27 ਕਹਿੰਦਾ ਆਪਾਂ ਨੂੰ। ਹੁਣ ਲਾਸਟ ਦੇ ਵਿੱਚ ਜਿਹੜਾ ਆਰਟੀਕਲ 28 ਹੈਗਾ, ਇਹ ਸਭ ਤੋਂ ਮਹੱਤਵਪੂਰਨ ਹੈ ਵੀ ਆਪਣੇ ਦੇਸ਼ ਦੇ ਵਿੱਚ ਸਰਕਾਰ ਦੁਆਰਾ ਕੋਈ ਸੰਸਥਾ ਚਲਾਈ ਜਾ ਰਹੀ ਹੈ, ਕੋਈ ਸਕੂਲ ਚਲਾਇਆ ਜਾ ਰਿਹਾ, ਕੋਈ ਐਜੂਕੇਸ਼ਨ ਇੰਸਟੀਚਿਊਟ ਚਲਾਇਆ ਜਾ ਰਿਹਾ, ਉੱਥੇ ਕੋਈ ਸਿੰਗਲ ਧਰਮ ਦੀ ਪਾਠ ਨਹੀਂ ਪੜਾਇਆ ਜਾਊਗਾ, ਠੀਕ ਹੈ ਜੀ। ਉੱਥੇ ਕੋਈ ਸਿੰਗਲ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਊਗੀ, ਇਹ ਆਰਟੀਕਲ 28 ਕਹਿੰਦਾ ਹੈ। ਆਈ ਹੋਪ ਤੁਹਾਨੂੰ ਇਹ ਸਾਰੀ ਚੀਜ਼ ਸਮਝ ਆ ਗਈ ਹੋਊਗੀ। ਰਾਈਟ ਟੂ ਫਰੀडम ਆਫ ਰਿਲੀਜਨ ਇਨ ਇੰਡੀਆ ਆਰਟੀਕਲ 25 ਤੋਂ 28 ਕੀ ਕਹਿੰਦਾ ਹੈ। ਤੁਹਾਨੂੰ ਕਈ ਵਾਰ ਐਂ ਪੁੱਛ ਲੈਂਦੇ ਆ ਵੀ ਕਿਹੜਾ ਆਰਟੀਕਲ ਤੁਹਾਨੂੰ ਧਰਮ ਨਿਰਪੱਖਤਾ ਦੀ ਗੱਲ ਕਰਦਾ, ਤਾਂ ਆਰਟੀਕਲ 25 ਕਰਦਾ ਹੈ। ਕਿਹੜਾ ਮੈਨੇਜਮੈਂਟ ਦੀ ਗੱਲ ਕਰਦਾ, ਆਰਟੀਕਲ 26 ਕਰਦਾ। ਟੈਕਸ ਫ੍ਰੀ ਦੀ ਕਿਹੜੀ ਗੱਲ ਕਰਦਾ, 27 ਕਰਦਾ। ਕਿਹੜਾ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਇੱਕ ਧਰਮ ਪੜਾਉਣ ਦੀ ਮਨਾਹੀ ਕਰਦਾ, ਉਹ ਆਰਟੀਕਲ 28 ਕਰਦਾ। ਤਾਂ ਇਸ ਤਰ੍ਹਾਂ ਪੜੋਗੇ ਰਾਜੇ, ਰੱਟੇ ਨਹੀਂ ਲਾਉਣੇਗੇ। ਰੱਟੇ ਦੇਖੋ ਕਦੇ ਵੀ ਯਾਦ ਨਹੀਂ ਰਹਿੰਦੇ, ਥਿਊਰੀ ਪੜੋਗੇ, ਇਹ ਚੀਜ਼ਾਂ ਤੁਹਾਡੇ ਕੰਮ ਆਉਣ ਵਾਲੀਆਂ ਨਾ ਯਾਰ। ਪੜ੍ਹੇ ਲਿਖੇ ਤੇ ਅਨਪੜ੍ਹਾਂ ਵਿੱਚ ਇਹੀ ਤਾਂ ਅੰਤਰ ਹੈ। ਜੇ ਆਪਾਂ ਨੂੰ ਆਪਣੇ ਸੰਵਿਧਾਨ ਦੇ ਬਾਰੇ ਨੌਲੇਜ ਹੋਊਗੀ, ਹੁਣ ਬਾਹਰਲੇ ਦੇਸ਼ 'ਚ ਲੋਕ ਕਾਮਯਾਬ ਕਿਉਂ ਹੈ, ਉਹਨਾਂ ਨੂੰ 4-5 ਸਾਲ ਇਹੀ ਐਜੂਕੇਸ਼ਨ ਦਿੱਤੀ ਜਾਂਦੀ ਵੀ ਤੁਹਾਡੇ ਰਾਈਟ ਕੀ ਹੈ, ਤੁਸੀਂ ਸਰਕਾਰ ਤੋਂ ਕੀ ਲੈ ਸਕਦੇ ਹੋ। ਉਹ ਸਾਡੇ ਵਰਗੇ ਲੋਕਾਂ ਨੂੰ ਮੰਗਣਾ ਹੀ ਨਹੀਂ ਆਉਂਦਾ, ਨਾ ਤਾਂ ਅਸੀਂ ਐਜੂਕੇਸ਼ਨ ਮੰਗਦੇ, ਨਾ ਅਸੀਂ ਹਸਪੀਟਲ ਮੰਗਦੇ, ਨਾ ਅਸੀਂ ਮੈਡੀਕਲ ਸੁਵਿਧਾ ਮੰਗ ਰਹੇ ਹਾਂ। ਅਸੀਂ ਕੀ ਮੰਗ ਰਹੇ ਹਾਂ ਜੀ, ਨਾਲੀਆਂ ਨਹੀਂ ਪੱਕੀਆਂ ਹੋਈਆਂ, ਗਲੀਆਂ ਨਹੀਂ ਪੱਕੀਆਂ ਹੋਈਆਂ, ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਸਾਨੂੰ ਤਾਂ ਰੱਬ ਤੋਂ, ਚਲੋ ਇੱਕ ਨਾ ਧਾਰਮਿਕ ਜੇ ਆਪਾਂ ਅਵਸਥਾ ਦੀ ਗੱਲ ਕਰੀਏ, ਸਾਨੂੰ ਤਾਂ ਰੱਬ ਤੋਂ ਵੀ ਨਹੀਂ ਮੰਗਣਾ ਆਉਂਦਾ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਆ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਈ ਖਾਏ। ਪਰਮਾਤਮਾ ਤੋਂ ਮੰਗਣਾ ਤਾਂ ਆਵੇ ਤੁਹਾਨੂੰ, ਪਰਮਾਤਮਾ ਤਾਂ ਹਰੇਕ ਚੀਜ਼ ਦਿੰਦਾ ਯਾਰ, ਠੀਕ ਹੈ। ਤਾਂ ਮੰਗਣ ਦਾ ਤਰੀਕਾ ਚੇਂਜ ਕਰੋ ਥੋੜਾ ਜਿਹਾ, ਉਹ ਦੱਸਾਂਗਾ ਕਿਵੇਂ ਚੇਂਜ ਹੁੰਦਾ, ਜਿੰਨੀ ਕਿ ਸਾਨੂੰ ਸਮਝ ਬਖਸ਼ੀ ਆ ਪਰਮਾਤਮਾ ਨੇ। ਚਲੋ ਅੱਗੇ ਗੱਲ ਕਰਦੇ ਆ ਜੀ ਆਪਾਂ, ਇਹ ਸਾਰੀ ਗੱਲ ਹੋ ਗਈ ਆਪਣੀ। ਨੈਕਸਟ ਕੁਐਸਚਨ ਵੱਲ ਵਧਦੇ ਆ। ਨੈਕਸਟ ਕੁਐਸਚਨ ਫੇਰ ਆ ਗਿਆ, ਚਲੋ ਇਹਦਾ ਆਨਸਰ ਤੁਸੀਂ ਕਰ ਹੀ ਸਕਦੇ ਹੋ, ਹੁਣ ਮੈਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜਿਹੜਾ ਵਰਡ ਸੈਕੂਲਰ ਹੈਗਾ, ਇਹ ਆਪਣੇ ਸੰਵਿਧਾਨ ਦੇ ਵਿੱਚ ਕਦੋਂ ਆਪਾਂ ਇਨਸਰਟ ਕੀਤਾ ਜਾਂ ਕਦੋਂ ਆਪਾਂ ਲੈ ਕੇ ਆਏ ਆ, ਤਾਂ ਤੁਹਾਨੂੰ ਮੈਂ ਹੁਣੇ ਦੱਸ ਕੇ ਗਿਆ ਵੀ ਮਿੰਨੀ ਕਨਸਟੀਟਿਊਸ਼ਨ ਵੀ ਕਹਿ ਦਿੰਦੇ ਆ। ਤੇ 42ਵੀਂ ਜਿਹੜੀ ਸੋਧ ਹੋਈ ਸੀਗੀ, 42ਵੀਂ ਅਮੈਂਡਮੈਂਟ ਹੋਈ ਹੈ। 42ਵੀਂ ਅਮੈਂਡਮੈਂਟ ਕਦੋਂ ਹੋਈ ਹੈ ਜੀ, 1976 ਦੇ ਵਿੱਚ। ਉਹਨੂੰ ਯਾਦ ਕਿਵੇਂ ਕਰਨਾ ਹੈ, 42ਵੀਂ ਮਤਲਬ 4+2 6, ਠੀਕ ਹੈ ਜੀ। ਇੱਕ 44ਵੀਂ ਹੁੰਦੀ ਆ, ਉਹ 44ਵੀਂ 1978 ਹੈ, 4-4 8, ਠੀਕ ਹੈ। ਉਹ ਤੁਹਾਨੂੰ ਪਤਾ ਹੀ ਹੋਊਗਾ ਵੈਸੇ ਸਾਰਿਆਂ ਨੂੰ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ। ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ ਆਪਾਂ। ਅਗਲਾ ਕੁਐਸਚਨ ਬਹੁਤ ਵਧੀਆ ਕੁਐਸਚਨ ਹੈ, ਸਿਰੇ ਦਾ ਕੁਐਸਚਨ ਹੈ। ਜੇ ਤੁਸੀਂ ਸੰਵਿਧਾਨ ਪੜ੍ਹਿਆ ਹੋਊਗਾ, ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕੇਸ਼ਵ ਨੰਦਾ ਭਾਰਤੀ ਵਾਲਾ ਕੇਸ ਨਾ ਪੜ੍ਹਿਆ ਹੋਵੇ ਜਾਂ ਗੋਲਕਨਾਥ ਵਾਲਾ ਕੇਸ ਨਾ ਪੜ੍ਹਿਆ ਹੋਵੇ। ਜੇ ਨਹੀਂ ਪੜ੍ਹਿਆ ਤਾਂ ਵੀਡੀਓ ਵਿੱਚ ਬਣੇ ਰਹੋ, ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਚੰਗੀ ਲੱਗ ਰਹੀ ਹੈ। ਕਹਿੰਦਾ ਜੀ, ਦਾ ਕਨਸਟੀਟਿਊਸ਼ਨਲ ਪ੍ਰਿੰਸੀਪਲ ਆਫ ਦਾ ਬੇਸਿਕ ਸਟਰਕਚਰ ਵਾਜ਼ ਇਨਵੈਂਟਡ ਬਾਏ ਦਾ, ਠੀਕ ਹੈ। ਬੇਸਿਕ ਸਟਰਕਚਰ ਜਿਹਨੂੰ ਆਪਾਂ ਡਾਕਟ੍ਰਿਨ ਆਫ ਦਾ ਬੇਸਿਕ ਸਟਰਕਚਰ ਵੀ ਕਹਿ ਦਿੰਦੇ ਆ, ਵੀ ਜਿਹੜਾ ਆਪਣੇ ਸੰਵਿਧਾਨ ਦਾ ਜਿਹੜਾ ਬੇਸਿਕ ਸਟਰਕਚਰ ਹੈਗਾ, ਉਹਨੂੰ ਇਨਵੈਂਟ ਕਿਹਨੇ ਕੀਤਾ, ਠੀਕ ਹੈ। ਇਨਵੈਂਟ ਦਾ ਮਤਲਬ ਹੁੰਦਾ ਹੈ ਵੀ ਉਹਦੇ ਵਿੱਚ ਜਿਹੜਾ ਬੇਸਿਕ ਸਟਰਕਚਰ ਹੈਗਾ, ਵੀ ਉਹਦੀ ਜਿਹੜੀ ਮੇਨ ਨੀਂਹ ਰੱਖੀ ਗਈ ਹੈ, ਉਹ ਕਿਹਨੇ ਰੱਖੀ ਹੈ, ਉਹ ਤੁਹਾਡੀ ਭਾਈ ਨਿਆਂਪਾਲਕਾਂ ਨੇ ਰੱਖੀ ਹੈ, ਜੁਡੀਸ਼ਰੀ ਨੇ ਰੱਖੀ ਹੈ। ਉਹਦਾ ਕਾਰਨ ਕੀ ਹੈ, ਉਹਦੇ ਵਿੱਚ ਇੱਕ ਲੰਬੀ ਕਹਾਣੀ ਹੈ। ਜੁਡੀਸ਼ਰੀ ਨੇ ਉਹਦੀ ਨੀਂਹ ਕਿਵੇਂ ਰੱਖੀ ਹੈ, ਉਹਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ ਜੀ। ਉਹਦੀ ਆਪਾਂ ਗੱਲ ਕਰਦੇ ਹਾਂ ਜੀ, ਠੀਕ ਹੈ। ਚਲੋ ਅੱਛਾ ਜੀ, ਤੇ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ। ਸੌਰੀ, ਮੈਂ ਦਿਮਾਗ ਦੇ ਵਿੱਚ ਨਾ ਕੁਝ ਹੋਰ ਇਹ ਪਿਛਲਾ ਕੁਐਸਚਨ ਲੰਘ ਕੇ ਗਿਆ, ਉਹਦੇ ਬਾਰੇ ਨਾ ਇੱਕ ਦੋ ਚੀਜ਼ਾਂ ਦੱਸਣੀਆਂ ਸੀ। ਚਲੋ ਕੋਈ ਗੱਲ ਨਹੀਂ, ਉਹ ਫੇਰ ਦੱਸ ਦਾਂਗੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ। ਦੇਖੋ
ਇਹਦੇ ਵਿੱਚ ਆਪਾਂ ਇੱਕ ਦੋ ਕੇਸ ਡਿਸਕਸ ਕਰਨੇ ਨੇ। ਸਭ ਤੋਂ ਪਹਿਲਾਂ ਆਪਾਂ ਕੇਸ ਡਿਸਕਸ ਕਰਦੇ ਹਾਂ ਕੇਸ਼ਵ ਨੰਦਾ ਭਾਰਤੀ ਕੇਸ। ਜੇ ਤੁਸੀਂ ਸ਼ਾਇਦ ਅੱਜ ਤੋਂ ਪਹਿਲਾਂ ਸੁਣਿਆ ਹੋਊਗਾ, ਠੀਕ ਹੈ ਜੀ, ਕੇਸ਼ਵ ਨੰਦਾ ਭਾਰਤੀ ਕੇਸ, ਇਹ ਬਹੁਤ ਮਹੱਤਵਪੂਰਨ ਕੇਸ ਹੈ, ਠੀਕ ਹੈ ਜੀ। ਇੱਕ ਗੋਲਕਨਾਥ ਕੇਸ ਹੈ, ਠੀਕ ਹੈ ਜੀ। ਇਹ ਸੀਗਾ ਕੇਸ਼ਵ ਨੰਦਾ ਭਾਰਤੀ ਵਰਸਿਸ ਕੇਰਲਾ ਸਟੇਟ, ਠੀਕ ਹੈ ਜੀ, ਕੇਰਲਾ ਰਾਜ ਦੇ ਵਿਰੁੱਧ ਸੀਗਾ, ਠੀਕ ਹੈ ਜੀ। 1973 ਦੇ ਵਿੱਚ, ਯਾਨੀ ਕਿ 24 ਅਪ੍ਰੈਲ 1973 ਮੌਕੇ ਇਹ ਕੇਸ ਹੋਇਆ ਸੀਗਾ। ਹੁਣ ਦੇਖੋ ਇਹਦੇ ਵਿੱਚ ਹੁੰਦਾ ਕੀ ਹੈ। ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਤਾਂ ਆਪਣੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਸੀਗੀਆਂ। ਚੁਣੌਤੀਆਂ ਪਹਿਲੀਆਂ ਤਾਂ ਇਹ ਸੀਗੀਆਂ ਵੀ ਆਪਣੇ ਦੇਸ਼ ਨੂੰ ਕਿਵੇਂ ਵੰਡਿਆ ਜਾਵੇ, ਰਿਆਸਤਾਂ ਕਿਵੇਂ ਖਤਮ ਕੀਤੀਆਂ ਜਾਣ। ਤਾਂ ਪਹਿਲਾਂ ਆਪਾਂ ਰਿਆਸਤਾਂ ਖਤਮ ਕੀਤੀਆਂ, ਆਪਾਂ ਜਿਹੜੇ ਰਾਜੇ ਸੀਗੇ, ਰਾਜਿਆਂ ਨੂੰ ਆਪਾਂ ਕੀ ਕੀਤੀਆਂ, ਪੈਨਸ਼ਨਾਂ ਲਾਈਆਂ ਤੇ ਉਹਨਾਂ ਤੋਂ ਆਪਾਂ ਟਾਈਟਲ ਖੋਲੇ, ਠੀਕ ਹੈ। ਉਹਨਾਂ ਨੂੰ ਲਾਲਚ ਦੇ ਕੇ ਆਪਾਂ ਕੀ ਕੀਤਾ, 14 ਸਟੇਟਾਂ ਬਣਾ ਲਈਆਂ, 4 ਯੂਟੀਆਂ ਬਣਾ ਲਈਆਂ। ਉਸ ਤੋਂ ਬਾਅਦ ਸੀਗਾ ਜ਼ਿਮੀਂਦਾਰਾ ਸਿਸਟਮ। ਜਿਹੜਾ ਅੰਗਰੇਜ਼ ਸੀ ਨਾ, ਅੰਗਰੇਜ਼ਾਂ ਨੇ ਹਮੇਸ਼ਾ ਜ਼ਿਮੀਂਦਾਰਾ ਸਿਸਟਮ ਨੂੰ ਕੀ ਕੀਤਾ, ਬੜਾਵਾ ਦਿੱਤਾ, ਠੀਕ ਹੈ। ਉਹਨਾਂ ਨੂੰ ਕੀ ਹੈ, ਉਤਸ਼ਾਹਿਤ ਕੀਤਾ ਹਮੇਸ਼ਾ। ਉਹਦਾ ਕਾਰਨ ਕੀ ਸੀਗਾ, ਅੰਗਰੇਜ਼ ਆਪਣਾ ਕੰਮ ਸੌਖਾ ਕਰਨਾ ਚਾਹੁੰਦੇ ਸੀ। ਹੁਣ ਮੰਨ ਲਓ ਅੱਜ ਦੇ ਟਾਈਮ ਦੇ ਵਿੱਚ ਸਰਕਾਰ ਨੂੰ ਟੈਕਸ ਕਲੈਕਟ ਕਰਨਾ ਬਹੁਤ ਔਖਾ, ਵੀ ਇਕੱਲੇ ਬੰਦੇ ਤੋਂ ਟੈਕਸ ਕਿਵੇਂ ਕਲੈਕਟ ਕਰੀਏ। ਜੇ ਮੰਨ ਲਓ ਆਪਾਂ ਕਹਿ ਦਈਏ ਵੀ ਮੰਨ ਲਓ ਪੂਰੇ ਪੰਜਾਬ ਦੇ ਵਿੱਚ ਮੰਨ ਲਓ 5 ਬੰਦੇ ਤੋਂ ਟੈਕਸ ਕਲੈਕਟ ਕਰਨਾ ਹੈ ਤੇ 5 ਲੱਖ ਤੋਂ ਟੈਕਸ ਕਲੈਕਟ ਕਰਨਾ, ਤਾਂ ਕਿਹੜਾ ਕੰਮ ਸੌਖਾ ਹੈ 5 ਬੰਦਿਆਂ ਤੋਂ। ਤਾਂ ਜ਼ਿਮੀਂਦਾਰਾ ਸਿਸਟਮ ਦੇ ਵਿੱਚ ਕੀ ਹੁੰਦਾ ਸੀ ਵੀ ਜ਼ਿਮੀਂਦਾਰ ਦੇ ਅੰਡਰ ਸਾਰੇ ਬੰਦੇ ਕੰਮ ਕਰਦੇ ਸੀ ਇੱਕ ਏਰੀਏ ਦੇ। ਤਾਂ ਅੰਗਰੇਜ਼ ਕੀ ਕਰਦੇ ਸੀ, ਇਕੱਲੇ ਜ਼ਿਮੀਂਦਾਰਾਂ ਤੋਂ ਟੈਕਸ ਕਲੈਕਟ ਕਰ ਲੈਂਦੇ ਸੀ, ਜ਼ਿਮੀਂਦਾਰ ਅੱਗੇ ਟੈਕਸ ਕਲੈਕਟ ਕਰਦੇ ਸੀਗੇ। ਤਾਂ ਅੰਗਰੇਜ਼ਾਂ ਨੇ ਹਮੇਸ਼ਾ ਉਤਸ਼ਾਹਿਤ ਕੀਤਾ ਜ਼ਿਮੀਂਦਾਰਾ ਸਿਸਟਮ ਨੂੰ। ਪਰ ਜਦੋਂ ਸਾਰੀ ਕਮਾਂਡ ਆਪਣੇ ਨੇਤਾਆਂ ਦੇ ਹੱਥ ਵਿੱਚ ਆ ਗਈ, ਇਹਨਾਂ ਨੇ ਫਿਰ ਉਸ ਟਾਈਮ ਤੇ ਲੈਂਡ ਰਿਫਾਰਮ ਐਕਟ ਲਿਆਉਣੇ ਸ਼ੁਰੂ ਕਰਤੇ। ਅਜਿਹਾ ਹੀ ਇੱਕ ਐਕਟ ਲੈ ਕੇ ਆਈ ਹੈ ਕੇਰਲਾ ਗਵਰਨਮੈਂਟ, ਜਿਹਨੂੰ ਕਹਿ ਦਿੰਦੇ ਆ ਲੈਂਡ ਰਿਫਾਰਮ ਐਕਟ, ਠੀਕ ਹੈ। ਕੇਰਲਾ ਦਾ ਐਕਟ ਹੈ ਇਹ, ਠੀਕ ਹੈ ਜੀ, ਜਿਹੜਾ ਜ਼ਿਮੀਂਦਾਰਾ ਸਿਸਟਮ ਖਤਮ ਕਰਨ ਵਾਸਤੇ ਲੈ ਕੇ ਆਈ ਸਰਕਾਰ। ਇਹਦੇ ਵਿੱਚ ਸਰਕਾਰ ਨੇ ਕੀ ਕੀਤਾ, ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਕੀ ਸੀਗਾ, ਕੇਸ਼ਵ ਨੰਦਾ ਭਾਰਤੀ ਇੱਕ ਮੱਠ ਸੀਗਾ। ਮੱਠ ਸਮਝਦੇ ਹੋ ਨਾ, ਜਿਵੇਂ ਆਪਣੇ ਗੁਰਦੁਆਰਾ ਹੁੰਦੇ ਆ, ਮੰਦਿਰ ਹੁੰਦੇ ਆ, ਉਵੇਂ ਇੱਕ ਮੱਠ ਹੈ। ਉਸ ਮੱਠ ਕੋਲੇ ਉਸ ਟਾਈਮ ਤੇ 500 ਏਕੜ ਜ਼ਮੀਨ ਸੀਗੀ, ਠੀਕ ਹੈ ਜੀ, 500 ਏਕੜ ਜ਼ਮੀਨ ਸੀਗੀ। ਤਾਂ ਉਸ ਟਾਈਮ ਤੇ ਜਿਹੜਾ ਲੈਂਡ ਰਿਫਾਰਮ ਐਕਟ ਆਇਆ ਸੀ, ਉਹਦੇ ਅਕੋਰਡਿੰਗ ਆਪਾਂ 500 ਏਕੜ ਜਿਹੜੀ ਜ਼ਮੀਨ ਹੈਗੀ ਉਹ ਆਪਾਂ ਨਹੀਂ ਰੱਖ ਸਕਦੇ ਸੀਗੇ, ਠੀਕ ਹੈ। ਮੰਨ ਲਓ ਆਪਾਂ ਨੂੰ ਉਸ ਟਾਈਮ ਤੇ ਜਿਵੇਂ ਪੰਜਾਬ ਦੇ ਵਿੱਚ ਗੋਲਕਨਾਥ ਕੇਸ ਆਇਆ, ਤਾਂ ਪੰਜਾਬ ਦੇ ਵਿੱਚ ਲਿਮਟ ਸੀਗੀ, ਆਪਾਂ 30 ਕਿੱਲੇ ਰੱਖ ਸਕਦੇ ਸੀ, 30 ਏਕੜ ਜ਼ਮੀਨ ਰੱਖ ਸਕਦੇ ਸੀ। ਬਾਕੀ ਜਿਹੜੀ ਜ਼ਮੀਨ ਸੀਗੀ ਸਰਕਾਰ ਲੈਂਡਲੈਸ ਲੋਕਾਂ ਦੇ ਵਿਚਕਾਰ ਵੰਡ ਦਿੰਦੀ ਸੀਗੀ, ਜਾਂ ਆਪ ਕਾਬਜ ਹੋ ਜਾਂਦੀ ਸੀ ਉਸ ਜ਼ਮੀਨ ਦੇ ਉੱਪਰ। ਲੈਂਡਲੈਸ ਦਾ ਮਤਲਬ ਜਿਨ੍ਹਾਂ ਕੋਲੇ, ਜਿਹੜੇ ਬੰਦੇ ਉੱਜੜ ਕੇ ਪਾਕਿਸਤਾਨ ਤੋਂ ਆਏ ਆ, ਜਾਂ ਆਪਣੇ ਜਿਹੜੇ ਸੀਗੇ ਜਿਨ੍ਹਾਂ ਕੋਲ ਲੈਂਡ ਨਹੀਂ ਸੀਗੀ, ਜਿਹੜੇ ਪਹਿਲਾਂ ਗੁਲਾਮੀ ਕਰਦੇ ਸੀ, ਤਾਂ ਉਹਨਾਂ ਨੂੰ ਉਹ ਜ਼ਮੀਨ ਵੰਡ ਕੇ ਦਿੱਤੀ ਗਈ। ਤਾਂ ਜਾਣੀ ਕਿ ਇਹ ਕਿਉਂ ਕੀਤਾ ਗਿਆ, ਜ਼ਿਮੀਂਦਾਰਾ ਸਿਸਟਮ ਨੂੰ ਖਤਮ ਕਰਨ ਵਾਸਤੇ ਕੀਤਾ ਗਿਆ, ਆਪਣੇ ਲੋਕਾਂ ਦੀ ਇਕਨੋਮੀ ਨੂੰ ਅਪ ਕਰਨ ਵਾਸਤੇ ਕੀਤਾ ਗਿਆ। ਤਾਂ 500 ਏਕੜ ਜ਼ਮੀਨ ਸੀਗੀ, ਤਾਂ 500 ਏਕੜ ਜ਼ਮੀਨ ਸਾਰੀ ਅਕਵਾਇਰ ਕਰ ਲਈ ਕੇਰਲਾ ਸਟੇਟ ਨੇ। ਹੁਣ ਪ੍ਰੋਬਲਮ ਕੀ ਹੋ ਗਈ, ਜਿਹੜਾ ਮੱਠ ਚੱਲਦਾ ਸੀ, ਜਿਹੜੀ ਇਨਕਮ ਆਉਂਦੀ ਸੀ ਮੱਠ ਨੂੰ, ਉਹ ਸਾਰੀ ਕੀ ਹੋ ਗਈ, ਬੰਦ ਹੋ ਗਈ, ਠੀਕ ਹੈ ਜੀ। ਜਦੋਂ ਬੰਦ ਹੋ ਗਈ ਤਾਂ ਉਹ ਮਤਲਬ ਉੱਥੇ ਆਫਟਰ ਆਲ ਕੀ ਆ ਗਿਆ, ਕ੍ਰਾਈਸਿਸ ਆ ਗਿਆ, ਠੀਕ ਹੈ। ਉੱਥੇ ਕੀ ਹੈ, ਮੰਦੀ ਤਾਂ ਆਉਣੀ ਸੀਗੀ। ਤਾਂ ਫਿਰ ਉਹ ਮੱਠ ਦੇ ਜਿਹੜੇ ਹੈੱਡ ਸੀਗੇ ਕੇਸ਼ਵ ਨੰਦਾ ਭਾਰਤੀ ਜੀ, ਉਹਨਾਂ ਨੇ ਜਾ ਕੇ ਕੀ ਕੀਤਾ, ਕੇਸ ਕਰਤਾ ਸਰਕਾਰ ਦੇ ਉੱਪਰ। ਅੱਛਾ ਜੀ, ਕੇਸ ਕਰਤਾ। ਉਸ ਕੇਸ ਦੇ ਵਿੱਚ ਕੀ ਕਿਹਾ ਉਹਨਾਂ ਨੇ, ਤੁਹਾਨੂੰ ਮੈਂ ਦੱਸਦਾ। ਇਹ ਕੇਸ ਬੇਸਿਕਲੀ ਕੀ ਕੀਤਾ ਵੀ ਇਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ, ਤੁਹਾਨੂੰ ਯਾਦ ਹੋਊਗਾ ਜਿਹੜਾ ਰਾਈਟ ਟੂ ਪ੍ਰੋਪਰਟੀ ਹੈਗਾ, ਪਹਿਲਾਂ ਫੰਡਾਮੈਂਟਲ ਰਾਈਟ ਹੁੰਦਾ ਸੀਗਾ। ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈਗਾ ਉਹ ਵਾਇਲੇਟ ਹੋ ਰਿਹਾ ਥਰੂ ਲੈਂਡ ਰਿਫਾਰਮ ਐਕਟ। ਤੁਹਾਨੂੰ ਤਾਂ ਹੀ ਪਤਾ ਵੀ ਬਾਅਦ ਦੇ ਵਿੱਚ ਜਿਹੜਾ ਫੰਡਾਮੈਂਟਲ ਰਾਈਟ ਹੈਗਾ ਉਹਨੂੰ ਹਟਾ ਕੇ, ਠੀਕ ਹੈ ਜੀ, ਫੰਡਾਮੈਂਟਲ ਰਾਈਟ ਤੋਂ ਹਟਾ ਦਿੱਤਾ ਗਿਆ ਰਾਈਟ ਟੂ ਪ੍ਰੋਪਰਟੀ ਨੂੰ, ਠੀਕ ਹੈ। ਉਹ ਤੁਹਾਨੂੰ ਚਲੋ ਕਹਾਣੀ ਮੈਂ ਫੇਰ ਕਿਤੇ ਸੁਣਾਉਂਗਾ। ਤਾਂ ਕਹਿਣ ਦਾ ਮਤਲਬ ਕੀ ਆ, ਇਹ ਡਾਇਰੈਕਟ ਕੋਰਟ ਦੇ ਵਿੱਚ ਚਲੇ ਗਏ। ਹੁਣ ਕੋਰਟ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਵੀ ਕੋਰਟ ਦੇ ਵਿੱਚ ਇਹ ਚੈਲੰਜ ਹੋ ਗਿਆ ਵੀ ਕੀ ਪਾਰਲੀਮੈਂਟ ਕੋਲੇ ਇੰਨੀ ਪਾਵਰ ਹੈਗੀ ਹੈ ਵੀ ਇਹ ਜਿਹੜਾ ਆਪਣਾ ਕਨਸਟੀਟਿਊਸ਼ਨ ਹੈਗਾ ਵੀ ਉਹਦੇ ਜਿਹੜੇ ਬੇਸਿਕ ਸਟਰਕਚਰ ਹੈਗੀ ਉਹਨੂੰ ਚੇਂਜ ਕਰ ਸਕਦੀ ਹੈ, ਠੀਕ ਹੈ। ਤਾਂ ਜਦੋਂ ਪਹਿਲਾਂ ਗੋਲਖਨਾਥ ਵਾਲਾ ਕੇਸ ਹੋਇਆ ਸੀ, ਉਹ ਚਲੋ ਮੈਂ ਅੱਗੇ ਕੁਐਸਚਨ 'ਚ ਪੜਾਉਂਗਾ, ਉਦੋਂ ਮਤਲਬ ਕਿ ਜਿਹੜੀ ਸੁਪਰੀਮ ਕੋਰਟ ਸੀ ਜਾਂ ਨਿਆਂਪਾਲਿਕਾ ਸੀਗੀ, ਜੁਡੀਸ਼ਰੀ ਸੀ, ਉਹਨੇ ਕਹਿਤਾ ਸੀ ਹਾਂ ਮਤਲਬ ਕਿ ਪਾਰਲੀਮੈਂਟ ਕੋਲੇ ਅਧਿਕਾਰ ਹੈਗਾ, ਪਾਵਰ ਹੈਗਾ, ਇਹ ਫੰਡਾਮੈਂਟਲ ਰਾਈਟ ਨੂੰ ਚੇਂਜ ਕਰ ਸਕਦੀ ਹੈ, ਯਾਨੀ ਕਿ ਬੇਸਿਕ ਸਟਰਕਚਰ ਨੂੰ ਚੇਂਜ ਕਰ ਸਕਦੀ ਹੈ। ਪਰ ਕੇਸ਼ਵ ਨੰਦਾ ਭਾਰਤੀ ਕੇਸ ਤੋਂ ਬਾਅਦ ਇਹ ਚੀਜ਼ ਸਾਹਮਣੇ ਨਿਕਲ ਕੇ ਆਈ ਵੀ ਪਾਰਲੀਮੈਂਟ ਕੋਲੇ ਪਾਵਰ ਤਾਂ ਹੈਗੀ ਹੈ, ਪਰ ਵਿਦਾਊਟ ਬੇਸਿਕ ਸਟਰਕਚਰ ਦੇ ਵਿੱਚ ਛੇੜਖਾਨੀ ਕੀਤੇ ਬਿਨਾ ਇਹ ਕੁਝ ਚੀਜ਼ਾਂ ਚੇਂਜ ਕਰ ਸਕਦੀ ਹੈ। ਉਹ ਕਿਹੜੀਆਂ ਚੀਜ਼ਾਂ ਨਹੀਂ ਚੇਂਜ ਕਰ ਸਕਦੀ, ਉਹ ਤੁਹਾਨੂੰ ਮੈਂ ਅੱਗੇ ਦੱਸਦਾ। ਤਾਂ ਕਹਿਣ ਦਾ ਮਤਲਬ ਇਹ ਇੱਕ ਬਹੁਤ ਵੱਡਾ ਮਤਲਬ ਕਿ ਇਹ ਜਿਹੜੀ ਇਹਦੀ ਸੁਣਵਾਈ ਆਈ ਸੀ 300-400 ਪੇਜਾਂ ਦੀ ਆਈ ਸੀ। ਅੱਛਾ, ਇੱਕ ਹੋਰ ਇੰਟਰਸਟਿੰਗ ਗੱਲ ਹੈਗੀ ਹੈ, ਇਹ ਸਭ ਤੋਂ ਲੰਬਾ ਚੱਲਿਆ ਸੀ ਕੇਸ, ਕਹਿੰਦੇ ਆ ਵੀ 68 ਦਿਨ ਕੇਸ ਚੱਲਿਆ ਸੀਗਾ। ਤਾਂ ਬਾਕੀ ਜਿਹੜੇ ਇੰਪੋਰਟੈਂਟ ਕੇਸ ਚੱਲ ਰਹੇ ਸੀ ਉਹ ਸਾਰੇ ਕੀ ਕਰ ਦਿੱਤੇ ਗਏ ਸੀਗੇ, ਰੋਕ ਦਿੱਤੇ ਗਏ ਸੀਗੇ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਜੱਜ ਕਿੰਨੇ ਬੈਠੇ ਸੀ। ਇਹਦੇ ਵਿੱਚ ਜੇ ਮੈਂ ਜੱਜ ਦੀ ਗੱਲ ਕਰੂੰਗਾ ਨਾ ਤਾਂ 13 ਜੱਜ ਬੈਠੇ ਸੀਗੇ। ਇਹ 13 ਜੱਜ ਕਿਉਂ ਆ, 12 ਕਿਉਂ ਨਹੀਂ ਹੋ ਸਕਦੇ? ਜੱਜ ਹਮੇਸ਼ਾ ਔਡ ਨੰਬਰ 'ਚ ਹੁੰਦੇ ਆ। ਜੇ ਮੈਂ
ਗੋਲਕਨਾਥ ਕੇਸ ਦੀ ਗੱਲ ਕਰਾਂ ਉਹ ਵਰਸਿਸ ਸਟੇਟ ਆਫ ਪੰਜਾਬ ਸੀਗਾ, ਉਹਦੇ ਚ 11 ਜੱਜ ਸੀਗੇ। ਔਰ ਤਾਂ ਰੱਖੇ ਜਾਂਦੇ, ਮੰਨ ਲਓ ਜੇ 12 ਹੋਣਗੇ ਤਾਂ 6 ਕਹਿ ਦੇਣਗੇ ਭਾਈ ਕੇਸ਼ਵ ਨੰਦਾ ਭਾਰਤੀ ਵੱਲ ਹੋ ਜਾਣਗੇ, 6 ਸਰਕਾਰ ਵੱਲ ਹੋ ਜਾਣਗੇ, ਫੈਸਲਾ ਫਿਰ ਆਉਣਾ ਨਹੀਂਗਾ। ਤੇ ਇਸ ਕਰਕੇ ਔਰ ਰੱਖੇ ਜਾਂਦੇ ਆ ਵੀ ਜਿੱਧਰ ਇੱਕ ਵੱਧ ਹੋਊਗਾ ਉਧਰ ਕੀ ਹੋ ਜਾਊਗਾ, ਫੈਸਲਾ ਹੋ ਜਾਊਗਾ। ਤਾਂ ਇਸ ਕੇਸ ਦੇ ਵਿੱਚ ਚਾਹੇ ਕੇਸ਼ਵ ਨੰਦਾ ਭਾਰਤੀ ਜੀ ਕੇਸ ਹਾਰ ਗਏ ਸੀਗੇ, ਪਰ ਇਹਦੇ ਵਿੱਚ ਦੇਸ਼ ਜਿੱਤ ਗਿਆ ਸੀ। ਉਹਦਾ ਕਾਰਨ ਕੀ ਹੈ ਕਿ ਜਿਹੜਾ ਅਜਿਹੀ ਇੱਕ ਮਤਲਬ ਕਿ ਇਸ ਕੇਸ ਨੂੰ ਇੱਕ ਲੈਂਡਮਾਰਕ ਮੰਨਿਆ ਜਾਂਦਾ ਵੀ ਇਸ ਕੇਸ ਤੋਂ ਬਾਅਦ ਇੱਕ ਨਵੀਂ ਚੀਜ਼ ਸਾਹਮਣੇ ਆਈ ਵੀ ਜਿਹੜਾ ਆਪਣਾ ਬੇਸਿਕ ਸਟਰਕਚਰ ਹੈਗਾ ਉਹ ਆਪਾਂ ਨਹੀਂ ਚੇਂਜ ਕਰ ਸਕਦੇ। ਹੁਣ ਦੇਖੋ ਇਹਦੇ ਵਾਸਤੇ ਕੀ ਕੀਤਾ, ਉਸ ਟਾਈਮ ਦੇ ਜਿੰਨੇ ਵੀ ਜੱਜ ਸੀਗੇ ਹਰੇਕ ਦੇਸ਼ ਦਾ ਕੀ ਕੀਤਾ ਗਿਆ, ਸੰਵਿਧਾਨ ਪੜਿਆ ਗਿਆ। ਫਿਰ ਆਖਰ ਤੇ ਆ ਕੇ ਉਹਨਾਂ ਨੇ ਸੰਵਿਧਾਨ ਪੜਿਆ ਜਰਮਨੀ ਦਾ। ਜਰਮਨੀ ਦੇ ਸੰਵਿਧਾਨ ਦੇ ਵਿੱਚ ਵੀ ਇੱਕ ਗਲਤੀ ਹੋਈ ਸੀਗੀ, ਜਰਮਨੀ ਦੇ ਸੰਵਿਧਾਨ ਦੇ ਵਿੱਚ ਵੀ ਇੱਕ ਗਲਤੀ ਹੋਈ ਸੀ ਜਿਹੜੀ ਹਿਟਲਰ ਨੇ ਫੜੀ ਸੀਗੀ। ਤਾਂ ਉਸੇ ਦੇ ਤਹਿਤ ਹਿਟਲਰ ਨੇ ਕੀ ਕਰਤਾ ਸੀ, ਉਹਨੂੰ ਡੈਮੋਕ੍ਰੇਟੀ ਤੋਂ ਹਟਾ ਕੇ ਤਾਨਾਸ਼ਾਹੀ ਯਾਨੀ ਕਿ ਲਾਗੂ ਕਰਤਾ ਸੀ ਦੇਸ਼ ਦੇ ਵਿੱਚ, ਕਿਉਂਕਿ ਉਹਨਾਂ ਦੇ ਸੰਵਿਧਾਨ ਦੇ ਵਿੱਚ ਗਲਤੀ ਸੀਗੀ। ਤਾਂ ਉਹ ਗਲਤੀ ਆਪਾਂ ਨਹੀਂ ਕਰਨੀ ਚਾਹੁੰਦੇ ਸੀ, ਆਪਾਂ ਉਹ ਗਲਤੀ ਨੂੰ ਕੀ ਕੀਤਾ, ਸੁਧਾਰਿਆ। ਤਾਂ ਉਸ ਗਲਤੀ ਨੂੰ ਸੁਧਾਰ ਕੇ ਆਪਾਂ ਕੀ ਕੀਤਾ ਵੀ ਆਪਣੀ ਜਿਹੜੀ ਪਾਵਰ ਹੈਗੀ ਆ ਉਹ ਪਾਰਲੀਮੈਂਟ ਕੋਲੇ ਹੈਗੀ ਹੈ ਵੀ ਪਾਰਲੀਮੈਂਟ 368 ਦੇ ਅਧੀਨ ਅਮੈਂਡਮੈਂਟ ਕਰ ਸਕਦੀ ਹੈ, ਪਰ ਬੇਸਿਕ ਸਟਰਕਚਰ ਦੀ ਛੇੜਖਾਨੀ ਕੀਤੇ ਬਿਨਾ। ਇਹ ਕਦੋਂ ਹੋਇਆ ਸੀ, ਇਹ ਕੇਸ਼ਵ ਨੰਦਾ ਭਾਰਤੀ ਕੇਸ ਤੋਂ ਬਾਅਦ ਹੋਇਆ ਸੀ। ਤਾਂ 13 ਜੱਜ ਸੀਗੇ ਤਾਂ 7-6 ਨਾਲ ਫੈਸਲਾ ਹੋ ਗਿਆ ਸੀਗਾ। 7 ਕੀ ਸੀਗੇ, ਸਰਕਾਰ ਦੇ ਹੱਕ 'ਚ ਸੀਗੇ, ਤੇ 6 ਸੀਗੇ ਕੇਸ਼ਵ ਨੰਦਾ ਜੀ ਦੇ ਹੱਕ ਦੇ ਵਿੱਚ। ਠੀਕ ਹੈ ਜੀ, ਇਹ ਸੀਗੀ ਲੰਬੀ ਚੌੜੀ ਕਹਾਣੀ। ਬਾਕੀ ਇਹਦੇ ਬਾਰੇ ਕੋਈ ਬਹੁਤ ਡਿਟੇਲ 'ਚ ਅਗਰ ਆਪਾਂ ਗੱਲ ਕਰਨੀ ਹੋਈ ਤਾਂ ਆਪਾਂ ਫਿਰ ਕਦੇ ਕਰ ਲਾਂਗੇ। ਤਾਂ ਬੇਸਿਕਲੀ ਹੁਣ ਜਿਹੜਾ ਬੇਸਿਕ ਸਟਰਕਚਰ ਹੈਗਾ ਆਪਣੇ ਦੇਸ਼ ਦਾ, ਆਪਣੇ ਸੰਵਿਧਾਨ ਦਾ, ਉਹ ਆਪਾਂ ਨਹੀਂ ਚੇਂਜ ਕਰ ਸਕਦੇ। ਠੀਕ ਹੈ, ਉਹਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ, 7-8 ਜਿਹੜੀਆਂ ਟਰਮਾਂ ਹੈਗੀਆਂ ਨੇ ਉਹ ਆਪਾਂ ਪੜ੍ਹ ਲਾਂਗੇ। ਓਕੇ ਆ ਜੀ। ਤਾਂ ਇਹ ਜਿਹੜੀ ਚੀਜ਼ ਲੈ ਕੇ ਆਇਆ ਸੀ ਬੇਸਿਕ ਸਟਰਕਚਰ ਨੂੰ, ਇਨਵੈਂਟ ਕਿਹਨੇ ਕੀਤਾ, ਜੁਡੀਸ਼ਰੀ ਨੇ ਕੀਤਾ, ਨਿਆਂਪਾਲਿਕਾ ਨੇ ਹੀ ਇਨਵੈਂਟ ਕੀਤਾ। ਕਦੋਂ ਕੀਤਾ, ਕੇਸ਼ਵ ਨੰਦਾ ਭਾਰਤੀ ਕੇਸ ਤੋਂ ਬਾਅਦ ਕੀਤਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। ਅਗਲਾ ਕੁਐਸਚਨ ਦੀ ਗੱਲ ਕਰਦੇ ਹੁਣ ਆਪਣਾ। ਅਗਲਾ ਕੁਐਸਚਨ ਕੀ ਕਹਿੰਦਾ ਜੀ, ਕਹਿੰਦਾ ਵਿਚ ਵਨ ਆਫ ਦਾ ਫੋਲੋਇੰਗ ਕੈਟਾਗਰੀਜ਼ ਆਫ ਦਾ ਫੰਡਾਮੈਂਟਲ ਰਾਈਟ, ਠੀਕ ਹੈ ਜੀ, ਇਨਕੋਰਪੋਰੇਟਸ ਪ੍ਰੋਟੈਕਸ਼ਨ ਅਗੇਂਸਟ ਦਾ ਅਨਟਚੇਬਿਲਿਟੀ ਐਜ਼ ਅ ਫਾਰਮ ਆਫ ਦਾ ਡਿਸਕ੍ਰਿਮੀਨੇਸ਼ਨ। ਠੀਕ ਹੈ, ਪੰਜਾਬੀ ਚ ਪਹਿਲਾਂ ਪੜ੍ਹਦੇ ਹਾਂ। ਠੀਕ ਹੈ ਜੀ, ਅਨਟਚੇਬਿਲਿਟੀ ਕੀ ਹੁੰਦੀ ਹੈ, ਛੂਤ ਛਾਤ। ਠੀਕ ਹੈ ਜੀ, ਛੂਤ ਛਾਤ। ਜਿਵੇਂ ਲੋਕ ਪੁਰਾਣੇ ਆਪਣੇ ਕੀ ਹੁੰਦਾ ਸੀ ਨਾ, ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸੀ ਲੋਕ, ਤੇ ਜਾਤਾਂ ਪਾਤਾਂ ਦੇ ਆਧਾਰ ਤੇ ਕੀ ਕਰਦੇ ਸੀਗੇ, ਜਾਤਾਂ ਪਾਤਾਂ ਦੇ ਆਧਾਰ ਤੇ ਕੀ ਕਰਦੇ ਸੀਗੇ। ਜਸਟ ਇੱਕ ਸੈਕਿੰਡ ਯਾਰ, ਇੱਕ ਬਹੁਤ ਜ਼ਰੂਰੀ ਫੋਨ ਆ ਰਿਹਾ, ਇੱਕ ਸੈਕਿੰਡ ਰੁਕ ਜਾਓ ਬਸ, ਫਿਰ ਆਪਾਂ ਗੱਲ ਕਰਦੇ ਹਾਂ। ਬਹੁਤ ਜ਼ਰੂਰੀ ਫੋਨ ਆ। ਹਾਂਜੀ ਰਾਜੀ, ਸੌਰੀ ਕੁਝ ਸ਼ਰਾਰਤੀ ਆਨਸਰ ਆ ਜਾਂਦੇ ਕਈ ਵਾਰੀ ਜਿਹੜੇ ਤੰਗ ਕਰਨ ਵਾਸਤੇ, ਘਰ ਦੇ ਨੇੜੇ ਤੇੜੇ। ਚਲੋ ਆਪਾਂ ਗੱਲ, ਅੱਛਾ ਪਿਛਲੀ ਗੱਲ ਕਰਦੇ ਸੀ ਆਪਾਂ ਨਾ, ਬੇਸਿਕ ਸਟਰਕਚਰ ਦੀ ਗੱਲ ਕਰਦੇ ਸੀਗੇ। ਹੋ ਸਕਦਾ ਵੀ ਕਈ ਬੰਦਿਆਂ ਨੂੰ ਆਏ ਹੋਵੇ ਵੀ ਕਿਹੜਾ ਬੇਸਿਕ ਸਟਰਕਚਰ ਹੁੰਦਾ। ਹੁਣ ਆਪਣੇ ਸੰਵਿਧਾਨ ਦਾ ਬੇਸਿਕ ਸਟਰਕਚਰ ਕੀ ਹੈਗਾ ਵੀ ਜਿਹੜਾ ਆਪਣਾ ਦੇਸ਼ ਹੈਗਾ ਉਹ ਸੈਕੂਲਰ ਹੈ। ਠੀਕ ਹੈ ਜੀ, ਆਪਣੇ ਵਿੱਚ ਪਾਵਰਾਂ ਸੈਪਰੇਸ਼ਨ ਆਫ ਪਾਵਰਸ ਨੇ, ਸੈਂਟਰ ਸਰਕਾਰ ਤੇ ਜਿਹੜੀ ਸਟੇਟ ਸਰਕਾਰ ਦੇ ਵਿਚਕਾਰ ਪਾਵਰਾਂ ਦੀ ਵੰਡ ਕੀਤੀ ਹੋਈ ਹੈ, ਡੈਮੋਕ੍ਰੈਟਿਕ ਦੇਸ਼ ਆ ਆਪਣਾ। ਠੀਕ ਹੈ ਜੀ, ਤਾਂ ਜਾਨੀ ਕਿ ਇਹ ਸਾਰਾ ਜਿਹੜਾ ਚੀਜ਼ਾਂ ਹੈਗੀਆਂ ਨੇ ਇਹ ਬੇਸਿਕ ਸਟਰਕਚਰ ਦੇ ਅੰਡਰ ਹੀ ਆਉਂਦੀਆਂ ਨੇ। ਇਹਦੇ ਬਾਰੇ ਆਪਾਂ ਇੱਕ ਅਲੱਗ ਤੋਂ ਚਰਚਾ ਕਰਾਂਗੇ। ਅੱਗੇ ਚੱਲਦੇ ਹਾਂ ਜੀ। ਅਗਲਾ ਜਿਹੜਾ ਕੁਐਸਚਨ ਮੈਂ ਪੜ੍ਹ ਰਿਹਾ ਸੀ, ਇਹ ਪੜ੍ਹ ਰਿਹਾ ਸੀਗਾ ਵੀ ਵਿਚ ਵਨ ਆਫ ਦਾ ਫੋਲੋਇੰਗ ਕੈਟਾਗਰੀ ਆਫ ਦਾ ਫੰਡਾਮੈਂਟਲ ਰਾਈਟ ਇਨਕੋਰਪੋਰੇਟਸ ਪ੍ਰੋਟੈਕਸ਼ਨ ਅਗੇਂਸਟ ਦਾ ਅਨਟਚੇਬਿਲਿਟੀ ਐਜ਼ ਦਾ ਫਾਰਮ ਆਫ ਡਿਸਕ੍ਰਿਮੀਨੇਸ਼ਨ। ਅਨਟਚੇਬਿਲਿਟੀ ਦਾ ਮਤਲਬ ਹੁੰਦਾ ਵੀ ਮਤਲਬ ਕਿ ਜਿਵੇਂ ਆਪਾਂ ਡਿਸਕ੍ਰਿਮੀਨੇਸ਼ਨ ਕਰਦੇ ਆ ਨਾ, ਵਿਤਕਰਾ ਕਰਦੇ ਆ ਆਪਾਂ, ਛੂਤ ਛਾਤ, ਯਾਨੀ ਕਿ ਆਪਾਂ ਕਿਸੇ ਨੂੰ ਆਪਣਾ ਕੋਈ ਜਿਹੜਾ ਦੇਸ਼ ਹੈਗਾ ਰਾਜੇ, ਅਗਰ ਪੁਰਾਣੇ ਸਮੇਂ ਦੇ ਪਿੱਛੇ ਜਾਈਏ ਥੋੜਾ ਜਿਹਾ, ਆਪਾਂ ਅੱਜ ਤੋਂ 10 ਸਾਲ 15 ਸਾਲ 20 ਸਾਲ 25 ਸਾਲ 30 ਸਾਲ ਜਿਵੇਂ ਜਿਵੇਂ ਪਿੱਛੇ ਜਾਈ ਜਾਵਾਂਗੇ, ਛੂਤ ਛਾਤ ਵਾਲਾ ਚੀਜ਼ ਵਧੀ ਜਾਊਗੀ, ਵੱਧਦੀ ਦਿਖੂਗੀ। ਚਲੋ ਅੱਜ ਦਾ ਜ਼ਮਾਨਾ ਆ ਗਿਆ, ਆਪਾਂ ਥੋੜੇ ਮਾਡਰਨ ਹੋ ਗਏ ਆ, ਪੜ੍ਹੇ ਲਿਖੇ ਹੋ ਗਏ ਆ, ਇਹ ਚੀਜ਼ਾਂ ਨੂੰ ਆਪਾਂ ਨਹੀਂ ਗੌਲਦੇ, ਪਰ ਪੁਰਾਣੇ ਟਾਈਮ ਤੇ ਚੀਜ਼ਾਂ ਬਹੁਤ ਸੀਗੀਆਂ। ਪੁਰਾਣੇ ਟਾਈਮ ਤੇ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ ਸੀਗੇ ਨੀਵੀਂ ਜਾਤ ਵਾਲਿਆਂ ਨੂੰ। ਵੈਸੇ ਚਲੋ ਮੈਂ ਤਾਂ ਨਹੀਂ ਕਹਿੰਦਾ, ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਤੇ ਚਾਹੇ ਗੁਰੂ ਨਾਨਕ ਦੇਵ ਜੀ ਹੈਗੇ ਨੇ, ਚਾਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਉਹਨਾਂ ਨੇ ਵੀ ਕਿਹਾ ਕਿ ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ। ਤਾਂ ਗੁਰੂਆਂ ਨੇ, ਹਰੇਕ ਧਰਮ ਦੇ ਗੁਰੂ ਪੀਰਾਂ ਨੇ ਇਹਦੇ ਉੱਪਰ ਬਹੁਤ ਯਾਨੀ ਕਿ ਲੋਕਾਂ ਨੂੰ ਸਮਝਾਇਆ, ਪਰ ਆਪਣੇ ਮੰਦਬੁੱਧੀ ਹੈ ਆਪਾਂ ਜਿਹੜੇ ਇਨਸਾਨ ਆ, ਸਭ ਤੋਂ ਚਾਹੇ ਆਪਾਂ ਨੂੰ ਸਰਵੋਤਮ ਬੁੱਧੀ ਬਖਸ਼ੀ ਆ ਮਹਾਰਾਜ ਨੇ, ਪਰ ਆਪਾਂ ਫਿਰ ਵੀ ਬਹੁਤ ਨੀਵੇਂ ਆ। ਤਾਂ ਕਹਿਣ ਦਾ ਮਤਲਬ ਕੀ ਹੈਗਾ ਵੀ ਜਿਹੜਾ ਹੁਣ ਇਹਦੇ ਵਿੱਚ ਜਿਹੜਾ ਆਪਣਾ ਸੰਵਿਧਾਨ ਹੈਗਾ, ਕਿਉਂਕਿ ਸੰਵਿਧਾਨ ਕਿਹਨੇ ਬਣਾਇਆ, ਡਾਕਟਰ ਬੀ ਆਰ ਅੰਬੇਦਕਰ ਜੀ ਨੇ ਬਣਾਇਆ, ਤੇ ਉਹਨਾਂ ਨੇ ਇਹ ਚੀਜ਼ਾਂ ਨੂੰ ਬਹੁਤ ਫੇਸ ਕੀਤਾ ਹੋਇਆ ਕਿਸੇ ਟਾਈਮ ਤੇ। ਤਾਂ ਉਹਨਾਂ ਨੇ ਇਹ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਰੱਖੀ ਸੀ, ਉਹ ਰੱਖੀ ਹੈ ਜੀ ਆਪਣੇ ਕੋਲੇ ਰਾਈਟ ਟੂ ਇਕੁਐਲਿਟੀ, ਯਾਨੀ ਕਿ ਬਰਾਬਰੀ ਦਾ ਅਧਿਕਾਰ। ਰਾਈਟ ਟੂ ਇਕੁਐਲਿਟੀ ਜਿਹੜੀ ਹੈਗੀ ਹੈ ਉਹ ਆਪਾਂ ਨੂੰ ਪ੍ਰੋਟੈਕਟ ਕਰਦੀ ਹੈ ਇਸ ਚੀਜ਼ ਦੇ ਬਰਖਲਾਫ, ਛੂਤ ਛਾਤ ਦੇ ਵਿਰੁੱਧ ਸੁਰੱਖਿਆ ਨੂੰ ਮਤਲਬ ਕੀ ਕਰਦੀ ਹੈ, ਸ਼ਾਮਲ ਕਰਦੀ ਹੈ। ਬੰਦੇ ਦੇ ਜਿਹੜੇ ਅਧਿਕਾਰ ਹੈਗੇ ਆ, ਰਾਈਟ ਟੂ ਇਕੁਐਲਿਟੀ ਜਿਹੜਾ ਹੈਗਾ ਆਪਣਾ, ਉਹ ਆਰਟੀਕਲ ਕਰਦਾ। ਹੁਣ ਰਾਈਟ ਟੂ ਇਕੁਐਲਿਟੀ ਹੈ ਕੀ ਹੈ, ਇਹਦੇ ਬਾਰੇ ਚਰਚਾ ਕਰਨੀ ਬਣਦੀ ਹੈ। ਰਾਈਟ ਟੂ ਇਕੁਐਲਿਟੀ ਹੈ ਕੀ ਹੈ, ਬੇਸਿਕਲੀ ਜਿਹੜਾ ਆਰਟੀਕਲ ਨੰਬਰ 14 ਤੋਂ ਲੈ ਕੇ 18 ਤੱਕ ਹੈਗਾ, ਆਰਟੀਕਲ 14 ਤੋਂ ਜਿਹੜੇ 18 ਹੈਗੇ ਆ ਰਾਜੇ, ਇਹ ਸਾਰੇ ਕਿਹਦੀ ਗੱਲ ਕਰਦੇ ਆ, ਇਹ ਸਾਰੇ ਗੱਲ ਕਰਦੇ ਆ ਜੀ ਰਾਈਟ ਟੂ ਇਕੁਐਲਿਟੀ ਦੀ ਗੱਲ ਕਰਦੇ ਆ।
ਹੁਣ ਸਮਝੋ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਹੁਣ ਜੇ ਮੈਂ ਆਰਟੀਕਲ ਨੰਬਰ 14 ਦੀ ਗੱਲ ਕਰੂੰਗਾ, ਕੱਲੇ ਆਰਟੀਕਲ ਦੇ ਵਿੱਚ ਇੱਕ ਚੀਜ਼ ਡਿਫਾਈਨ ਕੀਤੀ ਹੋਈ ਹੈ। ਇਹਦਾ ਮਤਲਬ ਹੈਗਾ ਜੀ ਆਰਟੀਕਲ ਨੰਬਰ 14 ਦਾ ਮਤਲਬ ਹੈਗਾ ਇਕੁਐਲਿਟੀ ਬਿਫੋਰ ਲਾਅ। ਠੀਕ ਹੈ ਜੀ, ਇਕੁਐਲਿਟੀ ਬਿਫੋਰ ਲਾਅ ਕਹਿਣ ਦਾ ਭਾਵ ਕੀ ਹੈਗਾ ਵੀ ਹੁਣ ਤੁਸੀਂ ਕੋਰਟ ਚਲੇ ਜਾਓ, ਤੁਹਾਨੂੰ ਕਦੇ ਐ ਪੁੱਛਣਗੇ ਵੀ ਤੂੰ ਕਿਹੜੀ ਜਾਤ ਦਾ ਜਾਂ ਕਿਹੜੇ ਧਰਮ ਦਾ ਹੈਗਾ, ਤੈਨੂੰ ਤਾਂ ਨਿਆਂ ਮਿਲੂਗਾ? ਨਹੀਂ, ਆਪਣੇ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਨੇ। ਹੁਣ ਮੰਨ ਲਓ ਕੱਲ ਨੂੰ ਆਪਾਂ ਕੋਈ ਕ੍ਰਾਈਮ ਕਰ ਦਿੰਦਾ, ਕੋਈ ਸਿੰਪਲ ਬੰਦਾ, ਤੇ ਕੱਲ ਨੂੰ ਕੋਈ ਨੇਤਾ ਕ੍ਰਾਈਮ ਕਰ ਦਿੰਦਾ, ਸਭ ਨੂੰ ਬਰਾਬਰ ਸਜ਼ਾ ਮਿਲੂਗੀ। ਉਹ ਵੱਖਰੀ ਗੱਲ ਹੈ, ਆਪਣੇ ਦੇਸ਼ 'ਚ ਇਹ ਚੀਜ਼ 100% ਇੰਪਲੀਮੈਂਟ ਨਹੀਂ ਹੁੰਦੀ, ਪਰ ਆਪਣਾ ਸੰਵਿਧਾਨ ਕੀ ਕਹਿੰਦਾ ਵੀ ਹਰੇਕ ਬੰਦਾ ਉਸ ਕਾਨੂੰਨ ਦੇ ਅੱਗੇ ਕੀ ਆ, ਬਰਾਬਰ ਹੈ, ਚਾਹੇ ਕੋਈ ਕਿੰਨੀ ਮਰਜ਼ੀ ਤਕੜੀ ਪੋਸਟ ਤੇ ਹੋਵੇ। ਹੁਣ ਤੁਸੀਂ ਦੇਖਿਆ ਹੋਊਗਾ ਕਈ IPS ਅਫਸਰ ਜਿਹੜੇ ਹੈਗੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਤੇ ਆਮ ਲੋਕਾਂ ਨੂੰ ਵੀ ਸਜ਼ਾ ਮਿਲਦੀ ਹੈ। ਤਾਂ ਇਹਦਾ ਮਤਲਬ ਕੀ ਹੈਗਾ ਜੀ, ਇਕੁਐਲਿਟੀ ਬਿਫੋਰ ਲਾ, ਆਰਟੀਕਲ 14 ਕਹਿੰਦਾ ਆਪਣਾ। ਇਸ ਤੋਂ ਬਾਅਦ ਮੈਂ ਆਰਟੀਕਲ ਨੰਬਰ 15 ਦੇ ਵਿੱਚ ਜਾਊਂਗਾ। ਆਰਟੀਕਲ 15 ਕੀ ਕਹਿੰਦਾ ਆਪਾਂ ਨੂੰ, ਪ੍ਰੋਬੇਸ਼ਨ ਆਫ ਦਾ ਡਿਸਕ੍ਰਿਮੀਨੇਸ਼ਨ ਬੇਸਡ ਔਨ ਦਾ, ਠੀਕ ਹੈ ਜੀ, ਰਿਲੀਜਨ ਦੇ ਬੇਸ ਦੇ ਉੱਪਰ। ਕੋਈ ਤੁਹਾਨੂੰ ਬੰਦਾ ਕਿਸੇ ਧਰਮ ਦੇ ਬੇਸ ਦੇ ਉੱਤੇ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦਾ। ਭਾਈ ਤੂੰ ਸਿੱਖ ਹੈ, ਤੈਨੂੰ ਨਹੀਂ ਅਸੀਂ ਅੰਦਰ ਵੜਨ ਦੇਣਾ, ਜਾਂ ਤੈਨੂੰ ਅਸੀਂ ਨੌਕਰੀ ਨਹੀਂ ਦੇਣੀ ਸਰਕਾਰੀ, ਜਾਂ ਫਿਰ ਤੈਨੂੰ ਅਸੀਂ ਆ ਜਿਹੜੀ ਕੋਈ ਸਕੀਮ ਹੈ ਸਰਕਾਰ ਨੇ ਲਾਗੂ ਕੀਤੀ ਤੈਨੂੰ ਨਹੀਂ ਮਿਲੂਗੀ, ਸਿੱਖ ਧਰਮ ਨੂੰ ਨਹੀਂ ਮਿਲੂਗੀ। ਠੀਕ ਹੈ, ਇਹ ਡਿਸਕ੍ਰਿਮੀਨੇਸ਼ਨ ਆਪਾਂ ਨਹੀਂ ਕਰ ਸਕਦੇ। ਰਿਲੀਜਨ ਦੇ ਬੇਸ ਤੇ ਨਹੀਂ ਕਰ ਸਕਦੇ, ਸੈਕਸ ਦੇ ਬੇਸ ਤੇ ਨਹੀਂ ਕਰ ਸਕਦੇ ਵੀ ਔਰਤਾਂ ਨੂੰ ਇਹ ਚੀਜ਼ ਨਹੀਂ ਮਿਲੂਗੀ, ਬੰਦਿਆਂ ਨੂੰ ਮਿਲੂਗੀ, ਜਾਂ ਟਰਾਂਸਜੈਂਡਰ ਨੂੰ ਇਹ ਚੀਜ਼ ਨਹੀਂ ਮਿਲੂਗੀ। ਠੀਕ ਹੈ ਜੀ, ਕਾਸਟ ਦੇ ਬੇਸ ਤੇ ਨਹੀਂ ਕਰ ਸਕਦੇ ਆਪਾਂ। ਤਾਂ ਵੱਖਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬੇਸ ਤੇ ਆਪਾਂ ਡਿਸਕ੍ਰਿਮੀਨੇਸ਼ਨ ਕਿਸੇ ਨਾਲ ਨਹੀਂ ਕਰ ਸਕਦੇ, ਭੇਦਭਾਵ ਨਹੀਂ ਕਰ ਸਕਦੇ, ਆਰਟੀਕਲ 15 ਕਹਿੰਦਾ। ਹੁਣ ਆਰਟੀਕਲ ਨੰਬਰ 16 ਕੀ ਕਹਿੰਦਾ? ਆਰਟੀਕਲ 16 ਕਹਿੰਦਾ ਜੀ ਇਕੁਅਲ, ਠੀਕ ਹੈ ਜੀ, ਇਕੁਅਲ ਓਪਰਚੁਨਿਟੀਜ਼। ਠੀਕ ਹੈ ਜੀ, ਇਕੁਅਲ ਓਪਰਚੁਨਿਟੀਜ਼ ਕਿਹਦੇ ਵਿੱਚ? ਸਰਕਾਰੀ ਨੌਕਰੀਆਂ ਵਿੱਚ, ਇੰਪਲੋਇਮੈਂਟ ਵਿੱਚ, ਸਰਕਾਰੀ ਸੁਵਿਧਾਵਾਂ ਦੇ ਵਿੱਚ। ਠੀਕ ਹੈ, ਹੁਣ ਕੋਈ ਇਹ ਤੁਸੀਂ ਫਾਰਮ ਸਾਰੇ ਭਰਦੇ ਹੋ ਸਰਕਾਰੀ ਨੌਕਰੀ ਦਾ, ਕਦੇ ਇਹ ਹੋਇਆ ਵੀ ਇਹ ਫਾਰਮ ਸਿੱਖ ਧਰਮ ਵਾਲੇ ਨਹੀਂ ਭਰ ਸਕਦੇ, ਜਾਂ ਇਹ ਜਿਹੜੇ SC BC ਬੱਚੇ ਉਹ ਫਾਰਮ ਨਹੀਂ ਭਰ ਸਕਦੇ? ਸਭ ਨੂੰ ਇਕੁਅਲ ਓਪਰਚੁਨਿਟੀ ਮਿਲਦੀ ਹੈ। ਉਹ ਵੱਖਰੀ ਗੱਲ ਹੈ ਵੀ ਜਿਹੜੀਆਂ ਆਪਣੇ ਦਬੇ ਕੁਚਲੇ ਲੋਕ ਵਰਗ ਸੀਗੇ ਕੁਝ, ਉਹਨਾਂ ਨੂੰ ਅਪਲਿਫਟ ਕਰਨ ਵਾਸਤੇ, ਜਿਵੇਂ ਹੁਣ ਵੂਮੈਨਸ ਨੂੰ 33% ਰਿਜ਼ਰਵੇਸ਼ਨ ਦਿੱਤੀ ਹੈ ਸਰਕਾਰ ਨੇ, ਕਿਉਂਕਿ ਜਿਹੜੀਆਂ ਆਪਣੀਆਂ ਔਰਤਾਂ ਹੈਗੀਆਂ ਉਹਨੂੰ ਹਮੇਸ਼ਾ ਦਬਾਇਆ ਗਿਆ ਪੁਰਾਣੇ ਟਾਈਮ 'ਚ। ਅੱਗੇ ਤੁਸੀਂ ਇਤਿਹਾਸ ਪੜ੍ਹੋਗੇ, ਠੀਕ ਹੈ ਜੀ। ਜਾਂ ਜਿਹੜੇ ਆਪਣੇ ਛੋਟੇ ਵਰਗ, ਦੇਖੋ ਮੈਂ ਨਹੀਂ ਮੰਨਦਾ, ਮੈਨੂੰ ਇਹ ਵਰਡ ਤਾਂ ਬੋਲਣਾ ਪੈ ਰਿਹਾ ਕਿਉਂਕਿ ਇਹ ਚੀਜ਼ ਮੈਂ ਬੋਲ ਕੇ ਤੁਹਾਨੂੰ ਸਮਝਾ ਸਕਦਾ। ਜਿਹੜੇ ਛੋਟੇ ਵਰਗ ਸਮਝਦੇ ਸੀ ਪੁਰਾਣੇ ਟਾਈਮ ਤੇ, ਜ਼ਿਮੀਂਦਾਰ ਜਿਹੜੇ ਸੀ ਤਕੜੇ ਸੀਗੇ, ਜਿਹੜੇ SC ST ਵਰਗ ਸੀਗੇ, ਉਹਨਾਂ ਨੂੰ ਕਾਫੀ ਦੇਰ ਉਹਨਾਂ ਨੇ ਬਹੁਤ ਚੀਜ਼ਾਂ ਸਹੀਆਂ ਨੇ, ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਸੰਵਿਧਾਨ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਜ਼ਰੂਰ ਦਿੱਤੀ ਹੋਈ ਹੈ। ਪਰ ਸਭ ਨੂੰ ਕੀ ਹੈ ਜੀ, ਸਮਾਨਤਾ ਦਾ ਅਧਿਕਾਰ ਹੈ, ਓਪਰਚੁਨਿਟੀ ਵਾਸਤੇ, ਸਰਕਾਰੀ ਨੌਕਰੀਆਂ ਵਾਸਤੇ, ਇੰਪਲੋਇਮੈਂਟ ਵਾਸਤੇ। ਠੀਕ ਹੈ ਜੀ, ਅੱਗੇ ਮੈਂ ਆਰਟੀਕਲ ਨੰਬਰ ਕੀ ਗੱਲ ਕਰੂੰਗਾ ਜੀ, 17 ਦੀ ਗੱਲ ਕਰਦੇ ਆ। ਆਰਟੀਕਲ 17 ਕਹਿੰਦਾ ਜੀ ਅਬੋਲਿਸ਼ਨ ਆਫ ਅਨਟਚੇਬਿਲਿਟੀ। ਹੁਣ ਅਨਟਚੇਬਿਲਿਟੀ ਦਾ ਮਤਲਬ ਹੈਗਾ ਛੂਤ-ਛਾਤ ਦਾ ਰੋਕਥਾਮ। ਛੂਤ-ਛਾਤ ਦੇ ਬੇਸ ਤੇ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਭਾਈ ਵੀ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਅਫਸਰਾਂ ਤੇ ਕਲਰਕ ਨੂੰ ਕਹੋਗੇ ਭਾਈ ਤੂੰ ਤਾਂ ਫਲਾਨੀ ਜਾਤ ਦਾ ਹੈਗਾ, ਤੂੰ ਮੇਰੇ ਨੇੜੇ ਨਾ ਲੱਗ, ਕਿਉਂਕਿ ਪੁਰਾਣੇ ਟਾਈਮ ਤੇ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ ਸੀਗੇ, ਪਰਛਾਵਾਂ ਪੈ ਜਾਂਦਾ ਸੀ ਤਾਂ 2 ਵਾਰੀ ਨਹਾਉਂਦੇ ਸੀ ਵੀ ਮੇਰੇ ਤੇ ਉਹ ਫਲਾਣੇ ਬੰਦੇ ਦਾ ਪਰਛਾਵਾਂ ਪੈ ਗਿਆ। ਉਹ ਚੀਜ਼ ਆਪਾਂ ਅੱਜ ਕੱਲ ਨਹੀਂ ਕਰ ਸਕਦੇ। ਇਹ ਆਰਟੀਕਲ 17 ਕਹਿੰਦਾ, 17 ਕਹਿੰਦਾ ਅਬੋਲਿਸ਼ਨ, ਠੀਕ ਹੈ, ਅਬੋਲਿਸ਼ਨ ਆਫ ਦਾ ਅਨਟਚੇਬਿਲਿਟੀ। ਅਗਰ ਲਾਸਟ ਮੈਂ, ਅੱਛਾ ਇੱਕ ਹੋਰ ਵੀ ਚੀਜ਼ ਹੈਗੀ ਹੈ, ਠੀਕ ਹੈ, ਜਿਹੜਾ ਇਹ ਆਰਟੀਕਲ ਨੰਬਰ 18 ਹੈਗਾ, ਆਰਟੀਕਲ ਨੰਬਰ ਜਿਹੜਾ 18 ਹੈਗਾ ਨਾ ਆਪਣਾ, ਆਰਟੀਕਲ ਨੰਬਰ ਜਿਹੜਾ 18 ਹੈਗਾ ਉਹਦੇ ਵਿੱਚ ਹੈਗਾ, ਇਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਦਾ ਛੋਟੀ ਜੀ ਹੋਰ, ਠੀਕ ਹੈ। 17 ਦੇ ਵਿੱਚ ਮੈਂ ਇੱਕ ਗੱਲ ਹੋਰ ਦੱਸ ਦਿੰਦਾ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਦੇਸ਼ ਦੇ ਵਿੱਚ ਇੱਕ ਸਪੈਸ਼ਲ ਐਕਟ ਵੀ ਆਇਆ ਹੋਇਆ ਹੈ, ਕਾਹਦੇ ਵਾਸਤੇ? ਠੀਕ ਹੈ ਜੀ, ਅਨਟਚੇਬਿਲਿਟੀ ਦੇ ਰੋਕਥਾਮ ਵਾਸਤੇ। ਉਹਨੂੰ ਕਹਿ ਦਿੰਦੇ ਆ ਜੀ, ਉਹਨੂੰ ਕਿਹੜਾ ਐਕਟ ਬੋਲਦੇ ਆ? ਜੇ ਤੁਹਾਨੂੰ ਪਤਾ ਹੈਗਾ ਤਾਂ ਤੁਸੀਂ ਇੱਥੇ ਵੀਡੀਓ ਪਾਊਜ਼ ਕਰਕੇ, ਠੀਕ ਹੈ ਜੀ, ਪਾਊਜ਼ ਕਰਕੇ ਤੁਸੀਂ ਦੱਸ ਸਕਦੇ ਹੋ। ਅਨਟਚੇਬਿਲਿਟੀ ਆਫੈਂਸਿਸ ਐਕਟ ਆਇਆ ਹੋਇਆ ਰਾਜੇ, ਇਹ 1955 ਦਾ ਐਕਟ ਹੈ। ਠੀਕ ਹੈ ਜੀ, ਇਹਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਕੀਤੀ ਗਈ ਹੈ, ਕੋਈ ਬੰਦਾ ਇਦਾਂ ਕਰਦਾ ਤਾਂ ਉਹਦੇ ਵਿਰੁੱਧ ਕਾਰਵਾਈ ਹੋਊਗੀ। ਠੀਕ ਹੈ, ਇਹ ਆਰਟੀਕਲ 17 ਦੇ ਨਾਲ ਰਿਲੇਟਡ ਸੀ, ਤਾਂ ਤੁਹਾਨੂੰ ਮੈਂ ਦੱਸਤਾ ਵੀ ਇਹ ਇੱਕ ਆਪਣੇ ਕੋਲੇ ਅਨਟਚੇਬਿਲਿਟੀ ਆਫੈਂਸਿਸ ਐਕਟ ਆਇਆ ਹੋਇਆ 1955। ਹੁਣ ਆਰਟੀਕਲ 18 ਕੀ ਕਹਿੰਦਾ? ਆਰਟੀਕਲ 18 ਕਹਿੰਦਾ ਅਬੋਲਿਸ਼ਨ ਆਫ ਦਾ ਟਾਈਟਲਸ। ਠੀਕ ਹੈ ਜੀ, ਅਬੋਲਿਸ਼ ਆਫ ਦਾ ਟਾਈਟਲ ਦਾ ਮਤਲਬ ਕੀ ਹੈ ਕਿ ਆਪਣੇ ਪੁਰਾਣੇ ਜਿਹੜੇ ਰਾਜੇ ਰੂਜੇ ਸੀਗੇ ਸਾਰਿਆਂ ਕੋਲੇ ਟਾਈਟਲ ਸੀਗੇ। ਹੁਣ ਤੁਸੀਂ ਮੰਨ ਲਓ ਪਟਿਆਲੇ ਵਾਲੇ ਦੇਖ ਲਓ, ਕੈਪਟਨ ਅਮਰਿੰਦਰ ਸਿੰਘ ਦੇ ਨਾਮ ਅੱਗੇ ਆਪਾਂ ਮਹਾਰਾਜਾ ਲਗਾ ਦਿੰਦੇ ਵੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ। ਹੁਣ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ, ਇਹਨਾਂ ਰਾਜਿਆਂ ਨੂੰ ਪੈਨਸ਼ਨਾਂ ਦੇ ਕੇ ਆਪਾਂ ਕੀ ਇਹਨਾਂ ਦੇ ਰਿਆਸਤਾਂ ਨੂੰ ਕੀ ਕਰਤਾ, ਵੰਡ ਲਿਆ, 14 ਸਟੇਟਾਂ ਦੇ ਵਿੱਚ ਵੰਡ ਲਿਆ, 4 ਯੂਟੀਆਂ ਦੇ ਵਿੱਚ ਵੰਡ ਲਿਆ। ਹੁਣ ਜਿਹੜੇ ਟਾਈਟਲ ਹੈਗੇ ਆ ਰਾਜੇ, ਇਹ ਕੀ ਹੋ ਗਏ, ਆਪਸ਼ਨਲ ਹੋ ਗਏ। ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਮਹਾਰਾਜਾ ਤਾਂ ਮੈਨੂੰ ਕੋਈ ਸਪੈਸ਼ਲ ਚੀਜ਼ ਮਿਲੇ ਨਾ। ਜਿੰਨੇ ਵੀ ਟਾਈਟਲ ਹੈਗੇ ਆ ਸਾਰਿਆਂ ਨੂੰ ਕੀ ਕਰਤਾ, ਅਬੋਲਿਸ਼ ਕਰਤਾ। ਉਹਦਾ ਕਾਰਨ ਕੀ, ਸਭ ਨੂੰ ਸਮਾਨਤਾ ਦਾ ਅਧਿਕਾਰ ਦੇਣ ਵਾਸਤੇ, ਵੀ ਆਪਾਂ ਕਿਸੇ ਨੂੰ ਸਪੈਸ਼ਲ ਨਹੀਂ
ਆਪਾਂ ਉਹਨੂੰ ਪ੍ਰਟੈਂਡ ਕਰਾਂਗੇ ਵੀ ਇਹ ਬੰਦਾ ਸਪੈਸ਼ਲ ਹੈ, ਵੀ ਇਹਨੂੰ ਸਜ਼ਾ ਘੱਟ ਮਿਲੇ, ਕਾਨੂੰਨ ਦੇ ਅੱਗੇ ਨਹੀਂ ਕਰ ਸਕਦੇ, ਉਹ ਆਪਸ਼ਨਲ ਹੋ ਗਿਆ। ਤਾਂ ਰਾਜੇ ਆਪਣੇ ਨਾਮ ਅੱਗੇ ਚਾਹੇ ਜ਼ਰੂਰ ਉਹਨਾਂ ਦਾ ਖਾਨਦਾਨ ਅੱਗੇ ਚੱਲ ਰਿਹਾ, ਤੁਸੀਂ ਅੱਜ ਵੀ ਦੇਖੋਗੇ ਕੈਪਟਨ ਦੇ ਗਾਂ ਅੱਗੇ ਜਵਾਕ ਵੀ ਮਹਾਰਾਜਾ ਲਗਾਉਣਗੇ, ਜਾਂ ਕੈਪਟਨ ਦੀ ਘਰਵਾਲੀ ਨੂੰ ਸਾਡੇ ਪਟਿਆਲੇ 'ਚ ਮਹਾਰਾਣੀ ਸਾਹਿਬਾ ਕਹਿੰਦੇ ਆ, ਉਹ ਇੱਕ ਰਿਸਪੈਕਟ ਦੇ ਤੌਰ ਤੇ ਕਹਿ ਰਹੇ ਆ ਕਿਉਂਕਿ ਉਹਨਾਂ ਦਾ ਖਾਨਦਾਨ ਪਹਿਲਾਂ ਮਹਾਰਾਜਾ ਦਾ ਹੈਗਾ। ਪਰ ਇਹ ਜ਼ਰੂਰੀ ਨਹੀਂ ਹੈਗਾ। ਇਹ ਸੰਵਿਧਾਨ ਕਹਿੰਦਾ ਭਾਈ ਉਹਨਾਂ ਦੇ ਜਿਹੜੇ ਟਾਈਟਲ ਹੈਗੇ ਆਪਾਂ ਅਬੋਲਿਸ਼ ਕਰਤੇ, ਖਤਮ ਕਰਤੇ, ਠੀਕ ਹੈ ਜੀ। ਛੱਡ ਕੇ ਕਿਹੜੇ ਟਾਈਟਲ, ਪਦਮ ਭੂਸ਼ਣ, ਠੀਕ ਹੈ, ਜਿਹੜੇ ਆਪਾਂ ਨੂੰ ਸਰਕਾਰੀ ਰਾਸ਼ਟਰਪਤੀ ਤੋਂ ਕੋਈ ਅਵਾਰਡ ਮਿਲਦਾ ਉਹਨਾਂ ਨੂੰ ਛੱਡ ਕੇ ਜਿਹੜੇ ਦੂਜੇ ਪੁਰਾਣੇ ਟਾਈਟਲ ਸੀ ਸਾਰੇ ਕੀ ਕਰਤੇ, ਅਬੋਲਿਸ਼ ਕਰਤੇ। ਇਹ ਆਰਟੀਕਲ ਆਪਾਂ ਨੂੰ 18 ਕਹਿੰਦਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਪੜਾਤਾ ਰਾਈਟ ਟੂ ਇਕੁਐਲਿਟੀ ਜਿਹੜਾ ਹੈਗਾ ਇਹ ਚੀਜ਼ ਤੋਂ ਆਪਾਂ ਨੂੰ ਕੀ ਕਰਦਾ, ਆਪਣੀ ਰੋਕਥਾਮ ਕਰਦਾ, ਠੀਕ ਹੈ। ਇਹ 14 ਤੋਂ ਲੈ ਕੇ 18 ਤੱਕ ਆਰਟੀਕਲ ਸੀਗੇ, ਇਹ ਤੁਹਾਨੂੰ ਮੈਂ ਪੜਾਤੇ। ਇਹ ਮੈਂ ਸਿਰਫ ਸੰਖੇਪ ਦੇ ਵਿੱਚ ਦੱਸ ਰਿਹਾ, ਡਿਟੇਲ 'ਚ ਨਹੀਂ ਮੈਂ ਜਾ ਰਿਹਾ। ਡਿਟੇਲ 'ਚ ਜਾਣ ਵਾਸਤੇ ਤੁਹਾਨੂੰ ਭਾਈ ਥਿਊਰੀ ਪੜ੍ਹਨੀ ਪਊਗੀ ਕਿਉਂਕਿ ਇੱਥੇ ਡਿਟੇਲ 'ਚ ਜਾਣ ਲੱਗੇ ਆਪਾਂ ਕੰਮ ਬਹੁਤ ਲੰਮਾ ਹੋ ਜਾਊਗਾ। ਅਗਲਾ ਕਹਿੰਦਾ ਜੀ ਇਹ ਤੁਸੀਂ ਹੁਣ ਆਪ ਦੱਸ ਸਕਦੇ ਹੋ ਮੈਨੂੰ, ਮੈਂ ਤੁਹਾਨੂੰ ਸਾਰੀਆਂ ਰਿਟ ਪੜਾਤੀਆਂ, 2 ਕੁਐਸਚਨ ਰਿਟ ਦੇ ਉੱਪਰ ਹੈ। ਕਹਿੰਦਾ ਜੀ ਵਿਚ ਅਮੰਗ ਦਾ ਫੋਲੋਇੰਗ ਰਿਟਸ ਇਜ਼ ਇਸ਼ੂਡ ਟੂ ਕੁਵੈਸ਼ ਦਾ ਆਰਡਰ ਆਫ ਦਾ ਕੋਰਟ ਔਰ ਟ੍ਰਿਬਿਊਨਲ। ਕੋਰਟ ਦੇ ਕਿਸੇ ਆਰਡਰ ਨੂੰ ਅਗਰ ਮੈਂ ਖਤਮ ਕਰਨਾ, ਕੁਵੈਸ਼ ਕਰਨਾ, ਤਾਂ ਮੈਂ ਕਿਹੜੀ ਰਿਟ ਜਾਰੀ ਕਰਵਾਉਂਗਾ। ਤਾਂ ਤੁਹਾਨੂੰ ਮੈਂ 2 ਰਿਟਾਂ, ਲਾਸਟ 2 ਰਿਟਾਂ ਪੜਾਈਆਂ ਸੀਗੀਆਂ, ਉਹ ਦੋਨੇ ਕੋਰਟ ਨਾਲ ਰਿਲੇਟਡ ਹੈ, ਹਾਇਰ ਕੋਰਟ ਤੇ ਲੋਅਰ ਕੋਰਟ ਨਾਲ। ਜੇ ਤਾਂ ਮੈਂ ਕੋਈ ਆਰਡਰ ਪਾਸ ਕਰਕੇ ਉਹਨੂੰ ਕੁਵੈਸ਼ ਕਰਨਾ, ਯਾਨੀ ਕਿ ਖਤਮ ਹੀ ਕਰ ਦੇਣਾ, ਠੀਕ ਹੈ, ਵੀ ਉਹ ਤੂੰ ਜਿਹੜਾ ਕੰਮ ਕੀਤਾ ਭਾਈ, ਤੇਰਾ ਜਿਹੜਾ ਤੂੰ ਹੁਕਮ ਜਾਂ ਜਿਹੜਾ ਕੋਈ ਫੈਸਲਾ ਜਾਰੀ ਕੀਤਾ ਉਹਨੂੰ ਮੈਂ ਰੱਦ ਕਰ ਦੂੰਗਾ, ਤਾਂ ਉਹ ਕਿਹੜੀ ਸੀਗੀ ਆਪਣੇ ਕੋਲੇ, ਸਰਟਿਓਰੀ, ਠੀਕ ਹੈ ਜੀ। ਸਰਟਿਓਰੀ ਜਿਹੜੀ ਹੈਗੀ ਆ ਉਹ ਆਪਾਂ ਕੀ ਕਰ ਸਕਦੇ ਹਾਂ, ਜਾਰੀ ਕਰਵਾ ਸਕਦੇ ਹਾਂ। ਅਗਲਾ ਆਪਾਂ ਦੇਖਦੇ ਹਾਂ ਜੀ ਕੁਐਸਚਨ। ਅਗਲਾ ਕੁਐਸਚਨ ਵੀ ਤੁਹਾਡਾ ਰਿਟ ਦੇ ਨਾਲ ਰਿਲੇਟਡ ਹੈ, ਤੁਸੀਂ ਚਲੋ ਇਹਦਾ ਤਾਂ ਕਮੈਂਟ ਬਾਕਸ 'ਚ ਕਰ ਦਿਓ। A writ is used to secure the release of a person found to be detained illegally। ਮਤਲਬ ਕਿਸੇ ਬੰਦੇ ਨੂੰ ਸਰਕਾਰ ਨੇ ਧੋਖੇ ਨਾਲ ਚੱਕ ਲਿਆ ਜਾਂ ਪੁਲਿਸ ਨੇ ਧੋਖੇ ਨਾਲ ਚੱਕ ਲਿਆ ਤੇ ਉਹਨੂੰ ਅਗਰ ਆਪਾਂ ਮਤਲਬ ਕਿ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲੈ ਲਿਆ ਤੇ ਉਹਨੂੰ ਪੇਸ਼ ਨਹੀਂ ਕਰ ਰਹੇ, ਉਹਦੇ ਵਾਸਤੇ ਆਪਾਂ ਕਿਹੜੀ ਰਿਟ ਜਾਰੀ ਕਰਵਾਵਾਂਗੇ। ਇਹ ਤੁਹਾਨੂੰ ਪਤਾ ਹੀ ਹੋਊਗਾ, ਭਾਈ ਅੰਮ੍ਰਿਤਪਾਲ ਸਿੰਘ ਵਾਲਾ ਕੇਸ ਮੈਂ ਦੱਸਿਆ। ਇਹਦਾ ਜਿਹੜਾ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਕਰਨਾ, ਕਿਰਪਾ ਕਰਕੇ ਸਾਰੇ ਪਾਰਟਿਸਿਪੇਟ ਕਰਿਆ ਕਰੋ, ਤਾਂ ਹੀ ਪਤਾ ਲੱਗੂਗਾ। ਤੁਹਾਡੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ ਉਹ ਸਾਡਾ ਹੌਸਲਾ ਅਫਜ਼ਾਈ ਕਰਦੀ ਹੈ ਰਾਜੇ, ਠੀਕ ਹੈ ਜੀ। ਕਿਰਪਾ ਕਰਕੇ ਜਰੂਰ ਕਰਿਆ ਕਰੋ, ਮਿਹਨਤ ਨਾਲ ਕਲਾਸ ਤਿਆਰ ਕਰੀਦੀ ਆਪਾਂ। ਅਗਲੇ ਕੁਐਸਚਨ ਵੱਲ ਵਧਦੇ ਹਾਂ ਜੀ। ਅਗਲਾ ਕੁਐਸਚਨ ਕਹਿੰਦਾ ਜੀ ਵਿਚ ਆਰਟੀਕਲ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਡੀਲ ਵਿਦ ਦਾ ਸਿਕਿਉਰਿੰਗ ਆਫ ਫॉर ਦਾ ਸਿਟੀਜ਼ਨ ਏ ਯੂਨੀਫਾਰਮ ਸਿਵਲ ਕੋਡ ਥਰੂ ਆਊਟ ਦਾ ਟੈਰੀਟਰੀ ਆਫ ਇੰਡੀਆ। ਕਹਿੰਦੇ ਵੀ ਸੰਵਿਧਾਨ ਦਾ ਕਿਹੜਾ ਆਰਟੀਕਲ ਹੈਗਾ ਜਿਹੜਾ ਕਿ ਆਪਣੇ ਯੂਨੀਫਾਰਮ ਸਿਵਲ ਕੋਡ ਨੂੰ ਕੀ ਕਰਦਾ, ਸਿਕਿਉਰ ਕਰਦਾ। ਚਾਹੇ ਤੁਸੀਂ ਦੇਸ਼ ਦੇ ਕਿਸੇ ਵੀ ਸਟੇਟ ਵਿੱਚ ਚਲੇ ਜਾਓ, ਯੂਨੀਅਨ ਟੈਰੀਟਰੀ 'ਚ ਚਲੇ ਜਾਓ, ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਓ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜਾ ਯੂਨੀਫਾਰਮ ਸਿਵਲ ਕੋਡ ਕੀ ਹੁੰਦਾ, ਉਹਨੂੰ ਕਹਿ ਦਿੰਦੇ ਆ UCC। ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੁੰਦਾ ਕਿ ਮੰਨ ਲਓ ਮੇਰੀ ਮੈਰਿਜ ਪੰਜਾਬ 'ਚ ਹੋਈ ਹੈ, ਤਾਂ ਮੈਂ ਮੈਰਿਜ ਆਪਦੀ ਰਜਿਸਟਰ ਕਰਾਉਣੀ ਆ, ਚਾਹੇ ਮੈਂ ਪੰਜਾਬ ਦਾ ਬੰਦਾ ਤਾਂ ਵੀ ਮੈਨੂੰ ਉਹੀ ਰੂਲ ਫੋਲੋ ਕਰਨਾ ਪਊਗਾ। ਮੈਂ ਕੇਰਲਾ 'ਚ ਜੰਮਿਆ, ਮੈਂ ਕੇਰਲਾ 'ਚ ਮੈਰਿਜ ਕਰਾਈ ਹੈ, ਮੈਂ ਮੈਰਿਜ ਰਜਿਸਟਰ ਕਰਾਉਣੀ ਹੈ, ਮੇਰੇ ਵਾਸਤੇ ਵੀ ਉਹੀ ਰੂਲ ਹੈ। ਮੰਨ ਲਓ ਰੱਬ ਨਾ ਕਰੇ ਕਿਸੇ ਦਾ ਡਿਵੋਰਸ ਹਰਿਆਣੇ 'ਚ ਹੋਇਆ, ਜੇ ਕਿਸੇ ਦਾ ਡਿਵੋਰਸ ਰਾਜਸਥਾਨ 'ਚ ਹੋਇਆ, ਦੋਨਾਂ ਦਾ ਪ੍ਰੋਸੀਜਰ ਕੀ ਹੈ, ਜਿਆਦਾ ਸੇਮ ਹੈ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਸਾਰਿਆਂ ਵਾਸਤੇ ਇੱਕੋ ਹੀ ਰੂਲ, ਇੱਕੋ ਹੀ ਲਾਅ ਪਾਸ ਹੋਊਗਾ, ਇੱਕੋ ਹੀ ਲਾਅ ਦੇ ਥਰੂ ਉਹ ਕੀ ਕਰਨਗੇ, ਠੀਕ ਹੈ। ਚਾਹੇ ਕੋਈ ਡਿਵੋਰਸ ਹੈ, ਚਾਹੇ ਕੋਈ ਅਡਾਪਟ ਕਰਦਾ ਕਿਸੇ ਚਿਲਡਰਨ ਨੂੰ, ਠੀਕ ਹੈ ਜੀ, ਜਾਂ ਫਿਰ ਕੋਈ ਮੈਰਿਜ ਕਰਾਉਂਦਾ, ਡਿਵੋਰਸ ਕਰਾਉਂਦਾ, ਸਾਰਿਆਂ ਵਾਸਤੇ ਇੱਕੋ ਹੀ, ਠੀਕ ਹੈ ਜੀ, ਲਾਅ ਹੋਊਗਾ। ਉਹਨੂੰ ਕਹਿੰਦੇ ਨੇ ਯੂਨੀਫਾਰਮ ਸਿਵਲ ਕੋਡ। ਇਹ ਆਰਟੀਕਲ ਕਿਹੜਾ ਹੈਗਾ ਜੀ, ਇਹ ਆਰਟੀਕਲ 44 ਆਪਣੇ ਸੰਵਿਧਾਨ ਦਾ। ਬਸ ਉਹਨਾਂ ਨੇ ਆਰਟੀਕਲ ਨੰਬਰ ਪੁੱਛ ਲਿਆ, ਤਾਂ ਹੀ ਮੈਂ ਕਹਿੰਦਾ ਵੀ ਆਰਟੀਕਲ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਇਹ ਸਾਰੇ ਤੁਹਾਡੇ SSC ਦੇ ਵਿੱਚ ਪੁੱਛੇ ਗਏ ਪ੍ਰਸ਼ਨ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੋਊਗਾ ਉਹ SSC ਲੈਵਲ ਦਾ ਹੀ ਹੋਊਗਾ। ਇਹ ਗਰੰਟੀ ਹੈ, ਲਿਖਵਾ ਕੇ ਲੈ ਲਿਓ ਮੇਰੇ ਤੋਂ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਇਹਦੇ ਵਿੱਚ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਸੀਗੀ, ਇਹ ਤੁਹਾਨੂੰ ਮੈਂ ਦੱਸਤਾ। ਅਗਲਾ ਕਹਿੰਦਾ ਜੀ ਵਿਚ ਆਰਟੀਕਲ ਆਫ ਦਾ ਕਨਸਟੀਟਿਊਸ਼ਨ ਆਫ ਦਾ ਇੰਡੀਆ ਸਟੇਟਸ ਦੈਟ ਨੋ ਰਿਲੀਜਨ ਇੰਸਟਰਕਸ਼ਨ ਸ਼ੈਲ ਬੀ ਪ੍ਰੋਵਾਈਡਡ ਇਨ ਦਾ ਐਨੀ ਐਜੂਕੇਸ਼ਨਲ ਇੰਸਟੀਟਿਊਸ਼ਨ ਹੋਲੀ ਮੇਨਟੇਨਡ ਆਊਟ ਆਫ ਦਾ ਸਟੇਟ ਫੰਡ। ਮੈਂ ਉਹੀ ਗੱਲ ਆ ਗਈ, ਦੇਖੋ ਮੈਂ ਤੁਹਾਨੂੰ ਆਰਟੀਕਲ ਪੜਾਇਆ ਸੀ ਨਾ, ਹੁਣੇ ਆਰਟੀਕਲ ਪੜਾ ਕੇ ਗਿਆ। ਮੈਂ ਤੁਹਾਨੂੰ ਕਿਹੜੇ ਆਰਟੀਕਲ ਪੜਾ ਕੇ ਗਿਆ ਕਿ ਆਪਣੇ ਕੋਲੇ ਫਰੀडम ਆਫ ਰਿਲੀਜਨ ਹੈ, ਠੀਕ ਹੈ ਜੀ, ਥਰੂ ਆਊਟ ਦਾ ਇੰਡੀਆ, ਠੀਕ ਹੈ ਜੀ। ਮੈਂ ਆਰਟੀਕਲ ਕਿਹੜੇ ਪੜਾਏ ਸੀ ਤੁਹਾਨੂੰ, 25 ਤੋਂ ਲੈ ਕੇ 28 ਤੱਕ ਪੜਾਏ ਸੀਗੇ ਆਰਟੀਕਲ। ਹੁਣ ਕਿਹੜਾ ਆਰਟੀਕਲ ਜਿਹੜਾ ਹੈਗਾ ਹੈ ਜਿਹੜਾ ਆਪਾਂ ਨੂੰ ਕਹਿੰਦਾ ਵੀ ਜਿਹੜੀ ਸਟੇਟ ਹੈ, ਮੰਨ ਲਓ ਕੋਈ ਉਹ ਚਲਾ ਰਹੀ ਹੈ, ਇੰਸਟੀਚਿਊਟ ਚਲਾ ਰਹੀ ਹੈ, ਜਾਂ ਫਿਰ ਮੰਨ ਲਓ ਕੋਈ ਸਕੂਲ ਚਲਾ ਰਹੀ ਹੈ, ਵੀ ਉਹਦੇ ਵਿੱਚ ਇੱਕ ਨਹੀਂ ਪੜਾ ਸਕਦੇ, ਇੱਕ ਧਰਮ ਦੀ ਸਿੱਖਿਆ ਨਹੀਂ ਦੇ ਸਕਦੇ ਕਿ ਇਹ ਆਰਟੀਕਲ ਕਿਹੜਾ ਕਹਿੰਦਾ ਆਪਾਂ ਨੂੰ, ਇਹ ਆਰਟੀਕਲ ਨੰਬਰ 28 ਕਹਿੰਦਾ ਭਾਈ, ਠੀਕ ਹੈ ਜੀ। 25 ਕੀ ਕਹਿੰਦਾ ਆਪਾਂ ਨੂੰ ਵੀ ਆਪਾਂ ਕੋਈ ਵੀ ਧਰਮ ਕੀ ਕਰ ਸਕਦੇ ਹਾਂ, ਅਪਣਾ ਸਕਦੇ ਹਾਂ, ਠੀਕ ਹੈ। ਫਰੀडम ਆਫ ਰਿਲੀਜਨ 25 ਦੇ ਵਿੱਚ, ਓਕੇ ਹੈ ਜੀ। ਅੱਗੇ ਚੱਲਦੇ ਹਾਂ ਆਪਾਂ। ਤਾਂ ਇਸ ਤਰ੍ਹਾਂ ਆਰਟੀਕਲ ਯਾਦ ਰੱਖਣੇ ਆ ਰਾਜੇ। ਅਗਲਾ ਕਹਿੰਦਾ ਜੀ ਇਨ ਇੰਡੀਆ ਹੂ ਇਜ਼ ਕੰਪੀਟੈਂਟ ਟੂ ਅਮੈਂਡ ਦਾ ਫੰਡਾਮੈਂਟਲ ਰਾਈਟ ਆਫ ਦਾ ਸਿਟੀਜ਼ਨ। ਵੈਰੀ ਗੁੱਡ। ਆਹ ਪ੍ਰਸ਼ਨ ਆਇਆ, ਦੇਖੋ ਬਹੁਤ ਘੈਂਟ। ਜਿਹੜਾ ਮੈਂ ਤੁਹਾਨੂੰ ਕੇਸ਼ਵ ਨੰਦਾ ਭਾਰਤੀ ਕੇਸ ਕਰਾਇਆ ਨਾ,
ਉਹਦੇ ਨਾਲ ਰਿਲੇਟਡ ਇਹ ਕੁਐਸਚਨ ਆ ਗਿਆ। ਕਹਿੰਦਾ ਵੀ ਇੰਡੀਆ ਦੇ ਵਿੱਚ ਕਿਹਦੇ ਕੋਲੇ ਅਧਿਕਾਰ ਹੈਗਾ ਵੀ ਜਿਹੜੇ ਆਪਣੇ ਫੰਡਾਮੈਂਟਲ ਰਾਈਟ ਹੈਗੇ ਆ ਉਹਦੇ ਵਿੱਚ ਸੋਧ ਕਰ ਸਕਦਾ ਹੈ। ਤੁਹਾਨੂੰ ਯਾਦ ਹੋਊਗਾ ਜੇ ਫੰਡਾਮੈਂਟਲ ਵਿੱਚ ਸੋਧ ਕਰ ਸਕਦਾ ਹੈ ਤਾਂ ਹੀ ਤਾਂ ਜਿਹੜਾ ਆਪਣਾ ਰਾਈਟ ਟੂ ਪ੍ਰੋਪਰਟੀ ਹੈਗਾ ਉਹ ਕੀ ਹੋ ਗਿਆ, ਫੰਡਾਮੈਂਟਲ ਰਾਈਟ ਦੀ ਜਗ੍ਹਾ ਤੇ ਕੀ ਬਣ ਗਿਆ, ਲੀਗਲ ਰਾਈਟ ਬਣ ਗਿਆ। ਠੀਕ ਹੈ ਜੀ। ਹੁਣ ਇਹ ਕਰ ਤਾਂ ਸਕਦਾ ਜਦੋਂ ਗੋਲਕਨਾਥ ਵਾਲਾ ਕੇਸ ਹੋਇਆ ਸੀਗਾ ਵਰਸਿਸ ਪੰਜਾਬ। ਪਹਿਲਾਂ ਮੈਂ ਤੁਹਾਨੂੰ ਗੋਲਕਨਾਥ ਵਾਲਾ ਕੇਸ ਵੀ ਥੋੜਾ ਜਿਹਾ ਸਮਝਾ ਦੇਵਾਂ। ਹਾਂਜੀ, ਹੁਣ ਦੇਖਦੇ ਹਾਂ ਜੀ ਅਗਲਾ ਕੁਐਸਚਨ। ਅਗਲਾ ਕੁਐਸਚਨ ਆਪਣਾ ਹੈਗਾ ਜੀ, ਇਨ ਇੰਡੀਆ ਹੂ ਇਜ਼ ਕੰਪੀਟੈਂਟ ਟੂ ਅਮੈਂਡ ਦਾ ਫੰਡਾਮੈਂਟਲ ਰਾਈਟ ਆਫ ਦਾ ਸਿਟੀਜ਼ਨ। ਸਭ ਤੋਂ ਮਹੱਤਵਪੂਰਨ ਕੁਐਸਚਨ ਆ ਗਿਆ ਆਪਣੇ ਕੋਲੇ, ਜਿਹੜੀ ਮੈਂ ਸਟਾਰਟਿੰਗ 'ਚ ਗੱਲ ਕੀਤੀ ਸੀ ਗੋਲਕਨਾਥ ਕੇਸ ਦੀ, ਵੀ ਕਹਿੰਦਾ ਆਪਣੇ ਇੰਡੀਆ ਦੇ ਵਿੱਚ ਕਿਹਦੇ ਕੋਲੇ ਅਧਿਕਾਰ ਹੈਗਾ ਵੀ ਜਿਹੜਾ ਆਪਣੇ ਫੰਡਾਮੈਂਟਲ ਰਾਈਟ ਨੂੰ ਕੀ ਕਰ ਸਕਦਾ, ਅਮੈਂਡ ਕਰ ਸਕਦਾ। ਠੀਕ ਹੈ ਜੀ। ਕੇਸ਼ਵ ਨੰਦਾ ਭਾਰਤੀ ਕੇਸ ਤਾਂ ਬਾਅਦ ਚ ਹੋਇਆ ਸੀ, ਪਰ ਉਸ ਤੋਂ ਪਹਿਲਾਂ ਇੱਕ ਕੇਸ ਹੋਇਆ ਸੀ, ਉਸ ਕੇਸ ਦੀ ਡਿਸਕਸ਼ਨ ਕਰਨੀ ਬਣਦੀ ਹੈ। ਉਹ ਸੀਗਾ ਜੀ ਗੋਲਕਨਾਥ। ਠੀਕ ਹੈ ਜੀ, ਗੋਲਕਨਾਥ ਵਰਸਿਸ ਦਾ ਸਟੇਟ ਆਫ ਪੰਜਾਬ। ਇਸ ਕੇਸ ਦੀ ਬਹੁਤ ਇੱਕ ਮਹੱਤਵਪੂਰਨ ਜਾਨੀ ਕਿ ਇੱਕ ਲੈਂਡਮਾਰਕ ਆਪਾਂ ਕਹਿ ਸਕਦੇ ਹਾਂ, ਜਿਹੜਾ ਡਿਸੀਜਨ ਇਹਦਾ ਆਇਆ ਸੀਗਾ ਉਸ ਟਾਈਮ ਤੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਗੋਲਕਨਾਥ ਕੇਸ ਹੈ ਕੀ ਸੀਗਾ। ਆਪਣੇ ਇਹ ਗੱਲ ਹੈਗੀ ਹੈ 60 ਦੇ ਨੇੜੇ ਤੇੜੇ ਦੀ ਗੱਲ ਹੈ। ਆਪਣੇ ਪੰਜਾਬ ਦੇ ਵਿੱਚ ਦੋ ਭਰਾ ਰਹਿੰਦੇ ਸੀਗੇ, ਹੈਨਰੀ ਗੋਲਕਨਾਥ ਤੇ ਵਿਲੀਅਮ ਗੋਲਕਨਾਥ। ਉਹਨਾਂ ਦੋਵਾਂ ਭਰਾਵਾਂ ਕੋਲੇ ਸੀਗੀ ਭਾਈ ਉਸ ਟਾਈਮ ਤੇ 500 ਏਕੜ ਜ਼ਮੀਨ ਸੀਗੀ। ਤਾਂ ਸਰਕਾਰ ਨੇ ਕੀ ਕੀਤਾ, ਪੰਜਾਬ ਸਰਕਾਰ ਨੇ ਉਸ ਟਾਈਮ ਤੇ ਇੱਕ ਐਕਟ ਲੈ ਕੇ ਆਈ ਸੀਗੀ, ਪੰਜਾਬ ਸਿਕਿਉਰਿਟੀ। ਠੀਕ ਹੈ ਜੀ, ਪੰਜਾਬ ਸਿਕਿਉਰਿਟੀ। ਠੀਕ ਹੈ ਜੀ, ਐਂਡ ਲੈਂਡ ਟੈਨਿਓਰ ਐਕਟ, ਲੈਂਡ ਟੈਨਿਓਰ ਐਕਟ। ਠੀਕ ਹੈ ਜੀ, ਇਹ ਲੈ ਕੇ ਆਏ ਸੀਗੇ। ਇਹਦੇ ਅਧੀਨ ਕੀ ਸੀਗਾ ਵੀ ਇਸ ਐਕਟ ਦੇ ਅਧੀਨ ਹਰ ਇੱਕ ਬੰਦਾ ਸਿਰਫ 30 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ। ਤਾਂ ਪੰਗਾ ਪੈ ਗਿਆ, ਦੋ ਭਰਾ ਸੀਗੇ ਤਾਂ ਜਾਨੀ ਕਿ ਦੋਨੇ ਵੱਧ ਤੋਂ ਵੱਧ 60 ਏਕੜ ਜ਼ਮੀਨ ਰੱਖ ਸਕਦੇ ਸੀ। ਜਿਹੜੀ ਬਾਕੀ ਜ਼ਮੀਨ ਸੀਗੀ ਉਹ ਸਰਕਾਰ ਐਕਵਾਇਰ ਕਰ ਲੂਗੀ। ਸਰਕਾਰ ਅੱਗੇ ਲੈਂਡਲੈਸ ਲੋਕਾਂ ਦੇ ਵਿੱਚ ਵੰਡਦੀ ਹੈ ਜਾਂ ਆਪਦੇ ਕੋਲ ਰੱਖਦੀ ਹੈ, ਇਹ ਸਰਕਾਰ ਦਾ ਮਾਮਲਾ ਹੈ। ਪਰ ਉਹਨਾਂ ਭਰਾਵਾਂ ਕੋਲੋਂ ਤਾਂ ਜ਼ਮੀਨ ਚਲੀ ਗਈ। ਤਾਂ ਭਾਈ ਹੁਣ ਜਿਹਦੇ ਕੋਲ 500 ਏਕੜ ਜ਼ਮੀਨ ਤੇ ਉਹਨਾਂ ਕੋਲ 60 ਏਕੜ ਰਹਿ ਜਾਣੀ। ਤਾਂ ਜਿਹਨਾਂ ਕੋਲ 500 ਏਕੜ ਜ਼ਮੀਨ ਹੋਊਗੀ ਤੇ ਉਹ ਪੜ੍ਹੇ ਲਿਖੇ ਲੋਕ ਤਾਂ ਹੋਣਗੇ ਓਬਵੀਅਸ, ਇੰਨਾ ਪੈਸਾ ਸੀ ਉਸ ਟਾਈਮ ਤੇ ਉਹਨਾਂ ਕੋਲੇ। ਤਾਂ ਉਹ ਬੰਦੇ ਕੀ ਕੀਤੇ ਜੀ, ਡਾਇਰੈਕਟ ਚਲੇ ਗਏ ਸੁਪਰੀਮ ਕੋਰਟ। ਆਰਟੀਕਲ 32 ਦੇ ਥਰੂ ਉਹਨਾਂ ਨੇ ਕੀ ਪਾਤੀ, ਰਿਟ ਪਾਤੀ। ਉਹਨਾਂ ਨੇ ਰਿਟ ਇਹ ਪਾਈ ਵੀ ਜਿਹੜਾ ਇਹ ਪੰਜਾਬ ਸਿਕਿਉਰਿਟੀ ਐਂਡ ਲੈਂਡ ਟੈਨਿਓਰ ਐਕਟ ਹੈਗਾ ਇਹ ਸਾਡੇ ਫੰਡਾਮੈਂਟਲ ਰਾਈਟ ਨੂੰ ਵਾਇਲੇਟ ਕਰ ਰਿਹਾ। ਉਸ ਟਾਈਮ ਤੇ ਫੰਡਾਮੈਂਟਲ ਰਾਈਟ ਕਿਹੜਾ, ਠੀਕ ਹੈ ਜੀ, ਫੰਡਾਮੈਂਟਲ ਰਾਈਟ ਕਹਿੰਦੇ ਜੀ ਸਾਡਾ ਇਹ ਜਿਹੜਾ ਉਸ ਟਾਈਮ ਤੇ ਜਿਵੇਂ ਆਰਟੀਕਲ 19(1) ਦਾ ਐਫ ਕਲੌਜ਼ ਹੈ, ਉਹਦੇ ਵਿੱਚ ਹੈਗਾ ਰਾਈਟ ਟੂ ਐਕਵਾਇਰ ਐਂਡ ਹੋਲਡ ਲੈਂਡ ਵਾਲਾ ਕੋਈ ਐਕਟ ਮਤਲਬ ਹੈਗਾ, ਉਹਨੂੰ ਕੀ ਕਰ ਰਿਹਾ ਸੀ, ਇਹ ਵਾਇਲੇਟ ਕਰ ਰਿਹਾ ਸੀਗਾ। ਠੀਕ ਹੈ, ਜਿਹੜਾ ਇਹਨਾਂ ਨੇ ਆ ਪੰਜਾਬ ਸਿਕਿਉਰਿਟੀ ਐਂਡ ਲੈਂਡ ਟੈਨਿਓਰ ਐਕਟ ਲੈ ਕੇ ਆਏ ਸੀਗੇ। ਹੁਣ ਹੋਇਆ ਕੀ ਫਿਰ ਇਹਦੇ ਵਿੱਚ ਕੀ ਚੱਕਰ ਪੈ ਗਿਆ, ਜਦੋਂ ਇਹ ਕੇਸ ਉੱਥੇ ਜਾਂਦਾ, ਕੇਸ ਜਦੋਂ ਸੁਪਰੀਮ ਕੋਰਟ ਕੋਲ ਜਾਂਦਾ ਤਾਂ ਤੁਹਾਨੂੰ ਮੈਂ ਦੱਸਿਆ ਵੀ ਹਮੇਸ਼ਾ ਔੜ ਦੇ ਵਿੱਚ ਹੁੰਦੇ ਆ ਜੱਜ। ਤਾਂ ਇਸ ਕੇਸ ਦੇ ਵਿੱਚ ਜਿਹੜੇ ਜੱਜ ਸੀਗੇ ਉਹ 11 ਸੀਗੇ ਤੇ ਜਿਹੜਾ ਬਾਅਦ ਚ ਫੈਸਲਾ ਆਇਆ 6/5 ਨਾਲ ਆਇਆ। ਤਾਂ ਠੀਕ ਹੈ, ਫੈਸਲਾ ਕੀ ਆਉਂਦਾ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ। ਹੁਣ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਇਦਾਂ ਦੇ ਕੇਸ ਆਉਂਦੇ ਆ, ਜਦੋਂ ਸੰਵਿਧਾਨ ਨੂੰ ਫਰੋਲਦੇ ਆ, ਜਦੋਂ ਕੋਈ ਜਵਾਬ ਨਹੀਂ ਮਿਲਦਾ, ਜਿਵੇਂ ਪਿਛਲੀ ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਜਰਮਨੀ ਦਾ ਠੀਕ ਹੈ ਜੀ ਸੰਵਿਧਾਨ ਫਰੋਲਿਆ ਗਿਆ, ਇੱਥੇ ਅਮਰੀਕਾ ਦਾ ਸੰਵਿਧਾਨ ਫਰੋਲਿਆ ਗਿਆ। ਅਮਰੀਕਾ ਦਾ ਸੰਵਿਧਾਨ ਫਰੋਲਿਆ ਗਿਆ ਤਾਂ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਇੱਕ ਚੀਜ਼ ਮਿਲੀ ਆ, ਉਹਨੂੰ ਕਹਿ ਦਿੰਦੇ ਆ ਡਾਕਟਰਾਈਨ ਆਫ, ਠੀਕ ਹੈ ਜੀ, ਡਾਕਟਰਾਈਨ ਆਫ ਪ੍ਰੋਸਪੈਕਟਿਵ। ਠੀਕ ਹੈ ਜੀ, ਪ੍ਰੋਸਪੈਕਟਿਵ। ਠੀਕ ਹੈ ਜੀ, ਓਵਰ ਰੂਲਿੰਗ। ਹੁਣ ਇਹਦਾ ਮਤਲਬ ਕੀ, ਇਹਨੂੰ ਸਮਝਣ ਦੀ ਥੋੜੀ ਜਿਹੀ ਕੋਸ਼ਿਸ਼ ਕਰਿਓ, ਬਰੀਕੀ ਦੇ ਵਿੱਚ ਹੈ। ਕਹਿਣ ਦਾ ਭਾਵ ਕੀ ਹੈਗਾ ਵੀ ਜਿਹੜੀ ਹੁਣ ਆਪਣੀ ਪਾਰਲੀਮੈਂਟ ਹੈਗੀ ਹੈ, ਠੀਕ ਹੈ, ਪਾਰਲੀਮੈਂਟ ਕੀ ਕਰਦੀ ਹੈ, ਆਰਟੀਕਲ 368 ਦਾ ਯੂਜ਼ ਕਰਕੇ ਕਿਸੇ ਚੀਜ਼ ਨੂੰ ਵੀ ਅਮੈਂਡ ਕਰ ਸਕਦੀ ਹੈ। ਹਜੇ ਕੇਸ਼ਵ ਨੰਦਾ ਭਾਰਤੀ ਕੇਸ ਦੀ ਗੱਲ ਨਹੀਂ ਹੋ ਰਹੀ, ਉਸ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ। ਠੀਕ ਹੈ, ਉਸ ਤੋਂ ਬਾਅਦ ਚ ਉਹਨਾਂ ਨੇ ਚਲੋ ਫੈਸਲਾ ਸੁਣਾ ਦਿੱਤਾ ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਵੀ ਆਪਾਂ ਬੇਸਿਕ ਸਟਰਕਚਰ ਨੂੰ ਛੇੜੇ ਬਿਨਾਂ ਅਮੈਂਡਮੈਂਟ ਕਰ ਸਕਦੇ ਹਾਂ। ਪਰ ਇੱਥੇ ਮਤਲਬ ਜਿਹੜੀ ਗੱਲ ਕਰ ਰਹੇ ਹਾਂ ਵੀ ਜਿਹੜੀ ਪਾਰਲੀਮੈਂਟ ਕਹਿ ਰਹੀ ਹੈ ਵੀ ਅਸੀਂ 368 ਦਾ ਯੂਜ਼ ਕਰਕੇ ਕੋਈ ਵੀ ਅਮੈਂਡਮੈਂਟ ਕਰ ਸਕਦੇ ਹਾਂ। ਪਰ ਗੋਲਕਨਾਥ ਨੇ ਕਿਹਾ ਵੀ ਠੀਕ ਹੈ ਤੁਸੀਂ ਗੋਲਕਨਾਥ ਦੇ ਜਾਨੀ ਕਿ ਵਕੀਲ ਨੇ ਕਿਹਾ ਵੀ ਠੀਕ ਹੈ ਤੁਸੀਂ 368 ਦਾ ਯੂਜ਼ ਕਰਕੇ ਅਮੈਂਡਮੈਂਟ ਕਰ ਸਕਦੇ ਹੋ, ਪਰ ਜੇ ਤੁਸੀਂ ਕੋਈ ਚੀਜ਼ ਅਮੈਂਡ ਕਰ ਰਹੇ ਹੋ ਤਾਂ ਉਹ ਸੰਵਿਧਾਨ ਦਾ ਆਰਟੀਕਲ ਨੰਬਰ 13 ਜਿਹੜਾ ਹੈਗਾ ਉਹਨੂੰ ਵੀ ਕੀ ਕਰ ਰਿਹਾ, ਵਾਇਲੇਟ ਕਰ ਰਿਹਾ। ਆਰਟੀਕਲ 13 ਕੀ ਕਹਿੰਦਾ, ਆਰਟੀਕਲ 13 ਕਹਿੰਦਾ ਵੀ ਜਿਹੜਾ 368 ਦੇ ਥਰੂ ਆਪਾਂ ਕੋਈ ਵੀ ਅਮੈਂਡਮੈਂਟ ਕਰਦੇ ਹਾਂ ਤਾਂ ਆਰਟੀਕਲ 13 ਦੇ ਅੰਡਰ ਕੀ ਬਣ ਜਾਂਦਾ, ਲਾਅ ਬਣ ਜਾਂਦਾ। ਠੀਕ ਹੈ ਜੀ, ਤਾਂ ਇਹਨੂੰ ਵੀ ਇਹ ਕੀ ਕਰ ਰਿਹਾ ਸੀਗਾ, ਵਾਇਲੇਟ ਕਰ ਰਿਹਾ ਸੀਗਾ। ਤਾਂ ਇਸੇ ਕਰਕੇ ਤੁਹਾਨੂੰ ਸ਼ਾਇਦ ਯਾਦ ਹੋਊਗਾ ਵੀ ਇੱਕ ਅਮੈਂਡਮੈਂਟ ਆਈ ਸੀਗੀ, ਸ਼ਾਇਦ ਤੁਹਾਨੂੰ ਯਾਦ ਹੋਵੇ ਵੀ 44ਵੀਂ ਅਮੈਂਡਮੈਂਟ ਆਈ ਸੀ 1978 ਦੇ ਵਿੱਚ, ਜਿਹਦੇ ਵਿੱਚ ਕੀ ਕੀਤਾ ਗਿਆ, ਜਿਹੜਾ ਆਪਣਾ ਇਹ ਆਰਟੀਕਲ ਹੈ ਨਾ 19(1)(f), ਇਹਨੂੰ ਕੀ ਕਰਤਾ ਸੀਗਾ, ਇਹਨੂੰ ਰਿਵੋਕ ਕਰਤਾ ਸੀ, ਯਾਨੀ ਕਿ ਕੱਢਤਾ ਸੀ ਸੰਵਿਧਾਨ ਦੇ ਵਿੱਚੋਂ। ਠੀਕ ਹੈ ਜੀ, ਇਹ ਬਾਅਦ ਦੀ ਗੱਲ ਹੈ, ਪਰ ਇਹ ਹੁਣ ਇਹ 78 ਦੀ ਗੱਲ ਹੈ, ਪਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਗੋਲਕਨਾਥ ਕੇਸ ਦੀ ਉਹ 60 ਦਾ ਗੱਲ ਹੈ,
उस टाइम ਤੇ ਚਲੋ ਇਹ ਅਮੈਂਡਮੈਂਟ ਨਹੀਂ ਆਈ ਸੀਗੀ। ਤਾਂ ਫਿਰ ਜਿਹੜਾ ਇੱਥੇ 11 ਜੱਜ ਸੀਗੇ, 11 ਜੱਜਾਂ ਦੇ ਵਿੱਚੋਂ 6 ਤੇ 5 ਦੇ ਬਹੁਮਤ ਨਾਲ ਕੀ ਕੀਤਾ, ਫੈਸਲਾ ਸੁਣਾਇਆ ਗਿਆ। ਉਹਦੇ 'ਚ ਫੈਸਲਾ ਇਹ ਸੁਣਾਇਆ ਗਿਆ ਵੀ ਜਿਹੜੀ ਪਾਰਲੀਮੈਂਟ ਹੈਗੀ ਹੈ, ਠੀਕ ਹੈ ਜੀ, ਉਹ ਜਿਹੜੇ ਆਪਣੇ ਫੰਡਾਮੈਂਟਲ ਰਾਈਟ ਹੈਗੇ ਆ ਉਹਨੂੰ ਅਮੈਂਡ ਨਹੀਂ ਕਰ ਸਕਦੀ। ਤਾਂ ਇੱਥੇ ਇਹਨਾਂ ਨੇ ਇਹ ਫੈਸਲਾ ਸੁਣਾਇਆ ਸੀ। ਉਹ ਹਾਲਾਂਕਿ ਬਾਅਦ ਦੇ ਵਿੱਚ ਜਾ ਕੇ ਕੇਸ਼ਵ ਨੰਦਾ ਭਾਰਤੀ ਕੇਸ ਹੋਰ ਡੂੰਘਾਈ ਵਿੱਚ ਫਰੋਲਿਆ ਗਿਆ ਤਾਂ ਉੱਥੇ ਫੈਸਲਾ ਚੇਂਜ ਕਰ ਦਿੱਤਾ ਗਿਆ। ਤਾਂ ਇਸ ਕਰਕੇ ਹੁਣ ਜੇ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਪਾਰਲੀਮੈਂਟ ਅਮੈਂਡ ਕਰ ਸਕਦੀ ਹੈ ਭਾਈ, ਇਹਦਾ ਆਨਸਰ ਪਾਰਲੀਮੈਂਟ ਹੀ ਆਊਗਾ, ਸੰਸਦ ਕਰ ਸਕਦੀ ਹੈ। ਪਰ ਕੁਝ ਲਿਮਿਟੇਸ਼ਨ ਹੈਗੀਆਂ ਨੇ। ਲਿਮਿਟੇਸ਼ਨ ਕੀ ਹੈਗੀਆਂ ਨੇ? ਕਿਉਂਕਿ ਇਹ ਚੀਜ਼ਾਂ ਧਿਆਨ ਰੱਖਣਾ ਪਊਗਾ ਪਾਰਲੀਮੈਂਟ ਨੂੰ ਕਿ ਆਪਣੀ ਸੈਕੂਲਰ ਸਟੇਟ ਹੈ, ਡੈਮੋਕ੍ਰੇਸੀ ਆਪਣੇ ਕੋਲੇ, ਇਕੁਐਲਿਟੀ ਬਿਫੋਰ ਲਾਅ ਹੈਗਾ ਆਪਣੇ ਕੋਲੇ, ਠੀਕ ਹੈ ਜੀ, ਤਾਂ ਹੁਣ ਕਰ ਸਕਦੀ ਆ। ਪਰ ਜੇ ਆਪਾਂ ਉਸ ਟਾਈਮ ਦੇਖਦੇ ਤਾਂ ਉਦੋਂ ਇਹ ਫੈਸਲਾ ਆਇਆ ਸੀ ਭਾਈ ਨਹੀਂ ਕਰ ਸਕਦੀ, ਠੀਕ ਹੈ ਜੀ। ਇਹ ਚੀਜ਼ਾਂ ਧਿਆਨ ਰੱਖਣਾ। ਬਾਕੀ ਜਿਹੜਾ ਗੋਲਕਨਾਥ ਕੇਸ ਹੈਗਾ ਨਾ, ਇਹ ਬਹੁਤ ਲੰਮਾ ਚੌੜਾ ਕੇਸ ਹੈ। ਕਿਉਂਕਿ ਕੀ ਸੀਗਾ ਤੁਹਾਨੂੰ ਦੱਸਦਾ ਮੈਂ, ਲੈਂਡ ਰਿਫਾਰਮ ਐਕਟ ਨੂੰ ਚੈਲੰਜ ਕਿਉਂ ਨਹੀਂ ਕੀਤਾ ਜਾ ਸਕਦਾ ਸੀ? ਕਿਉਂਕਿ ਉਸ ਟਾਈਮ ਤੇ ਨਾ ਆਪਣੇ ਸੰਵਿਧਾਨ ਦੇ ਵਿੱਚ 9th ਸ਼ਡਿਊਲ ਐਡ ਕੀਤਾ ਗਿਆ। 9th ਸ਼ਡਿਊਲ ਦੇ ਵਿੱਚ ਕੀ ਕੀਤਾ ਸਰਕਾਰ ਨੇ ਵੀ ਜਿੰਨੇ ਵੀ ਇਹ ਲੈਂਡ ਰਿਫਾਰਮ ਐਕਟ ਆਏ ਸੀਗੇ ਉਹਨੂੰ ਇੱਕ ਨਾ ਕਵਚ ਦੇ ਤੌਰ ਤੇ ਯੂਜ਼ ਕੀਤਾ ਗਿਆ ਸਿਕਿਉਰਿਟੀ ਪਰਪਸ ਵਾਸਤੇ, ਵੀ ਜਿਹੜੇ 9th ਸ਼ਡਿਊਲ ਦੇ ਵਿੱਚ ਜੋ ਵੀ ਲਾਅ ਬਣ ਰਹੇ ਨੇ ਉਹਨੂੰ ਕੋਈ ਵੀ ਕੋਰਟ 'ਚ ਚੈਲੰਜ ਨਹੀਂ ਕਰ ਸਕਦਾ। ਤਾਂ ਮਤਲਬ ਸਰਕਾਰ ਇਨਡਾਇਰੈਕਟਲੀ ਵੇ ਨਾਲ ਕੀ ਕਰ ਰਹੀ ਸੀਗੀ, ਆਪਣੀ ਪਾਵਰ ਦਾ ਮਿਸਯੂਜ਼ ਕਰ ਰਹੀ ਸੀਗੀ। ਬਸ ਇਹਨੂੰ ਚੈਲੰਜ ਕੀਤਾ ਸੀ ਗੋਲਕਨਾਥ ਕੇਸ ਨੇ। ਤਾਂ ਤਾਈਏ ਦੇਖੋ ਓਵਰ ਰੂਲਿੰਗ ਵਾਲਾ ਜਿਹੜਾ ਅਮਰੀਕਾ ਦੇ ਸੰਵਿਧਾਨ ਤੋਂ ਪੜ੍ਹ ਕੇ ਫਿਰ ਸਰਕਾਰ ਨੇ ਫੈਸਲਾ ਸੁਣਾਇਆ ਸੀਗਾ ਵੀ ਜੇ ਮੰਨ ਲਓ ਜਿਹੜੇ ਪੁਰਾਣੇ ਫੈਸਲੇ ਹੋ ਗਏ, ਪਰ ਜੇ ਸਰਕਾਰ ਉਹਦਾ ਮਿਸਯੂਜ਼ ਕਰ ਰਹੀ ਹੈ ਤਾਂ ਕੋਰਟ ਨੇ ਮੰਨਿਆ ਸੀ ਜੀ ਪਾਰਲੀਮੈਂਟ ਇੱਥੇ ਮਿਸਯੂਜ਼ ਕਰ ਰਹੀ ਹੈ ਆਪਣੀ ਪਾਵਰ ਦਾ, ਤਾਂ ਇਸ ਕਰਕੇ ਉਹਨਾਂ ਨੇ ਓਵਰ ਰੂਲਿੰਗ ਕਰਤਾ ਸੀਗਾ। ਤਾਂ ਇੱਥੇ ਜਿਹੜਾ ਮਤਲਬ ਫੈਸਲਾ ਸੁਣਾਇਆ ਗਿਆ, ਇਹ ਸੁਣਾਇਆ ਗਿਆ ਸੀ ਵੀ ਜਿਹੜੀ ਪਾਰਲੀਮੈਂਟ ਹੈਗੀ ਆ ਉਹ ਫੰਡਾਮੈਂਟਲ ਰਾਈਟ ਨੂੰ ਨਹੀਂ ਅਮੈਂਡ ਕਰ ਸਕਦੀ। ਇਹ ਗੋਲਕਨਾਥ ਕੇਸ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਕੇਸ਼ਵ ਨੰਦਾ ਭਾਰਤੀ ਕੇਸ ਆ ਗਿਆ, ਉਹ ਚ ਕਹਿਤਾ ਵੀ ਕਰ ਸਕਦੀ ਹੈ ਪਰ ਬੇਸਿਕ ਸਟਰਕਚਰ ਨੂੰ ਛੇੜੇ ਬਿਨਾ। ਤਾਂ ਫਿਰ ਤਾਂ ਕਰਕੇ ਅੱਜ ਦੀ ਡੇਟ 'ਚ ਅਗੇ ਕੁਐਸਚਨ ਆਊਗਾ ਵੀ ਇਨ ਇੰਡੀਆ ਹੂ ਇਜ਼ ਕੰਪੀਟੈਂਟ ਟੂ ਅਮੈਂਡ ਦਾ ਫੰਡਾਮੈਂਟਲ ਰਾਈਟ, ਤਾਂ ਇਹ ਕਰ ਸਕਦੀ ਹੈ ਭਾਈ ਤੁਹਾਡੀ ਸੰਸਦ ਯਾਨੀ ਕਿ ਪਾਰਲੀਮੈਂਟ। ਬਾਕੀ ਇੱਥੇ ਲੰਮੀ ਚੌੜੀ ਚਰਚਾ ਕਰਨੀ ਹੈ ਉਹ ਆਪਾਂ ਅਲੱਗ ਵੀਡੀਓ 'ਚ ਕਰ ਸਕਦੇ ਹਾਂ। ਅੱਗੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਵੀ ਬਹੁਤ ਇੰਟਰਸਟਿੰਗ ਹੈ। ਦ ਕੈਟਾਗਰੀ ਆਫ ਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਜਿਹਨੂੰ ਆਪਾਂ ਕਹਿ ਦਿੰਦੇ ਆ OCI, ਠੀਕ ਹੈ ਜੀ, was entered in the Citizenship Act of the India through an amendment in the year। ਤਾਂ ਸਿਟੀਜ਼ਨਸ਼ਿਪ ਦੇ ਬਾਰੇ ਵੀ ਆਪਾਂ ਸਿਟੀਜ਼ਨਸ਼ਿਪ ਕਿੰਨੇ ਤਰੀਕੇ ਨਾਲ ਲੈ ਸਕਦੇ ਆ ਤੇ ਕਿੰਨੇ ਤਰੀਕੇ ਨਾਲ ਆਪਣੀ ਸਿਟੀਜ਼ਨਸ਼ਿਪ ਜਾ ਸਕਦੀ ਆ, ਇਹ ਪੜ੍ਹਨਾ ਬਹੁਤ ਜ਼ਰੂਰੀ ਹੈਗਾ। ਸਿਟੀਜ਼ਨਸ਼ਿਪ ਬਹੁਤ ਮਹੱਤਵਪੂਰਨ ਟੌਪਿਕ ਹੈ ਤੁਹਾਡੇ ਪੋਲਿਟੀ ਦਾ। ਹੁਣ ਦੇਖੋ OCI ਬਾਰੇ ਆਪਾਂ ਪੜ੍ਹਦੇ ਆ। ਸ਼ਾਇਦ ਤੁਹਾਨੂੰ ਪਤਾ ਨਹੀਂ ਯਾਦ ਹੈਗਾ ਕਿ ਨਹੀਂ ਯਾਦ ਹੈਗਾ, ਅੱਜ ਤੋਂ 2 ਸਾਲ ਪਹਿਲਾਂ ਇਹ ਰੌਲਾ ਪਿਆ ਸੀ OCI ਕਾਰਡ ਦਾ। ਪਹਿਲਾਂ ਆਪਾਂ ਸਮਝਦੇ ਵੀ OCI ਕਾਰਡ ਹੁੰਦਾ ਕੀ ਹੈ। OCI ਕਾਰਡ ਕੀ ਹੁੰਦਾ? ਹੁਣ ਮੰਨ ਲਓ ਕੋਈ ਬੰਦਾ ਇੰਡੀਆ origin ਦਾ ਹੈਗਾ, ਉਹਦਾ ਦਾਦਾ, ਉਹਦਾ ਪੜਦਾਦਾ, ਉਹਦਾ ਪਾਪਾ ਮੰਨ ਲਓ ਇੰਡੀਆ ਦਾ ਸੀਗਾ, ਪਰ ਉਹ ਆਪ ਬਾਹਰ ਚਲਾ ਗਿਆ, ਬਾਹਰ ਜਾ ਕੇ ਉੱਥੇ ਸੈੱਟ ਹੋ ਗਿਆ, ਗਾਂ ਦੇ ਜਵਾਕ ਵੀ ਉੱਥੇ ਹੋ ਗਏ। ਤਾਂ ਉਹ ਕੀ ਹੈ ਜੀ, ਉਹ ਮੰਨ ਲਓ ਕੈਨੇਡਾ ਚਲਾ ਗਿਆ, ਕੈਨੇਡਾ ਦੀ ਉਹਦੇ ਕੋਲ ਕੀ ਮਿਲ ਗਈ, ਸਿਟੀਜ਼ਨਸ਼ਿਪ ਮਿਲ ਗਈ, ਪਰ ਉਸ ਭਾਰਤ ਦੀ ਸਿਟੀਜ਼ਨਸ਼ਿਪ ਨਹੀਂ ਲੈ ਸਕਦਾ ਗਾ ਕਿਉਂਕਿ ਆਪਣੇ ਭਾਰਤ ਵਿੱਚ ਡਿਊਅਲ ਸਿਟੀਜ਼ਨਸ਼ਿਪ ਦਾ ਕੋਈ ਮਤਲਬ ਕਿ ਪ੍ਰੋਵੀਜ਼ਨ ਨਹੀਂ ਹੈਗੀ। ਤਾਂ ਸਰਕਾਰ ਨੇ ਉਹਨਾਂ ਨੇ ਕਿਹਾ ਭਾਈ ਜਿਹੜੇ ਫੋਰਨ ਰਹਿੰਦੇ ਸੀ ਵੀ ਅਸੀਂ ਤਾਂ ਵੀ ਇੰਡੀਆ ਵਿੱਚ ਆ ਕੇ ਬਿਜ਼ਨਸ ਵੀ ਕਰਨਾ ਚਾਹੁੰਦੇ ਆ, ਪੈਸਾ ਇਨਵੈਸਟ ਵੀ ਕਰਨਾ ਚਾਹੁੰਦੇ ਆ, ਲੈਂਡ ਵੀ ਖਰੀਦਣਾ ਚਾਹੁੰਦੇ ਆ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਵੀ ਚਾਹੁੰਦੇ, ਚਲੋ ਬਹਾਨੇ ਨਾਲ ਅਸੀਂ ਜ਼ਮੀਨ ਖਰੀਦਾਂਗੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਕਰਾਂਗੇ। ਤਾਂ ਇਹਨਾਂ ਨੇ ਸੋਚਿਆ ਭਾਈ ਆਪਾਂ ਵੀ ਕਿਉਂ ਨਾ ਉਧਰਲਾ ਪੈਸਾ ਇੱਧਰ ਆ ਕੇ ਲਾਵੇ ਤਾਂ ਆਪਣੀ ਇਕਨੋਮੀ ਉੱਪਰ ਜਾਊਗੀ। ਤਾਂ ਇਹ ਲੈ ਕੇ ਆਏ ਫਿਰ OCI ਦੇ ਵਿੱਚ ਕੀ ਕਿਹਾ ਇਹਨਾਂ ਨੇ? OCI ਦੇ ਵਿੱਚ ਇਹਨਾਂ ਨੇ ਕਹਿਤਾ ਵੀ ਜਿਹੜੇ ਬੰਦੇ ਔਨ ਔਰ ਆਫਟਰ 26 ਜਨਵਰੀ 1950 ਤੋਂ ਜੇ ਉਹਨਾਂ ਦਾ ਦਾਦਾ, ਪੜਦਾਦਾ, ਪਾਪਾ ਕੋਈ ਵੀ ਇੰਡੀਆ origin ਦਾ ਹੈਗਾ ਉਹ OCI ਵਾਸਤੇ ਅਪਲਾਈ ਕਰ ਸਕਦੇ। ਪਰ ਸ਼ਰਤ ਇਹ ਹੈ ਵੀ ਉਹਨਾਂ ਦਾ ਜਿਹੜਾ ਦਾਦਾ, ਪੜਦਾਦਾ, ਪਾਪਾ ਨਾ ਤਾਂ ਪਾਕਿਸਤਾਨ ਦਾ ਜੰਮਪਲ ਹੋਵੇ ਤੇ ਨਾ ਬੰਗਲਾਦੇਸ਼ ਦਾ, ਠੀਕ ਹੈ ਜੀ। ਤਾਂ ਇਹ ਸੀਗਾ ਜੀ OCI ਕਾਰਡ। ਤਾਂ ਇਹ ਇੱਕ ਅਮੈਂਡਮੈਂਟ ਦੇ ਥਰੂ ਆਇਆ ਸੀ। ਇਹ ਦੇਖੋ ਵੈਸੇ ਤਾਂ ਅਮੈਂਡਮੈਂਟ 6 ਵਾਰੀ ਹੋਈ ਹੈ, ਪਰ ਜੇ ਮੈਂ ਅਕੋਰਡਿੰਗ ਟੂ ਕੁਐਸਚਨ ਦੇਖੂੰਗਾ ਤਾਂ ਆਨਸਰ ਆਊਗਾ ਜੀ 2005। ਹੁਣ ਇੱਕ ਕੇਸ ਦੱਸਦਾ, ਉਹ ਕੇਸ ਕੀ ਹੈ। ਇੱਕ ਬੰਦਾ ਹੋਇਆ ਆਤਿਸ਼ ਅਲੀ ਤਸੀਰ, ਇਹ ਤੁਸੀਂ ਸਰਚ ਕਰ ਸਕਦੇ ਹੋ, ਮੈਂ ਤੁਹਾਨੂੰ ਨਾਮ ਲਿਖ ਦਿੰਦਾ, ਆਤਿਸ਼ ਅਲੀ ਤਸੀਰ। ਹੁਣ ਇਹਦਾ ਕੀ ਸੀਗਾ, ਇਹ ਬਹੁਤ ਵੱਡਾ ਪੱਤਰਕਾਰ ਹੈ, ਬ੍ਰਿਟਿਸ਼ ਦਾ ਪੱਤਰਕਾਰ ਹੈ, ਹੈਗਾ ਤਾਂ ਇੰਡੀਆ ਦਾ ਜੰਮਪਲ ਹੈ, ਯਾਨੀ ਕਿ ਇਹਦਾ ਪਾਪਾ ਜਿਹੜਾ ਹੈਗਾ ਉਹ ਇੰਡੀਆ ਦਾ ਸੀਗਾ, ਪਾਪਾ ਕਹਿ ਲਓ, ਦਾਦਾ ਪੜਦਾਦਾ ਸ਼ਾਇਦ ਕੋਈ ਵੀ ਸੀਗਾ। ਪਿੱਛੇ ਜੇ ਮੋਦੀ ਸਰਕਾਰ ਨੇ 2019 ਚ ਇਹਦਾ OCI ਕਾਰਡ ਕੀ ਕਰਤਾ ਸੀਗਾ, ਅਬੋਲਿਸ਼ ਕਰਤਾ ਸੀ। ਉਹਦਾ ਕਾਰਨ ਕੀ ਸੀਗਾ ਵੀ ਇਹ ਤੱਤੇ ਯਾਨੀ ਕਿ ਆਰਟੀਕਲ ਲਿਖਦਾ ਸੀ। ਇਹਨੇ ਮਤਲਬ ਮੋਦੀ ਸਰਕਾਰ ਦੇ ਬਰਖਲਾਫ ਆਰਟੀਕਲ ਲਿਖਿਆ ਵੀ ਇਹ ਤਾਨਾਸ਼ਾਹੀ ਕਰ ਰਹੇ ਨੇ, ਡੈਮੋਕ੍ਰੇਸੀ ਨਹੀਂ ਹੈਗੀ, ਮਤਲਬ ਵਗੈਰਾ ਵਗੈਰਾ, ਤੁਹਾਨੂੰ ਪਤਾ ਹੀ ਹੈ ਜੋ ਵੀ ਸਰਕਾਰਾਂ ਵਿੱਚ ਚੱਲਦਾ ਰਹਿੰਦਾ ਹੈ। ਫਿਰ ਸਰਕਾਰ ਨੇ ਕੀ ਆ ਜੀ 24 ਘੰਟੇ ਵਿੱਚ ਇਹਦਾ OCI ਕਾਰਡ ਕੀ ਕਰਤਾ ਸੀਗਾ, ਖਤਮ ਕਰਤਾ ਸੀ। ਜਦ ਕਿ OCI ਕਾਰਡ ਖਤਮ ਇਹਨੇ ਕਿਹਾ ਵੀ ਮੇਰਾ ਕਿਉਂ ਕੀਤਾ, ਮੈਨੂੰ ਕਾਰਨ ਦੱਸੋ। ਤਾਂ ਇਹਨੇ ਇੱਕ ਚੀਜ਼ ਛਪਾਈ ਸੀ
ਜਿਹੜਾ ਦਾ ਪੜਦਾਦਾ ਸੀਗਾ ਨਾ ਉਹ ਪਾਕਿਸਤਾਨ ਦਾ ਜੰਮਪਲ ਸੀਗਾ ਤੇ OCI ਦੇ ਵਿੱਚ ਇਹ ਕੰਡੀਸ਼ਨ ਦਿੱਤੀ ਹੋਈ ਹੈ ਸੰਵਿਧਾਨ ਦੇ ਵਿੱਚ ਵੀ ਜੇ ਕਿਸੇ ਦਾ ਦਾਦਾ ਪੜਦਾਦਾ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਹੈਗਾ OCI ਕਾਰਡ ਅਪਲਾਈ ਨਹੀਂ ਕਰ ਸਕਦਾ। ਪਰ ਇਹਨੇ ਕਿਹਾ ਵੀ OCI ਕਾਰਡ ਦੇ ਵਿੱਚ ਇੱਕ ਪ੍ਰੋਵੀਜ਼ਨ ਆ ਵੀ ਮੰਨ ਲਓ ਜੇ ਕੋਈ ਗਲਤ ਇਨਫੋਰਮੇਸ਼ਨ ਆਉਂਦੀ ਹੈ ਤਾਂ 14 ਦਿਨ ਦਾ ਸਮਾਂ ਹੁੰਦਾ, 14 ਦਿਨ ਦੇ ਵਿੱਚ ਆਪਾਂ ਨੂੰ ਰਿਪਲਾਈ ਕਰਨਾ ਹੁੰਦਾ। ਮੰਨ ਲਓ ਮੇਰਾ ਕੋਈ OCI ਕਾਰਡ ਹੈ, ਸਰਕਾਰ ਨੇ ਕਹਤਾ ਵੀ ਤੁਸੀਂ ਇਹ ਗਲਤ ਇਨਫੋਰਮੇਸ਼ਨ ਦਿੱਤੀ ਹੈ, 14 ਦਿਨ ਦੇ ਵਿੱਚ ਸਾਨੂੰ ਜਵਾਬਦੇਹੀ ਕਰੋ, ਤਾਂ 14 ਦਿਨ ਦਾ ਸਮਾਂ ਨਹੀਂ ਦਿੱਤਾ ਇਹਨੂੰ ਵਿਚਾਰੇ ਨੂੰ, 24 ਘੰਟੇ ਵਿੱਚ ਇਹਦਾ ਕਾਰਡ ਕੀ ਕਰਤਾ, ਚੱਕ ਕੇ ਬਾਹਰ ਮਾਰਿਆ ਅਗਲਿਆਂ ਨੇ। ਉਸ ਟਾਈਮ ਤੇ ਜਿਹੜੇ ਹੋਮ ਮਿਨਿਸਟਰ ਸੀ ਆਪਣੇ ਅਮਿਤ ਸ਼ਾਹ ਜੀ, ਅੱਜ ਵੀ ਸ਼ਾਇਦ ਹੈਗੇ ਆ, ਤਾਂ ਉਹਨਾਂ ਨੇ ਉਸ ਟਾਈਮ ਤੇ ਇਹ ਚੀਜ਼ ਕੀਤੀ ਸੀਗੀ। ਠੀਕ ਹੈ ਜੀ, ਤਾਂ OCI ਦਾ ਪਤਾ ਲੱਗ ਗਿਆ ਹੋਊਗਾ। ਇਹ 6 ਵਾਰੀ ਅਮੈਂਡਮੈਂਟ ਹੋਈ ਹੈ ਭਾਈ, ਤਾਂ ਤੁਹਾਨੂੰ ਮੈਂ ਦੱਸ ਦਿੰਦਾ। ਦੇਖੋ ਈਅਰ ਜੇ 2003 ਵੀ ਲਿਖਿਆ ਆਊਗਾ ਤੁਸੀਂ ਆਨਸਰ 2003 ਵੀ ਲਾ ਸਕਦੇ ਆ, ਇੱਥੇ 5 ਆ ਨਾ ਤਾਂ 2003 ਵੀ ਆਪਸ਼ਨ ਦੇ ਵਿੱਚ ਆ ਜਾਂਦਾ ਹੁੰਦਾ। ਹੁਣ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀਆਂ ਇਹ ਅਮੈਂਡਮੈਂਟ ਹੋਈ ਹੈ ਇਹ ਹੈਗੀ ਆ ਜੀ ਸਿਟੀਜ਼ਨਸ਼ਿਪ ਐਕਟ, ਸਿਟੀਜ਼ਨਸ਼ਿਪ ਐਕਟ। ਠੀਕ ਹੈ ਜੀ, ਇਹਨੂੰ ਕਹਿ ਦਿੰਦੇ ਆ 1955। ਇਹਦੇ ਵਿੱਚ 6 ਵਾਰ ਅਮੈਂਡਮੈਂਟ ਹੋਈ ਹੈ। ਕਦੋਂ ਕਦੋਂ ਹੋਈ ਹੈ? ਇੱਕ ਤਾਂ 1986 ਚ ਹੋਈ ਹੈ, ਫਿਰ 92 ਚ ਹੋਈ ਹੈ, ਫਿਰ 3 ਚ ਹੋਈ ਹੈ, ਫਿਰ 5 ਚ ਹੋਈ ਹੈ। ਠੀਕ ਹੈ ਜੀ, ਫਿਰ 15 ਚ ਹੋਈ ਹੈ ਤੇ 19 ਚ ਤੁਹਾਨੂੰ ਪਤਾ ਹੀ ਕਿੰਨਾ ਸਿਆਪਾ ਪਿਆ ਸੀਗਾ ਜਦੋਂ ਸਿਰਫ ਮੁਸਲਿਮ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਅਲਾਉ ਕਰਤਾ ਸੀ ਸਿਟੀਜ਼ਨਸ਼ਿਪ ਵਾਸਤੇ। ਜੇ ਨਹੀਂ ਯਾਦ ਤਾਂ ਯਾਦ ਕਰ ਲਿਓ ਭਾਈ, ਮੈਂ ਪੜਾਇਆ ਹੋਇਆ ਥਿਊਰੀ ਦੇ ਵਿੱਚ। ਤਾਂ ਇੱਥੇ ਰਾਈਟ ਆਨਸਰ ਕੀ ਬਣਨਾ ਜੀ? 2005 ਬਣਨਾ ਹੈ। ਓਕੇ ਹੈ ਜੀ, ਨੈਕਸਟ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ, ਕਹਿੰਦਾ ਵਿਚ ਆਰਟੀਕਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਇਜ਼ ਰਿਲੇਟਡ ਟੂ ਦਾ ਇੰਡੀਅਨ ਫੋਰਨ ਪਾਲਿਸੀ। ਠੀਕ ਹੈ ਜੀ, ਹੁਣ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ, ਇਹਦੇ ਵਿੱਚ ਕੀ ਹੈ ਵੀ ਜਿਹੜਾ ਆਪਣਾ ਦੇਸ਼ ਹੈਗਾ, ਫੋਰਨ ਪਾਲਿਸੀ ਦਾ ਮਤਲਬ ਹੁੰਦਾ ਵੀ ਆਪਣੇ ਜਿਹੜੇ ਗਵਾਂਢੀਆਂ ਨਾਲ ਸੰਬੰਧ ਆਪਾਂ ਕਿਵੇਂ ਦੇ ਰੱਖਦੇ ਆ, ਆਪਾਂ ਸ਼ਾਂਤੀ ਬਣਾਈ ਰੱਖਦੇ ਆ ਜਾਂ ਆਪਾਂ ਲੜਾਈ ਝਗੜੇ ਵਾਲੇ ਬੰਦੇ ਆ। ਜਿਵੇਂ ਪਾਕਿਸਤਾਨ ਹੈ, ਪਾਕਿਸਤਾਨ ਤੋਂ ਪੰਗਾ ਲਈ ਰੱਖਦਾ ਕੋਈ ਨਾ ਕੋਈ। ਠੀਕ ਹੈ, ਚਾਹੇ ਉਹ ਪਹਿਲਾਂ ਪਹਿਲ ਕਦਮੀ ਕਰਦਾ ਆਪਣੀ ਇੰਡੀਆ 'ਚ ਕੁਝ ਬੈਡ ਕਰਦਾ ਰਹਿੰਦਾ, ਵੀ ਆਪਾਂ ਕਿਵੇਂ ਦੇ ਆਪਣੇ ਜਿਹੜੇ ਰਿਲੇਸ਼ਨ ਹੈਗੇ ਆ, ਆਪਾਂ ਕਿਵੇਂ ਦਾ ਰਿਲੇਸ਼ਨ ਮੇਨਟੇਨ ਕਰਕੇ ਰੱਖਦੇ ਆ। ਤਾਂ ਇਹ ਜਿਹੜਾ ਕੀਤਾ ਗਿਆ ਰਾਜੇ, ਇਹ ਆਰਟੀਕਲ ਜਿਹੜਾ ਆਪਣਾ 51 ਹੈਗਾ, ਇਹ ਡੀਲ ਕਰਦਾ ਆਪਣੀ ਇਸੇ ਪਾਲਿਸੀ ਦੇ ਨਾਲ, ਇੰਡੀਅਨ ਫੋਰਨ ਪਾਲਿਸੀ ਦੇ ਨਾਲ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ ਜੀ? ਇਹਦੇ ਵਿੱਚ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਐਂਡ ਪ੍ਰਮੋਸ਼ਨ ਆਫ ਸਿਕਿਉਰਿਟੀ ਯਾਨੀ ਕਿ ਮੈਂਸ਼ਨ ਕੀਤਾ ਗਿਆ ਵੀ ਆਪਾਂ ਕਿਵੇਂ ਮੇਨਟੇਨ ਕਰਕੇ ਰੱਖਦੇ ਆ ਇਹਨੂੰ। ਠੀਕ ਹੈ ਜੀ, ਤਾਂ ਇਹ ਚੀਜ਼ਾਂ ਸਾਰੀਆਂ ਪੜ੍ਹ ਲਿਓ ਤੁਸੀਂ, ਬਾਕੀ ਇਹਦੇ ਵਿੱਚ ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਅੱਛਾ, ਇੱਕ ਚੀਜ਼ ਆਪਾਂ ਨੈਕਸਟ ਪੜ੍ਹਦੇ ਹਾਂ। ਇਹ ਆਰਟੀਕਲ 51 ਹੈਗਾ ਭਾਈ ਤੁਹਾਡਾ। ਠੀਕ ਹੈ, ਅਗਲਾ ਹੈਗਾ ਜੀ, ਕਹਿੰਦਾ ਇਹ ਪ੍ਰੋਕਲੇਮੇਸ਼ਨ ਆਫ ਦਾ ਐਮਰਜੈਂਸੀ ਇਸ਼ੂਡ ਅੰਡਰ ਦਾ ਆਰਟੀਕਲ 352 ਮਸਟ ਬੀ ਅਪਰੂਵਡ ਬਾय ਦਾ ਪਾਰਲੀਮੈਂਟ ਵਿਦ ਇਨ। ਪ੍ਰੋਕਲੇਮੇਸ਼ਨ ਦਾ ਮਤਲਬ ਹੁੰਦਾ ਹੈ ਵੀ ਆਪਾਂ ਘੋਸ਼ਣਾ ਕਰ ਦਿੰਦੇ ਆ। ਹੁਣ ਆਪਣੇ ਕੋਲ 3 ਤਰ੍ਹਾਂ ਦੀਆਂ ਐਮਰਜੈਂਸੀਆਂ ਹੁੰਦੀਆਂ ਨੇ। ਠੀਕ ਹੈ ਜੀ, ਆਪਣੀ ਇੱਕ ਤਾਂ ਨੈਸ਼ਨਲ ਐਮਰਜੈਂਸੀ, ਇੱਕ ਪ੍ਰੈਜ਼ੀਡੈਂਟ ਰੂਲ ਹੋ ਗਿਆ ਆਪਣਾ, ਇੱਕ ਫਾਈਨੈਂਸ਼ੀਅਲ। ਹੁਣ ਤਿੰਨੇ ਜਿਹੜੀਆਂ ਐਮਰਜੈਂਸੀ ਦਾ ਮਤਲਬ ਕੀ ਹੁੰਦਾ? ਐਮਰਜੈਂਸੀ ਤੇ ਜਲਦੀ ਜਲਦੀ ਰਾਸ਼ਟਰਪਤੀ ਨੂੰ ਘੋਸ਼ਿਤ ਕਰਨੀ ਪੈਂਦੀ ਹੈ, ਰਾਸ਼ਟਰਪਤੀ ਕੋਲ ਪਾਵਰ ਹੁੰਦੀ ਹੈ, ਪਰ ਹੁਣ ਉਸ ਤੋਂ ਬਾਅਦ ਉਹਨੂੰ ਪਾਸ ਵੀ ਤਾਂ ਕਰਨਾ ਹੁੰਦਾ ਪਾਰਲੀਮੈਂਟ ਦੇ ਵਿੱਚ। ਠੀਕ ਹੈ ਜੀ, ਤਾਂ ਹੁਣ ਇਹ ਅਲੱਗ-ਅਲੱਗ ਦੇਖੋ, ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਕਿੰਨੀਆਂ ਹੁੰਦੀਆਂ। ਪਹਿਲਾਂ ਤਾਂ ਇਹ ਗੱਲ ਕਰਦੇ ਹਾਂ, ਜੇ ਮੈਂ ਪਹਿਲਾਂ ਗੱਲ ਕਰੂੰਗਾ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦਾ। ਵੈਸੇ ਮੈਂ ਪਿਛਲੀ ਕਲਾਸ ਦੇ ਵਿੱਚ ਪੜਾਇਆ ਹੋਇਆ, ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਪੜਾਇਆ ਸੀ ਨਾ ਨੈਸ਼ਨਲ ਐਮਰਜੈਂਸੀ। ਠੀਕ ਹੈ ਜੀ, ਇੱਕ ਹੁੰਦੀ ਆਪਣੇ ਕੋਲੇ ਸਟੇਟ ਐਮਰਜੈਂਸੀ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ? ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਆ, ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਆ। ਤੇ ਥਰਡ ਹੈਗੀ ਆ ਜੀ ਆਪਣੇ ਕੋਲੇ ਫਾਈਨੈਂਸ਼ੀਅਲ ਐਮਰਜੈਂਸੀ। ਲਿਖਾਈ ਥੋੜੀ ਜਿਹੀ ਭਲਾਈ ਐਡਜਸਟ ਕਰ ਲਿਓ। ਠੀਕ ਹੈ, ਮੇਰਾ ਧਿਆਨ ਬੋਲਣ ਵਾਲਾ ਜ਼ਿਆਦਾ। ਹੁਣ ਨੈਸ਼ਨਲ ਐਮਰਜੈਂਸੀ ਦੇ ਵਿੱਚ ਕੀ ਹੈ ਵੀ ਮੰਨ ਲਓ ਆਪਣੇ ਦੇਸ਼ ਤੇ ਹਮਲਾ ਹੋ ਗਿਆ ਬਾਹਰੋਂ, ਜਾਂ ਅੰਦਰ ਕੋਈ ਹਮਲਾ ਹੋ ਗਿਆ ਆਪਣੇ ਦੇਸ਼ ਤੇ, ਤਾਂ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਹੈ। ਅਗਰ ਮੰਨ ਲਓ ਕੋਈ ਸਟੇਟ ਦਾ ਜਿਹੜਾ CM ਹੈਗਾ ਉਹ ਫੇਲ ਹੋ ਜਾਂਦਾ ਸਰਕਾਰ ਚਲਾਉਣ, ਤਾਂ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ ਹੈ। ਜੇ ਆਪਣੇ ਦੇਸ਼ ਦੇ ਵਿੱਚ ਮੰਨ ਲਓ ਇਕਨੋਮੀ ਡਿੱਗ ਪਈ, ਜਿਵੇਂ ਸ਼੍ਰੀਲੰਕਾ 'ਚ ਡਿੱਗ ਪਈ ਸੀ ਪਿੱਛੇ ਜੇ, ਤਾਂ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਜਾਂਦੀ ਹੈ। ਹੁਣ ਉਹ ਕਹਿੰਦਾ ਵੀ ਜੇ ਮੰਨ ਲਓ ਆਰਟੀਕਲ 352 ਦੇ ਤਹਿਤ ਐਮਰਜੈਂਸੀ ਲੱਗ ਜਾਂਦੀ ਹੈ, ਤਾਂ ਆਪਾਂ ਨੂੰ ਕਹਿੰਦਾ ਜੀ ਕਿੰਨੇ ਹੁਣ ਪਹਿਲਾਂ ਤਾਂ ਇਹ ਪਤਾ ਹੋਵੇ ਆਪਾਂ ਨੂੰ 352 ਦੇ ਤਹਿਤ ਕਿਹੜੀ ਲੱਗਦੀ ਹੈ, ਇਹ ਪਤਾ ਹੋਣਾ ਚਾਹੀਦਾ। ਨੈਸ਼ਨਲ ਐਮਰਜੈਂਸੀ। ਠੀਕ ਹੈ ਜੀ, 352 ਦੇ ਤਹਿਤ ਕਿਹੜੀ ਲੱਗਦੀ ਹੈ ਰਾਜੇ? ਨੈਸ਼ਨਲ ਐਮਰਜੈਂਸੀ ਲੱਗਦੀ ਹੈ। ਠੀਕ ਹੈ ਜੀ, ਹੁਣ ਤੁਸੀਂ ਮੈਨੂੰ ਇਹ ਦੱਸਣਾ, ਜਦੋਂ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਆਪਾਂ ਨੂੰ, ਠੀਕ ਹੈ ਜੀ, ਆਪਾਂ ਨੂੰ ਕਹਿੰਦਾ ਜੀ ਕਿੰਨੇ ਟਾਈਮ ਦੇ ਅੰਦਰ ਅੰਦਰ ਪਾਰਲੀਮੈਂਟ 'ਚ ਇਹ ਚੀਜ਼ ਪਾਸ ਕਰਾਉਣੀ ਪੈਂਦੀ ਹੈ? ਤਾਂ 1 ਮਹੀਨੇ ਦੇ ਅੰਦਰ ਅੰਦਰ ਪਾਸ ਕਰਾਉਣੀ ਪੈਂਦੀ ਹੈ। ਕਿੰਨੇ ਮਹੀਨੇ ਦੇ ਅੰਦਰ? 1 ਮਹੀਨੇ ਦੇ ਅੰਦਰ ਅੰਦਰ ਪਾਸ ਕਰਾਉਣੀ ਪੈਂਦੀ ਹੈ। ਪਰ ਜੇ ਪ੍ਰੈਜ਼ੀਡੈਂਟ ਰੂਲ ਲੱਗ ਜੇ ਜਾਂ ਫਿਰ ਫਾਈਨੈਂਸ਼ੀਅਲ ਐਮਰਜੈਂਸੀ, ਅੱਛਾ ਮੰਨ ਲਓ ਮੈਂ ਐਮਰਜੈਂਸੀ ਦੀ ਘੋਸ਼ਣਾ ਕੀਤੀ, ਪ੍ਰੈਜ਼ੀਡੈਂਟ ਨੇ ਕੀਤੀ, ਮੰਨ ਲਓ 1 ਜਨਵਰੀ ਯਾਨੀ ਕਿ 1 ਜਨਵਰੀ 2023 ਨੂੰ ਕੀਤੀ, ਤਾਂ 1 ਮਹੀਨੇ ਦੇ ਅੰਦਰ ਅੰਦਰ ਆਪਾਂ ਨੂੰ ਕੀ ਕਰਨੀ ਪਊਗੀ? ਉਹ ਪਾਸ ਕਰਾਉਣੀ ਪਊਗੀ 2/3 ਬਹੁਮਤ ਦੇ ਨਾਲ, ਕਿਸੇ ਵੀ ਸਦਨ ਦੇ ਵਿੱਚ ਕਰਾ ਸਕਦੇ ਆ, ਚਾਹੇ ਲੋਕ ਸਭਾ ਚਾਹੇ ਰਾਜ ਸਭਾ। ਅੱਛਾ ਜੀ, ਤੁਸੀਂ ਮੈਨੂੰ ਇਹ ਵੀ ਦੱਸਣਾ ਵੀ ਇਹ ਕਿਹੜੀ ਮੈਜੋਰਟੀ ਨਾਲ ਹੋਊਗੀ? ਆਪਣੇ ਕੋਲ 2 ਮੈਜੋਰਟੀਆਂ ਹੁੰਦੀਆਂ, ਇੱਕ ਤਾਂ ਸਿੰਪਲ ਮੈਜੋਰਟੀ ਹੁੰਦੀ ਹੈ। ਠੀਕ ਹੈ ਜੀ, ਇੱਕ ਤਾਂ ਸਿੰਪਲ ਮੈਜੋਰਟੀ ਹੁੰਦੀ ਹੈ ਤੇ ਇੱਕ ਸਪੈਸ਼ਲ ਮੈਜੋਰਟੀ। ਤੁਸੀਂ ਇਹ ਮੈਨੂੰ ਕਮੈਂਟ ਕਰਕੇ ਦੱਸਣਾ, ਜਿਹੜੀ ਨੈਸ਼ਨਲ ਐਮਰਜੈਂਸੀ ਹੁੰਦੀ ਹੈ ਸਿੰਪਲ ਮੈਜੋਰਟੀ ਨਾਲ ਪਾਸ ਹੁੰਦੀ ਹੈ, ਸਪੈਸ਼ਲ ਨਾਲ ਹੁੰਦੀ ਹੈ। ਦੂਜੀ ਗੱਲ ਇਹ, ਜੇ ਪ੍ਰੈਜ਼ੀਡੈਂਟ ਰੂਲ ਲੱਗ ਜੇ ਜਾਂ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਜੇ, ਉਹ 2 ਮਹੀਨੇ ਦੇ ਅੰਦਰ
2 ਮਹੀਨੇ ਦੇ ਅੰਦਰ ਅੰਦਰ ਕੀ ਕਰਨੀ ਪੈਂਦੀ ਹੈ, ਪਾਸ ਕਰਾਉਣੀ ਪੈਂਦੀ ਹੈ, ਉਹ ਵੀ 2/3 ਬਹੁਮਤ ਨਾਲ ਹੁੰਦੀ ਹੈ। ਠੀਕ ਹੈ ਜੀ। ਤਾਂ ਹੁਣ ਤੁਸੀਂ ਮੈਨੂੰ ਦੱਸਣਾ ਵੀ ਜਿਹੜੀ ਨੈਸ਼ਨਲ ਐਮਰਜੈਂਸੀ ਹੁੰਦੀ ਹੈ ਉਹ ਕਿਹੜੀ ਮੈਜੋਰਟੀ ਨਾਲ ਹੁੰਦੀ ਹੈ, ਜਿਹੜਾ ਪ੍ਰੈਜ਼ੀਡੈਂਟ ਰੂਲ ਹੁੰਦਾ ਜਿਹਨੂੰ ਆਪਾਂ ਸਟੇਟ ਐਮਰਜੈਂਸੀ ਕਹਿ ਦਿੰਦੇ ਜਾਂ ਫਾਈਨੈਂਸ਼ੀਅਲ ਐਮਰਜੈਂਸੀ, ਉਹ ਕਿਹੜੀ ਮੈਜੋਰਟੀ ਨਾਲ ਪਾਸ ਹੁੰਦੀ ਹੈ। ਇਹ ਬੜਾ ਮਹੱਤਵਪੂਰਨ ਕੁਐਸਚਨ ਹੈ, ਇਹ ਤੁਸੀਂ ਮੈਨੂੰ ਕਮੈਂਟ ਕਰਨਾ। ਜਿਨ੍ਹਾਂ ਨੇ ਬਹੁਤ ਧਿਆਨ ਨਾਲ ਪੜਿਆ ਹੋਊਗਾ ਉਹ ਬਈ ਕਮੈਂਟ ਕਰ ਦੇਣਗੇ। ਮੇਰੇ ਜਿਹੜੇ ਪੇਡ ਵਾਲੇ ਬੱਚੇ ਉਹਨਾਂ ਦਾ ਜ਼ਰੂਰ ਕਮੈਂਟ ਕਰਨਾ। ਠੀਕ ਹੈ ਜੀ। ਅੱਗੇ ਚੱਲਦੇ ਆਪਾਂ। ਅਗਲੇ ਆਪਾਂ ਗੱਲ ਕਰਦੇ ਹਾਂ ਜੀ। ਕਹਿੰਦਾ at least how many days a prior notice is required for the impeachment of the president of India। ਭਾਈ ਜੇ ਮੰਨ ਲਓ ਤੁਸੀਂ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਜਿਹੜਾ ਸਟੇਟ ਦਾ ਹੈੱਡ ਹੁੰਦਾ ਹੈ, ਸਟੇਟ ਦਾ ਮਤਲਬ ਇੱਥੇ ਇੰਡੀਆ ਭਾਈ, ਸਟੇਟ ਦਾ ਹੈੱਡ ਹੁੰਦਾ, ਜੇ ਮੰਨ ਲਓ ਤੁਸੀਂ ਉਹਨੂੰ ਅਹੁਦੇ ਤੋਂ ਲਾਉਣਾ ਹੋਵੇ ਤਾਂ ਤੁਹਾਨੂੰ ਕਿੰਨੇ ਦਿਨ ਪਹਿਲਾਂ ਉਹਨੂੰ ਨੋਟਿਸ ਭੇਜਣਾ ਪਊਗਾ। ਪਹਿਲੀ ਗੱਲ ਤਾਂ ਇਹ 21 ਕੇਸ ਦੇ ਵਿੱਚ ਇੰਪੀਚਮੈਂਟ ਹੁੰਦੀ ਹੈ ਪ੍ਰੈਜ਼ੀਡੈਂਟ ਦੀ, ਜੇ ਉਹ ਸੰਵਿਧਾਨ ਦਾ ਕੀ ਕਰ ਰਿਹਾ, ਮਿਸਯੂਜ਼ ਕਰ ਰਿਹਾ, ਜਾਂ ਕਹਿ ਲਓ ਵੀ ਸੰਵਿਧਾਨ ਦੇ ਵਰਖਲਾਫ ਜਾ ਕੇ ਕੰਮ ਕਰ ਰਿਹਾ, ਤਾਂ ਉਹਨੂੰ 14 ਦਿਨ ਦਾ ਪਹਿਲਾਂ ਨੋਟਿਸ ਚਾਹੀਦਾ। ਇਹ ਨਹੀਂ ਕਿ ਆ ਕੇ ਸਵੇਰੇ ਗਏ ਤੇ ਧੱਕੇ ਮਾਰ ਕੇ ਆਫਿਸ ਤੋਂ ਬਾਹਰ ਕੱਢਤਾ ਨਾ, 14 ਦਿਨ ਦਾ ਟਾਈਮ ਮਿਲਦਾ। 14 ਦਿਨ ਦੇ ਵਿੱਚ ਉਹਨੇ ਆਪਣਾ ਜਵਾਬ ਦੇਣਾ ਹੁੰਦਾ। ਜੇ ਤਾਂ ਜਵਾਬ ਸੈਟੀਸਫਾਈ ਹੋਊਗਾ ਠੀਕ ਹੈ, ਨਹੀਂ ਅਦਰਵਾਈਜ਼ ਕੀ ਕਰੀ ਜਾਊਗੀ, ਉਹਦੀ ਇੰਪੀਚਮੈਂਟ ਕਰ ਦਿੱਤੀ ਜਾਊਗੀ। ਅੱਛਾ, ਇੱਕ ਦੋ ਚੀਜ਼ਾਂ ਹੋਰ ਨੋਟ ਕਰਨ ਵਾਲੀਆਂ ਹੈਗੀਆਂ ਨੇ, ਤੁਸੀਂ ਸ਼ਾਇਦ ਪੜਿਆ ਹੋਊਗਾ। ਪਹਿਲਾਂ ਤਾਂ ਇਹ ਗੱਲ ਦੱਸਣੀ ਆ ਤੁਸੀਂ ਮੈਨੂੰ ਵੀ ਕਿਹੜੇ ਆਰਟੀਕਲ ਦੇ ਤਹਿਤ ਆਪਾਂ ਨੂੰ ਇਹ ਆਪਣਾ ਸੰਵਿਧਾਨ ਕਹਿੰਦਾ ਹੈ ਵੀ ਆਪਣੇ ਦੇਸ਼ ਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੋਣਾ ਚਾਹੀਦਾ। ਤਾਂ ਆਰਟੀਕਲ ਨੰਬਰ 52 ਕਹਿੰਦਾ ਵੀ ਆਪਣੇ ਦੇਸ਼ ਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੋਣਾ ਜ਼ਰੂਰੀ ਹੈ, ਜਿਹਨੂੰ ਆਪਾਂ ਸਟੇਟ ਦਾ ਹੈੱਡ ਕਹਿੰਦੇ ਆ। ਆਰਟੀਕਲ 54 ਵੀ ਬਹੁਤ ਮਹੱਤਵਪੂਰਨ ਹੈ। ਆਰਟੀਕਲ 54 ਗੱਲ ਕਰਦਾ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ। ਠੀਕ ਹੈ ਜੀ। ਇਨਡਾਇਰੈਕਟਲੀ ਇਲੈਕਸ਼ਨ ਹੁੰਦੇ, ਤੁਹਾਨੂੰ ਸਭ ਨੂੰ ਪਤਾ, ਡਾਇਰੈਕਟ ਇਲੈਕਸ਼ਨ ਕੋਈ ਨਹੀਂ ਹੁੰਦਾਗਾ। ਇੱਕ ਆਰਟੀਕਲ ਨੰਬਰ ਹੈਗਾ ਜੀ 58। ਠੀਕ ਹੈ ਜੀ। ਇਹ ਗੱਲ ਕਰਦਾ ਜੀ ਕੁਆਲੀਫਿਕੇਸ਼ਨ ਆਫ ਦਾ ਪ੍ਰੈਜ਼ੀਡੈਂਟ। ਤੇ ਆਰਟੀਕਲ ਸਭ ਤੋਂ ਘੈਂਟ ਹੈਗਾ ਜੀ 60। ਇਹ ਗੱਲ ਕਰਦਾ ਜੀ ਸਹੁੰ ਚੁਕਾਉਣ ਵਾਸਤੇ ਪ੍ਰੈਜ਼ੀਡੈਂਟ ਦੀ ਸਹੁੰ ਚੁਕਾਈ ਜਾਂਦੀ ਆ। ਅੱਛਾ ਜੀ, ਇਹ ਦੱਸੋ ਵੀ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਾਉਂਦਾ? ਤੁਹਾਨੂੰ ਪਤਾ ਮੈਕਸਿਮਮ ਅਹੁਦਿਆਂ ਤੇ ਸਹੁੰ ਚੁਕਾਉਂਦਾ ਜੀ ਰਾਸ਼ਟਰਪਤੀ, ਪਰ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਤਾਂ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ। ਨੈਕਸਟ ਕੁਐਸਚਨ ਹੈਗਾ ਜੀ ਤੁਹਾਡਾ। ਠੀਕ ਹੈ ਜੀ। ਦਾ ਮੋਸਟ ਇੰਪੋਰਟੈਂਟ ਫੀਚਰ ਆਫ ਦਾ ਕੈਬਨਿਟ ਸਿਸਟਮ ਆਫ ਦਾ ਗਵਰਨਮੈਂਟ। ਆਪਣੀ ਗਵਰਨਮੈਂਟ ਦਾ ਸਭ ਤੋਂ ਘੈਂਟ ਯਾਨੀ ਕਿ ਜਿਹੜਾ ਕੈਬਨਿਟ ਸਿਸਟਮ ਉਹਦਾ ਸਭ ਤੋਂ ਘੈਂਟ ਫੀਚਰ ਕਿਹੜਾ ਹੈਗਾ? ਘੈਂਟ ਫੀਚਰ ਇਹ ਹੈਗਾ ਭਾਈ, ਮੰਨ ਲਓ ਪਾਰਲੀਮੈਂਟ ਜਿਹੜੀ ਹੈਗੀ ਆ ਨਾ, ਉਹਦੇ ਵਿੱਚ ਚਾਹੇ ਇੱਕ ਬੰਦਾ ਗਲਤੀ ਕਰੇ ਚਾਹੇ ਸਾਰੇ ਗਲਤੀ ਕਰਨ, ਸਾਰੇ ਕਲੈਕਟਿਵਲੀ ਰਿਸਪੌਂਸੀਬਲ ਹੁੰਦੇ ਆ, ਸਭ ਨੂੰ ਸਮੂਹਿਕ ਜ਼ਿੰਮੇਵਾਰੀ ਲੈਣੀ ਪਊਗੀ। ਤਾਂ ਇਹਦੇ ਵਿੱਚ ਆਨਸਰ ਬਣ ਜੂਗਾ ਜੀ ਕਲੈਕਟਿਵ ਰਿਸਪੌਂਸਿਬਿਲਟੀ। ਤਾਂ ਇਹ ਆਪਣੀ ਯਾਨੀ ਕਿ ਕੈਬਨਿਟ ਦਾ ਕੀ ਹੈ, ਇੱਕ ਸਭ ਤੋਂ ਤਕੜਾ ਫੀਚਰ ਹੈ। ਤਾਂ ਇਹ ਆਪਣੇ 30 ਕੁਐਸਚਨ ਕੀ ਹੋ ਗਏ ਜੀ, ਖਤਮ ਹੋ ਗਏ। ਲਾਸਟ ਕੁਐਸਚਨ ਜਿਹੜਾ ਕੁਐਸਚਨ ਆਫ ਦਾ ਡੇ ਤੁਹਾਨੂੰ ਮੈਂ ਪੁੱਛ ਰਿਹਾ, ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ। ਬਾਕੀ ਸਾਰੇ 3-4 ਕੁਐਸਚਨ ਪੁੱਛਿਓ ਤੁਸੀਂ ਦੱਸਣੇ ਆ, ਤਾਂ ਮੈਂ ਅਗਲੀ ਕਲਾਸ ਪਾਉਣੀ ਆ। ਠੀਕ ਹੈ ਜੀ। ਹੁਣ ਕਹਿੰਦੇ ਜੀ ਮਾਸਟਰ ਡੰਡਾ ਲੈ ਕੇ ਹੀ ਪੜਾਊਗਾ ਤੁਹਾਨੂੰ। ਕਹਿੰਦਾ ਜੀ ਹੂ ਅਮੰਗ ਦਾ ਫੋਲੋਇੰਗ ਹੈਜ਼ ਦਾ ਪਾਵਰ ਟੂ ਫਾਰਮ ਏ ਨਿਊ ਸਟੇਟ ਵਿਦ ਇਨ ਦਾ ਯੂਨੀਅਨ ਆਫ ਇੰਡੀਆ। ਭਾਈ ਨਵਾਂ, ਜਿਵੇਂ ਹੁਣ ਮੰਨ ਲਓ ਪੰਜਾਬ ਤੋਂ ਕੱਢ ਕੇ ਕੁਝ ਪੋਰਸ਼ਨ ਕੱਢ ਕੇ ਹਰਿਆਣਾ ਬਣਾਤਾ, ਭਾਈ ਇਹ ਕਿਹਦੇ ਕੋਲ ਪਾਵਰ ਹੈ? ਕੱਲ ਨੂੰ ਜੇ ਮੰਨ ਲਓ ਪੰਜਾਬ ਚੋਂ ਹੋਰ ਪਾਰਟ ਵੀ ਕੱਢਿਆ ਜਾਂਦਾ ਹੈ ਤਾਂ ਕਿਹਦੇ ਕੋਲ ਪਾਵਰ ਹੈ ਵੀ ਨਵੀਂ ਸਟੇਟ ਬਣਾਈ ਜਾਊਗੀ? ਪਰ ਸੁੱਖ ਰੱਖੇ ਮਹਾਰਾਜ ਵੀ ਹੋਰ ਨਾ ਵੰਡੋ ਪੰਜਾਬ ਨੂੰ। ਪੰਜਾਬ ਨੂੰ ਬਹੁਤ ਵਾਰੀ ਵੰਡਤਾ, ਮੈਂ ਵੈਸੇ ਐਗਜ਼ਾਮਪਲ ਦੇ ਰਿਹਾ ਵੀ ਕਿਹਦੇ ਕੋਲੇ ਪਾਵਰ ਹੈ। ਰਾਸ਼ਟਰਪਤੀ ਕੋਲੇ, ਪ੍ਰਧਾਨ ਮੰਤਰੀ ਕੋਲੇ, ਸੁਪਰੀਮ ਕੋਰਟ ਕੋਲੇ, ਜਾਂ ਸਪੀਕਰ ਆਫ ਲੋਕ ਸਭਾ। ਤਾਂ ਕਿਹਦੇ ਕੋਲੇ ਪਾਵਰ ਹੈ? ਭਾਰਤ ਦੀ ਨਵੀਂ ਸਟੇਟ ਬਣਾਉਣ ਦਾ। ਠੀਕ ਹੈ ਜੀ। ਇਹ ਤੁਸੀਂ ਮੈਨੂੰ ਕਮੈਂਟ ਕਰਨਾ। ਬਾਕੀ ਬਾਉਂਡਰੀ ਵੀ ਆਲਟਰ ਕਰ ਸਕਦਾ ਉਹ ਬੰਦਾ। ਠੀਕ ਹੈ, ਬਾਉਂਡਰੀ ਵੀ ਵਧਾ ਘਟਾ ਸਕਦਾ, ਤਾਂ ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਿਓ। ਬਾਕੀ ਜੇ ਸਪੈਸ਼ਲ ਪੋਲਿਟੀ ਤੇ ਕਰੰਟ ਅਫੇਅਰ ਦਾ ਕੋਰਸ ਅੰਗਰੇਜ਼ੀ ਪੰਜਾਬੀ ਮਾਧਿਅਮ 'ਚ ਪੜ੍ਹਨਾ ਹੈ ਤਾਂ ਬਹੁਤ ਹੀ ਸਸਤਾ ਐਂਡ ਸਿਰਿਆ ਜਿਵੇਂ ਪੜ੍ਹਾ ਰਿਹਾ ਇਸ ਤੋਂ ਵੀ ਵਧੀਆ ਪੜ੍ਹਾਇਆ ਹੋਇਆ। ਠੀਕ ਹੈ ਜੀ। 500 ਰੁਪਏ ਉਹਦਾ ਪ੍ਰਾਈਸ ਹੈ। ਮੈਨੂੰ ਲੱਗਦਾ ਵੀ ਜੀਓ ਦਾ ਰਿਸਰਚ ਮੈਂ ਵਾਰ-ਵਾਰ ਕਹਿਣਾ ਹੁੰਦਾ, ਫਾਈਨੈਂਸ਼ੀਅਲੀ ਵੀ ਜ਼ਰੂਰ ਸਪੋਰਟ ਕਰਿਆ ਕਰੋ ਬੇਟਾ ਜੇ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ। ਠੀਕ ਹੈ ਜੀ। ਜੇ ਆਪਾਂ ਜੀਓ ਦਾ ਰਿਚਾਰਜ ਵੀ ਕਰਦੇ ਹਾਂ ਉਹ ਵੀ 666 ਰੁਪਏ ਦਾ 84 ਦਿਨਾਂ ਵਾਸਤੇ, ਤੇ ਆਪਣਾ ਤਾਂ 6 ਮਹੀਨੇ ਦਾ ਕੋਰਸ ਉਹ ਵੀ 500 ਰੁਪਏ ਦਾ। ਗਰੰਟੀ ਇਹ ਹੈ ਵੀ ਜੇ ਨਾ ਸਮਝ ਲੱਗੂਗੀ, ਜੇ ਇਹਦੇ ਵਿੱਚ ਕਿਰਾਏ ਵਿੱਚੋਂ ਪੇਪਰ 'ਚ ਨਾ ਆਊਗਾ ਤਾਂ ਮੇਰੇ ਤੋਂ 1000 ਰੁਪਇਆ ਲੈ ਜਾਓ ਬਸ। ਇਸ ਤੋਂ ਵੱਡੀ ਗਰੰਟੀ ਕੋਈ ਨਹੀਂ ਹੁੰਦੀਗੀ। ਪੜ੍ਹਾਉਣਾ ਟੀਚਰ ਦਾ ਕੰਮ ਹੈਗਾ ਤੇ ਖਾਨੇ 'ਚ ਬਿਠਾਉਣਾ ਮੇਰਾ ਕੰਮ ਹੈ। ਠੀਕ ਹੈ, ਮੈਂ ਤੁਹਾਡੇ ਖਾਨੇ 'ਚ ਬਿਠਾ ਦੂੰਗਾ ਕੱਲੀ ਗੱਲ, ਇਹ ਗਰੰਟੀ ਹੈ। ਤਾਂ ਚਲੋ ਜੀ, ਲਾਈਕ ਸ਼ੇਅਰ ਕਰ ਦਿਓ ਕਲਾਸ ਨੂੰ। ਜੇ ਕੋਈ ਵਧੇਰੇ ਜਾਣਕਾਰੀ ਲੈਣੀ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ, ਪਰ 10 ਤੋਂ ਲੈ ਕੇ 5 ਵਜੇ ਤੱਕ ਹੀ ਕਰ ਸਕਦੇ ਆ ਭਾਈ, ਕਿਉਂਕਿ ਜ਼ਿਆਦਾ ਫੋਨ ਸੁਣਨ ਕਰਕੇ ਮੇਰੀ ਤਾਂ ਆਪਦੀ ਮੈਮਰੀ ਲਾਸ ਹੁੰਦੀ ਜਾ ਰਹੀ ਹੈ, ਮੈਂ ਗਜਨੀ ਬਣਦਾ ਜਾ ਰਿਹਾ। ਤਾਂ WhatsApp ਤੇ ਤੁਸੀਂ ਕਦੋਂ ਮਰਜ਼ੀ ਮੈਸੇਜ ਕਰ ਸਕਦੇ ਹੋ। ਸ਼ੁਕਰੀਆ ਜੀ, ਧੰਨਵਾਦ।